ਜੇ ਆਪਾਂ ਇਹ ਵੀ ਦੇਖੀਏ ਵੀ ਉਹਨਾਂ ਨੇ ਕੈਪਟਨ ਦੇ ਕਹੇ ਲੱਗ ਕੇ ਆਪਣੇ ਆਪ ਨੂੰ ਵੱਖ ਕੀਤਾ ਤਾਂ ਕੋਈ ਦੋ ਰਾਵਾਂ ਨਹੀਂ ਹੋਣਗੀਆਂ। ਹੋ ਸਕਦਾ ਉਹਨਾਂ ਦੇ ਕਹੇ ਵੀ ਲੱਗ ਸਕਦਾ, ਕਿਉਂਕਿ ਪਹਿਲਾਂ ਤੋਂ ਉਹਨਾਂ ਦੇ ਨਾਲ ਚੰਗੀ ਮਿੱਤਰਤਾ ਵੀ ਹੈਗੀ ਆ। ਪੰਜਾਬ ਸਰਕਾਰ ਦੀ ਮੀਟਿੰਗਾਂ ਦੇ ਵਿੱਚ ਵੀ ਬਾਕੀ ਕਿਸਾਨਾਂ ਨੇ ਉਹਨਾਂ ਦੇ ਨਾਲ ਕੋਈ ਰਾਬਤਾ, ਕੋਈ ਗੱਲਬਾਤ ਨਹੀਂ ਕੀਤੀ ਸੀਗੀ। ਇੱਕ ਮੈਂਬਰ ਜਦੋਂ ਟੁੱਟ ਗਿਆ ਤਾਂ ਇਹਦੇ ਵਿੱਚ ਸਰਕਾਰ ਨੂੰ ਝਟਕਾ ਕਵਾਂਗੇ, ਕਿਉਂਕਿ ਸੁਪਰੀਮ ਕੋਰਟ ਨੇ ਤਾਂ ਬਣਾ ਦਿੱਤੀ ਸੀ। उस बंदे की टाटा बाय बाय तो शेरगिल साहब ने बड़े चंगे तरीके नाल दस्सिया। असीं लीडरां दे नाल घुम्मण लग जांदे ते साडी लीडरी चमक जाती है। WHO ने पहला तो बहुत देर नाल फैसला लिया। पहला भी एक दो बारी उन्हें कहा सी भी चीन जाना, तो चीन वाले कहंदा कोई ना आके दिखाई तू, ते हुण भी उन्हें यही कहा सी भी आके दिखाई। गल ते इत्थे खड़ी आ कि आ तीन कानून जिहड़े ने ओह लोकां दे हित च ने जां लोकां दे खिलाफ ने। तुसीं ओहदे विच होर ही गल्लां सुणाई जांदे आ। सुप्रीम कोर्ट ने बहुत साफ लफ्ज़ां च कहा कि जे तुहानूं कोई गलत आंसर लगदा ते फड़ लो, पर ओहदी आड़ दे विच किसी पोस्टर नूं लैके तुसीं सारे दे सारे अंदोलन नूं खालिस्तानी ना कहो। ਪੰਜਾਬੀ ਨੈਸ਼ਨਲ ਟੀਵੀ ਦੇ ਪ੍ਰੋਗਰਾਮ ਵਿਚਾਰ ਚਰਚਾ 'ਚ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਮਹਿਮਾਨਾਂ ਦਾ ਸਵਾਗਤ ਕਰਨ ਤੋਂ ਪਹਿਲਾਂ ਅੱਜ ਜਿਹੜੇ ਮੁੱਦਿਆਂ ਤੇ ਥੋੜਾ ਆਪਾਂ ਵਿਚਾਰ ਕਰਨੀ ਹੈ, ਉਹਨਾਂ ਦੇ ਵਿੱਚ ਕਿਸਾਨੀ ਕੋਲ ਦੇ ਵਿੱਚ ਅੱਜ ਦੀ ਮੀਟਿੰਗ ਜਿਹੜੀ ਹੋ ਰਹੀ ਹੈ ਉਹਦਾ ਤਾਂ ਇੰਤਜ਼ਾਰ ਕਰਨਾ ਪਏਗਾ, ਪਰ ਕਿਸਾਨੀ ਕੋਲ ਦੀ ਟਰੈਕਟਰ ਪਰੇਡ ਦੀ ਤਿਆਰੀ, ਉਸ ਤੋਂ ਇਲਾਵਾ IT ਸੈੱਲ ਬਣ ਚੁੱਕਿਆ ਹੈ, ਉਹ ਟੈਕਨੋਲੋਜੀ ਦੀ ਕਿਸਾਨੀ ਅੰਦੋਲਨ ਦੇ ਵਿੱਚ ਕਿਵੇਂ ਮਦਦ ਕਰ ਰਿਹਾ ਉਹਦੇ ਬਾਰੇ ਕਰਾਂਗੇ ਗੱਲਬਾਤ। ਇਹ ਤੋਂ ਇਲਾਵਾ ਕਰੋਨਾ ਵੈਕਸੀਨ ਕੱਲ੍ਹ ਤੋਂ ਭਾਰਤ ਦੇ ਵਿੱਚ ਸ਼ੁਰੂ ਹੋ ਰਿਹਾ ਲੱਗਣਾ, ਤੇ ਕਿੰਨਾ ਨੂੰ ਲੱਗਣਾ ਹੈ ਉਹ ਤਾਂ ਸਾਨੂੰ ਪਤਾ ਹੀ ਹੈ, ਪਰ ਫਿਰ ਵੀ ਇਹ ਕਰੋਨਾ ਵੈਕਸੀਨ ਦੇ ਕੀ ਪ੍ਰਭਾਵ ਤੇ ਕੀ ਸੱਚਮੁੱਚ ਇਹਦਾ ਅਸਰ ਫਾਇਦੇਮੰਦ ਹੈ ਜਾਂ ਨਹੀਂ, ਆਮ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਡਰ ਹੈ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਇਹ ਤੋਂ ਇਲਾਵਾ ਕਰਾਂਗੇ ਗੱਲਬਾਤ ਹੋਰ ਕਿਹੜੇ ਮੁੱਦੇ ਤੇ, ਇਹਦੇ ਲਈ ਬਸ ਥੋੜਾ ਜਿਹਾ ਇੰਤਜ਼ਾਰ। ਪਹਿਲਾਂ ਆਪਣੇ ਮਾਹਿਰ ਮਹਿਮਾਨਾਂ ਦਾ ਸਵਾਗਤ ਕਰਦੇ ਹਾਂ। ਸਾਡੇ ਨਾਲ ਅੱਜ ਸਟੂਡੀਓ 'ਚ ਮੌਜੂਦ ਨੇ ਅਵਤਾਰ ਸਿੰਘ ਸ਼ੇਰਗਿੱਲ ਜੀ ਤੇ ਅੰਮ੍ਰਿਤ ਸ਼ਰਮਾ ਜੀ। ਆਓ ਇਹਨਾਂ ਦਾ ਸਵਾਗਤ ਕਰਦੇ, ਬਹੁਤ ਬਹੁਤ ਸਵਾਗਤ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰੀਏ ਜਾਂ ਵਿਚਾਰਾਂ ਤੇ ਚਰਚਾ ਦਾ ਸਿਲਸਿਲਾ ਸ਼ੁਰੂ ਕਰੀਏ ਤਾਂ ਕਿਸਾਨੀ ਘੋਲ ਦੀ ਗੱਲ ਕਰਨੀ ਹੈ। ਮੀਟਿੰਗ ਅੱਜ ਹੋ ਰਹੀ ਹੈ, ਉਹਦਾ ਕੀ ਨਤੀਜਾ ਨਿਕਲੇਗਾ ਉਹਦੇ ਲਈ ਤਾਂ ਇੰਤਜ਼ਾਰ ਕਰਨਾ ਪਏਗਾ, ਪਰ ਕਿਸਾਨੀ ਕੋਲ ਦੇ ਵਿੱਚ ਇੱਕ ਜਿਹੜੀ ਸੁਪਰੀਮ ਕੋਰਟ ਵੱਲੋਂ ਕਮੇਟੀ ਬਣਾਈ ਗਈ ਉਹਦੇ 'ਚ ਕਮੇਟੀ ਮੈਂਬਰ ਨੇ ਇੱਕ ਨੇ ਅਸਤੀਫਾ ਦਿੱਤਾ ਜਾਂ ਕਹਿੰਦਾ ਆਪਣੇ ਆਪ ਨੂੰ ਕਮੇਟੀ ਤੋਂ ਵੱਖ ਕਰ ਲਿਆ। ਇਹਨਾਂ ਦਾ ਵੱਖ ਹੋਣਾ ਸਿਆਸਤ ਦੇ ਮਾਇਨੇ ਨੇ ਜਾਂ ਕੋਈ ਹੋਰ ਵਜ੍ਹਾ ਹੈ ਇਸ ਦੀ? ਇਹਦੇ ਬਾਰੇ ਅਵਤਾਰ ਜੀ ਤੁਸੀਂ ਦੱਸ ਦਿਓ। ਪਰਮਿੰਦਰ ਜੀ, ਇਸ ਤੋਂ ਪਹਿਲਾਂ ਕਿ ਆਪਾਂ ਪ੍ਰੋਗਰਾਮ ਸ਼ੁਰੂ ਕਰੀਏ, ਮੈਂ ਇੱਕ ਵੱਖਰੀ ਜੀ ਗੱਲ ਸੁਣਾਉਣੀ ਚਾਹੁੰਦਾ ਸੀ। ਅੱਛਾ, ਵੱਖਰੀ ਜੀ? ਜੀ ਜੀ ਜ਼ਰੂਰ। ਅਸੀਂ ਅਖਬਾਰਾਂ ਪੜ੍ਹਦੇ ਹਾਂ ਜਾਂ ਸਾਡੇ ਕੋਲ ਬਹੁਤ ਸਾਰੇ ਵਿਚਾਰ ਆਉਂਦੇ ਜਿਨ੍ਹਾਂ ਤੇ ਅਸੀਂ ਚਰਚਾ ਕਰਦੇ ਹਾਂ। ਅੱਜ ਇੱਕ ਇਹੋ ਜਿਹੀ ਖਬਰ ਮੈਂ ਅਖਬਾਰ ਦੇ ਵਿੱਚ ਦੇਖੀ, ਉਹ ਮੈਨੂੰ ਵੱਖਰੀ ਲੱਗੀ। ਇੱਕ ਛੋਟੀ ਜੀ ਬੱਚੀ ਸੀ, ਛੋਟੀ ਜੀ, ਇੰਨੀ ਛੋਟੀ ਕਿ 2 ਸਾਲ ਦੀ ਵੀ ਨਹੀਂ ਸੀ, 20 ਕੁ ਮਹੀਨਿਆਂ ਦੀ ਬੱਚੀ ਸੀ, ਦਿੱਲੀ ਦੇ ਕਿਸੇ ਦੰਪਤੀ ਦੀ, ਇੱਕੋ ਹੀ ਬੱਚੀ ਸੀ ਉਹਨਾਂ ਦੀ। ਉਹ ਖੇਲਦਿਆਂ ਛੱਤ ਤੋਂ ਡਿੱਗ ਗਈ ਤੇ ਹਸਪੀਟਲਾਈਜ਼ ਕੀਤਾ ਗਿਆ ਉਹਨੂੰ, ਤੇ 3-4 ਦਿਨ ਬਾਅਦ 8 ਜਨਵਰੀ ਦੀ ਸ਼ਾਇਦ ਘਟਨਾ, ਜਦੋਂ ਉਹਦੇ ਸੱਟ ਲੱਗੀ ਸਰ ਗੰਗਾ ਰਾਮ ਹਸਪੀਟਲ ਦੇ ਵਿੱਚ 11 ਤਰੀਕ ਨੂੰ ਉਹਨੂੰ ਡਾਕਟਰਾਂ ਨੇ ਕਿਹਾ ਕਿ ਇਹ ਬ੍ਰੇਨ ਡੈਡ ਹੋ ਗਈ ਹੈ। ਤੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਦੋਂ ਸਾਡੇ ਕਿਸੇ ਬੱਚੇ ਦੀ ਜਾਨ ਚਲੀ ਜਾਵੇ ਤੇ ਮਾਂ-ਬਾਪ ਨੂੰ ਕੁਝ ਨਹੀਂ ਸੋਚਦਾ, ਪਰ ਉਹਨਾਂ ਮਾਂ-ਬਾਪ ਨੇ ਬਹੁਤ ਵੱਡੀ ਦਰਿਆਦਲੀ ਦਾ ਭਰੋਸਾ ਦਿੱਤਾ, ਦਾ ਦਿਖਾਵਾ ਕੀਤਾ, ਵਿਖਾਇਆ ਇਸ ਚੀਜ਼ ਨੂੰ। ਉੱਥੇ ਉਹਨਾਂ ਨੇ ਉਸ ਬੱਚੀ ਦੇ ਜਿਹੜੇ ਜਿੰਨੇ ਵੀ ਚੰਗੇ ਔਰਗਨ ਸੀਗੇ, ਉਹਦੇ ਕੋਰਨੀਆ, ਉਹਦਾ ਹਾਰਟ, ਉਹਦਾ ਲੀਵਰ ਤੇ ਉਹਦੀਆਂ ਕਿਡਨੀਜ਼, ਉਹ ਡੋਨੇਟ ਕੀਤੀਆਂ। ਤੇ ਉਸ ਬੱਚੀ ਦੇ ਉਹ ਜਿਹੜੇ 5 ਅੰਗ ਸੀ ਉਹ 5 ਬੱਚਿਆਂ ਨੂੰ ਦਿੱਤੇ ਗਏ, ਤੇ ਉਹ ਬੱਚੇ ਹੁਣ ਜਿਹੜੇ ਨੇ ਉਹ ਠੀਕ ਹੋ ਗਏ ਨੇ। ਤੁਸੀਂ ਸਮਝ ਸਕਦੇ ਹੋ ਕਿ ਜਿਸ ਬੱਚੇ ਨੂੰ ਕਿਡਨੀਜ਼ ਮਿਲੀਆਂ, ਉਹਦੀਆਂ ਕਿਡਨੀਜ਼ ਨਾਲ ਉਹਦੀ ਲਾਈਫ ਸੇਵ ਹੋ ਗਈ, ਜਿਹਨੂੰ ਹਾਰਟ ਮਿਲਿਆ ਉਹਦਾ ਵੀ ਲਾਈਫ ਸੇਵ ਹੋ ਗਈ, ਜਿਹਨੂੰ ਲੀਵਰ ਮਿਲਿਆ ਉਹਦੀਆਂ ਲੀਵਰਸ ਵੀ, ਤੇ ਜਿਹਨਾਂ ਨੂੰ ਕੋਰਨੀਆ ਮਿਲਿਆ ਉਹਨਾਂ ਦੀਆਂ ਅੱਖਾਂ ਵਾਪਸ ਆ ਗਈਆਂ। ਤੇ ਬਹੁਤ ਮੈਨੂੰ ਇਹ ਉਹਨਾਂ ਮਾਂ-ਬਾਪ ਲਈ ਵੈਸੇ ਬਹੁਤ ਔਖਾ ਕੰਮ ਸੀ, ਕਿਉਂਕਿ ਬੱਚੇ ਦੀ ਜਦੋਂ ਮੌਤ ਹੋ ਜਾਂਦੀ ਸਾਨੂੰ ਇਹ ਚੀਜ਼ਾਂ ਸੁੱਝਦੀਆਂ ਨਹੀਂ, ਪਰ ਤੁਸੀਂ ਇਹ ਵੀ ਦੇਖੋ ਕਿ ਉਸ ਇੱਕ ਜਾਨ ਨੰਨੀ ਚਲੀ ਤਾਂ ਗਈ ਸੀ, ਉਹਨੇ ਤਾਂ ਚਲੀ ਜਾਣਾ ਸੀ, ਪਰ ਉਸ ਤੋਂ ਬਾਅਦ ਉਹ 5 ਹੋਰ ਜਾਨਾਂ ਨੂੰ ਜੀਵਨ ਦੇ ਕੇ ਗਈ ਹੈ। ਤੇ ਇੱਕ ਅਪੀਲ ਵੀ ਆ ਕਿ ਸਾਨੂੰ ਥੋੜ੍ਹਾ ਜਿਹਾ ਸੁਹਿਰਦ ਹੋ ਕੇ ਸੋਚਣਾ ਚਾਹੀਦਾ ਕਿ ਜੇ ਅਸੀਂ ਇੱਦਾਂ ਬਹੁਤ ਸਾਰੀਆਂ ਜਾਨਾਂ ਜਿਹੜੀਆਂ ਆ ਬਚਾ ਸਕਦੇ ਹਾਂ। ਸਮੇਂ 'ਤੇ ਸਮੇਂ ਸਾਡੇ ਡਾਕਟਰ ਜਾਂ ਸਾਡੀਆਂ ਸੰਸਥਾਵਾਂ ਇਹੋ ਜਿਹੀਆਂ ਅਪੀਲਸ ਕਰਦੀਆਂ ਰਹਿੰਦੀਆਂ ਨੇ, ਪਰ ਉਹ ਅਸੀਂ ਪਰਮਾਤਮਾ ਅੱਗੇ ਦੁਆ ਕਰਦੇ ਹਾਂ ਉਸ ਛੋਟੀ ਜਿਹੀ ਬੱਚੀ ਲਈ, ਧਨਿਸ਼ਠਾ ਉਹਦਾ ਨਾਮ ਸੀਗਾ, ਕਿ ਉਹ
ਸਵਰਗ 'ਚ ਜਾਵੇ ਜਾਂ ਉਹਦੀ ਜਿਹੜੀ ਅਗਲੀ ਜ਼ਿੰਦਗੀ ਆਉਣ ਵਾਲੀ ਸਾਨੂੰ ਨਹੀਂ ਪਤਾ ਇਹ ਹੁੰਦਾ ਕਿ ਨਹੀਂ ਹੁੰਦਾ, ਪਰ ਅਸੀਂ ਇੱਕ ਇਹੋ ਜਿਹਾ ਸੋਚਦੇ ਹਾਂ ਕਿ ਉਹਦੇ ਜਿਹੜੇ ਅਗਲੇ ਜਨਮ ਆ ਉਹ ਚੰਗੇ ਹੋਣ। ਪਰ ਉਹ ਬਹੁਤ ਥੋੜ੍ਹੇ ਸਮੇਂ ਲਈ ਇਸ ਧਰਤੀ 'ਤੇ ਰਹੀ, ਪਰ ਬਹੁਤ ਵੱਡਾ ਉਹ ਕੰਮ ਕਰਕੇ ਗਈ। ਜੀ, ਬੜੀ ਸੋਹਣੀ ਤੁਸੀਂ ਜ਼ਿੰਦਗੀ ਦੀ ਮਿਸਾਲ ਦਿੱਤੀ ਹੈ ਤੇ ਸਾਨੂੰ ਲੱਗਦਾ ਹੈ ਕਿ ਸਾਨੂੰ ਸਭ ਨੂੰ ਵੀ ਸੋਚਣਾ ਚਾਹੀਦਾ ਹੈ। ਸਿਰਫ ਕਹਿਣ ਨਾਲ ਗੱਲ ਨਹੀਂ ਬਣਦੀ, ਕੁਝ ਕਰਕੇ ਵੀ ਵਿਖਾਣਾ ਪੈਂਦਾ ਹੈ। ਬਿਲਕੁਲ ਜੀ, ਬਿਲਕੁਲ। ਤੇ ਇਸ ਵੇਲੇ ਅਸੀਂ ਵਿਚਾਰ ਚਰਚਾ ਪ੍ਰੋਗਰਾਮ ਦੇ ਵਿੱਚ ਹਾਂ ਤੇ ਪਹਿਲੀ ਵਿਚਾਰ ਦੀ ਗੱਲ ਕਰੀਏ ਤੇ ਕਿਸਾਨੀ ਕੋਲ ਦੇ ਵਿੱਚ ਜਿਹੜੀ ਸੁਪਰੀਮ ਕੋਰਟ ਨੇ ਕਮੇਟੀ ਬਣਾ ਦਿੱਤੀ ਵਿਚਾਲੇ, ਉਹਦੇ 'ਚੋਂ ਭੁਪਿੰਦਰ ਸਿੰਘ ਮਾਨ ਹੁਣੀ ਟਾਟਾ ਬਾਏ ਬਾਏ ਕਰਕੇ ਨੇ ਜੀ, ਤੇ ਇਹ ਸਾਰਾ ਸਿਲਸਿਲਾ ਤੁਹਾਡੇ ਕੋਲੋਂ ਜਾਨਣਾ ਚਾਹਾਂਗੇ। ਪਰਮਿੰਦਰ ਜੀ, ਜਿੱਦਣ ਇਹ ਕਮੇਟੀ ਬਣਾਈ ਸੀ ਉਦਣ ਤੋਂ ਹੀ ਚਰਚਾ ਹੋਣ ਲੱਗ ਪਈ ਸੀਗੀ ਵੀ ਇਹ ਜਿਹੜੇ ਮੈਂਬਰ ਆ ਇੱਕ ਤਾਂ ਕਿਸਾਨਾਂ ਦੇ ਖਿਲਾਫ ਆ ਤੇ ਕਿਸਾਨਾਂ ਜੇ ਕਾਨੂੰਨ ਬਣਾਏ ਆ ਜਿਹੜੇ ਖੇਤੀ ਕਾਨੂੰਨ ਉਹਨਾਂ ਦੇ ਹਮਾਇਤੀ ਰਹੇ ਆ ਜੀ। ਅਗਲੀ ਗੱਲ ਉਹਦੇ ਵਿੱਚ ਇਹ ਵੀ ਸੀਗੀ ਵੀ ਆਮੂਮਨ ਕੀ ਹੁੰਦਾ ਆ ਜਦੋਂ ਕੋਈ ਸੁਪਰੀਮ ਕੋਰਟ ਅਦਰ ਦੈਨ ਨਿਆਂਪਾਲਿਕਾ ਕਮੇਟੀ ਬਣਾਉਂਦੀ ਆ ਤੇ ਫਿਰ ਉਹਦੇ ਲਈ ਪੈਨਲ ਮੰਗਦੀ ਆ, ਜੀ, ਕੁਛ 4-5 ਬੰਦਿਆਂ ਦੇ ਨਾਂ ਮੰਗਦੀ ਆ ਸਰਕਾਰ ਤੋਂ, ਚਾਹੇ ਆਪ ਦੇ ਕਿਸੇ ਜਿਹੜੀ ਧਿਰ ਆ ਉਹਨਾਂ ਤੋਂ, ਵੀ ਤੁਸੀਂ ਸੁਝਾਅ ਦਿਓ ਅਸੀਂ ਇਹਦੇ ਬਾਰੇ ਕਮੇਟੀ ਬਣਾ ਦਈਏ। ਪਰ ਇਹਦੇ ਵਿੱਚ ਇਦਾਂ ਹੋਇਆ ਨਹੀਂ, ਫਟਾਫਟ ਦੁਪਹਿਰੇ ਸੁਪਰੀਮ ਕੋਰਟ ਨੇ ਰੋਕ ਲਾਤੀ। ਉਸ ਤੋਂ ਬਾਅਦ ਨਾਂ ਚਾਰੇ ਆਏ ਆ, ਚੌਹਾਂ ਦਾ ਨਾਂ ਡਿਕਲੇਅਰ ਕਰਤਾ ਵੀ ਇਸ ਨਾਵਾਂ ਦੇ ਉੱਤੇ ਕਮੇਟੀ ਬਣਾਤੀ ਗਈ ਆ। ਉਹਦੇ ਵਿੱਚ ਇੱਕ ਅਗਵਾਈ ਕਰਨ ਲਈ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਸੀ RM ਲੋਢਾ, ਉਹਨਾਂ ਦਾ ਨਾਮ ਵੀ ਆਇਆ ਸੀ, ਪਰ ਉਹ ਤਾਂ ਉਸੇ ਦਿਨ ਹੀ ਨਾ ਕਰ ਗਏ ਸੀਗੇ। ਇਹਨਾਂ ਚੌਹਾਂ ਦੇ ਵਿੱਚ ਜਦੋਂ 3-4 ਦਿਨ ਲਗਾਤਾਰ ਚਰਚਾ ਹੋਈ ਆ, ਸਿਆਸੀ ਪੱਧਰ ਤੇ ਵੀ ਹੋਈ ਆ, ਨਿਆਂ ਪੱਧਰ ਤੇ ਵੀ ਹੋਈ ਆ, ਹਰੇਕ ਥਾਂ ਤੇ ਇਹਦੀ ਇਹ ਚਰਚਾ ਹੁੰਦੀ ਰਹੀ ਵੀ ਇਹ ਜਿਹੜੇ ਬੰਦੇ ਆ ਸਿਆਸੀ ਪੱਖੀ ਸੀ, ਸਰਕਾਰ ਪੱਖੀ ਸੀਗੇ, ਇਹਨਾਂ ਨੂੰ ਇਸ ਤਰੀਕੇ ਨਾਲ ਕਿੱਦਾਂ ਲੈ ਲਿਆ। ਖੈਰ ਸੁਪਰੀਮ ਕੋਰਟ ਤੇ ਸਵਾਲ ਤਾਂ ਕੋਈ ਉਠਾ ਨਹੀਂ ਸਕਦਾ ਸੀਗਾ, ਪਰ ਚਾਹੀਦਾ ਭੁਪਿੰਦਰ ਸਿੰਘ ਮਾਨ ਨੂੰ ਉਦਣ ਹੀ ਸੀ ਜੇ ਵਾਕਈ ਉਹ ਸੁਹਿਰਦ ਸੀਗੇ, ਜਿਵੇਂ ਕੱਲ ਉਹਨਾਂ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਆਪ ਦੀ ਸੁਹਿਰਦਤਾ ਦਿਖਾਲੀ ਵੀ ਮੈਂ ਕਿਸਾਨਾਂ ਦੇ ਨਾਲ ਖੜਾ ਹੈ ਤਾਂ ਰਹਾਂਗਾ, ਇਸ ਕਰਕੇ ਮੈਂ ਕੋਈ ਵੀ ਆਪਣਾ ਜਿਹੜਾ ਅਹੁਦਾ ਆ ਦਿੱਤਾ ਹੋਇਆ ਉਹਨੂੰ ਸੈਕਰੀਫਾਈਸ ਕਰ ਸਕਦਾ, ਕੁਰਬਾਨ ਕਰ ਸਕਦਾ। ਕਿੱਡੀ ਵੱਡੀ ਮਹਾਨਤਾ ਦਿਖਾਲੀ ਆ ਉਹ ਵੀ 4-5 ਦਿਨ ਬਾਅਦ। ਖੈਰ ਚਲੋ ਉਹ ਨਿਕਲ ਗਏ ਕਮੇਟੀ ਚੋਂ, ਪਰ ਥੋੜਾ ਜਿਹਾ ਮੈਂ ਇਹਨਾਂ ਬਾਰੇ ਦੱਸਣਾ ਚਾਹੁੰਦਾ ਵੀ ਇੱਕ ਆਗੂ ਪੰਜਾਬ ਦੇ ਵਿੱਚ ਵੀ ਸੀ ਜਿਹਦੇ ਉੱਤੇ ਲੇਬਲ ਲੱਗਦਾ ਰਿਹਾ ਵੀ ਇਹ ਸਰਕਾਰੀ ਕਿਸਾਨ ਆਗੂ ਆ, ਜਦੋਂ ਹੁਣ ਤੱਕ ਵੀ ਉਹਨੂੰ ਚੱਲਦੇ ਹੋਏ ਘੋਲ ਦੇ ਵਿੱਚ ਸੰਘਰਸ਼ ਦੇ ਵਿੱਚ ਲਾਗੇ ਨਹੀਂ ਆਉਣ ਦਿੱਤਾ। ਹਜੇ ਤੱਕ ਵੀ ਇੱਕ ਦਿਨ ਆਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹਨੂੰ ਉੱਥੇ ਨੇੜੇ ਢੁੱਕਣ ਨਹੀਂ ਦਿੱਤਾ, ਰੌਲਾ ਪੈ ਗਿਆ। ਨਾਮ ਮੈਂ ਦੱਸਣਾ ਚਾਹੁੰਦਾ, ਉਹ ਥੋੜਾ ਜਿਹਾ ਅੱਗੇ ਜਾ ਕੇ ਦੱਸੂਗਾ। ਉਹਦੇ ਨਾਲ ਦਾ ਹੀ ਜੇ ਕਹਾਂਗੇ ਤਾਂ ਥੋੜਾ ਜਿਹਾ ਪਿਛੋਕੜ ਜਾਈਏ ਤਾਂ 70-80ਵੇਂ ਦਹਾਕਿਆਂ ਦੇ ਵਿੱਚ ਤੇ ਭੁਪਿੰਦਰ ਸਿੰਘ ਮਾਨ ਉਹੀ ਬੰਦਾ ਆ ਜਿਹਨੇ ਭਾਰਤੀ ਕਿਸਾਨ ਯੂਨੀਅਨ ਮੁੱਢਲੇ ਤੌਰ ਤੇ ਸ਼ੁਰੂ ਕੀਤੀ ਸੀ ਔਰ ਕਈ ਸੰਘਰਸ਼ਾਂ ਦੇ ਵਿੱਚ ਸ਼ਾਮਲ ਵੀ ਰਿਹਾ। ਪਰ ਗੱਲ ਉੱਥੇ ਆ ਜਾਂਦੀ, ਤੁਸੀਂ ਨਾਂ ਦਾ ਲਿਆ, ਨਾਂ ਦੇ ਵਿੱਚ ਉਸ ਬੰਦੇ ਨੇ ਵੀ ਸੰਘਰਸ਼ਾਂ 'ਚ ਬਹੁਤ ਹਿੱਸਾ ਲਿਆ, ਸ਼ਾਮਲ ਹੁੰਦਾ ਰਿਹਾ, ਸਰਕਾਰ ਤੋਂ ਗੱਲਾਂ ਕਈ ਮਨਵਾਈਆਂ, ਤੇ ਮੇਰੀ ਮੁਰਾਦ ਅਜਮੇਰ ਸਿੰਘ ਲੱਖੋਵਾਲ ਤੋਂ ਹੁੰਦੀ ਆ ਤੇ ਉਹਦੇ ਨਾਲ ਭੁਪਿੰਦਰ ਸਿੰਘ ਮਾਨ। ਪਰ ਜਦੋਂ ਇਹ ਮੰਗਾਂ ਮਨਵਾਉਣ ਤੋਂ ਤੁਰ ਪੈਂਦੇ ਆ, ਗਾਹਾਂ ਤੋਂ ਗਾਹਾਂ ਜਦੋਂ ਇਹਨਾਂ ਦੀ ਪੈਠ ਬਣ ਜਾਂਦੀ ਆ, ਸਿਆਸੀ ਅਸਰ ਰਸੂਖ ਰੱਖਣ ਲੱਗ ਪੈਂਦੇ ਆ, ਪਾਰਟੀਆਂ ਦੇ ਵਿੱਚ ਇਹਨਾਂ ਦੀ ਸੇਹ ਹੋ ਜਾਂਦੀ ਆ, ਫਿਰ ਇਹ ਆਪਦਾ ਲਾਹਾ ਸੋਚਣ ਲੱਗ ਪੈਂਦੇ ਆ। ਇਹੀ ਲਾਹਾ ਉਹਨਾਂ ਨੇ ਲਿਆ ਸੀ, ਇਹੀ ਲਾਹਾ ਕਾਂਗਰਸ ਪੱਖੋਂ ਇਹਨਾਂ ਨੇ ਲਿਆ ਸੀ ਜਦੋਂ ਰਾਜ ਸਭਾ ਦੀ ਸੀਟ ਲੈ ਲਈ ਸੀ। ਜਦੋਂ ਇਹ ਸਿਆਸਤ ਦੇ ਵਿੱਚ ਵੜ ਗਏ, ਰਾਜ ਸਭਾ ਮੈਂਬਰ ਬਣ ਗਏ, ਫਿਰ ਇਹ ਕਿਸਾਨੀ ਆਧਾਰ ਗਵਾ ਚੁੱਕੇ ਸੀਗੇ, ਕਿਤੇ ਵੀ ਲੱਭਦੇ ਨਹੀਂ ਸੀ ਕਿਸਾਨਾਂ ਦੇ ਵਿੱਚ ਹੁਣ ਤੱਕ ਦੇ ਵਿੱਚ। ਤੇ ਮੈਂ ਤਾਂ ਇਹ ਵੀ ਪੜ੍ਹਿਆ ਵੀ ਜਿਹੜੀਆਂ ਹੁਣ 31-32 ਜਥੇਬੰਦੀਆਂ ਉਹ ਇਹਨਾਂ ਦੇ ਵਿੱਚੋਂ ਹੀ ਟੁੱਟ ਕੇ ਹੁਣ ਤੱਕ ਇੰਨੀਆਂ ਬਣ ਗਈਆਂ, ਉਦੋਂ 1-ਅੱਧੀ ਜਾਂ 2 ਸੀਗੀਆਂ। ਸੋ ਇਹਨਾਂ ਦੀ ਇਸ ਪੱਖ ਨੂੰ ਦੇਖੀਏ ਤਾਂ ਕਾਫੀ ਦੇਣ ਆ ਵੀ ਉਹ ਕਾਫੀ ਖਿੱਲਰ ਗਈਆਂ ਸੀਗੀਆਂ, ਜਥੇਬੰਦੀਆਂ ਇੱਕ ਮੁੱਠ ਨਹੀਂ ਰਹੀਆਂ ਸੀਗੀਆਂ। ਹੁਣ ਵੀ ਜਦੋਂ 2-2.5 ਮਹੀਨੇ ਪੰਜਾਬ 'ਚ ਕਿਸਾਨ ਅੰਦੋਲਨ ਚੱਲਿਆ ਤਾਂ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੀ ਅਗਰ ਮੀਟਿੰਗ ਬੁਲਾਉਂਦੇ ਸੀਗੇ ਤਾਂ ਉੱਥੇ ਵੀ ਇਹ ਸ਼ਖਸ ਹਾਜ਼ਰ ਹੁੰਦਾ ਸੀ। ਭੁਪਿੰਦਰ ਸਿੰਘ ਮਾਨ ਉਸ ਵੇਲੇ ਵੀ ਹਾਜ਼ਰ ਹੁੰਦਾ ਸੀ। ਕਿਉਂਕਿ ਇਹ ਕੈਪਟਨ ਹੋਣਾ ਦਾ ਬਹੁਤ ਨਜ਼ਦੀਕੀ ਆ। ਔਰ ਇਹੀ ਕਾਰਨ ਆ ਵੀ 1-2 ਦਿਨਾਂ ਦੇ ਵਿੱਚ ਜਦੋਂ ਸਿਆਸੀ ਹਮਲੇ ਹੋਣ ਲੱਗ ਪਏ ਸੀਗੇ ਮੁੱਖ ਮੰਤਰੀ ਹੋਣਾ ਤੇ, ਬਈ ਇਹ ਦੇਖੋ ਇਹਨਾਂ ਦੀ ਜਿਹੜੀ ਜੋੜੀ ਉਹ ਜਗਜ਼ਾਰ ਹੋ ਗਈ, ਇਹਨਾਂ ਦੀ ਗੰਢ ਧੁੱਪ ਜਗਜ਼ਾਰ ਹੋ ਗਈ ਆ। ਕੈਪਟਨ ਦਾ ਹੀ ਬੰਦਾ ਜਾ ਕੇ ਉਹਨਾਂ ਨੇ ਉਸ ਕਮੇਟੀ 'ਚ ਬਿਠਾਲਤਾ। ਮਤਲਬ ਕਾਂਗਰਸ ਤੇ BJP ਦੋਨਾਂ ਦਾ ਰਲਗੰਢ ਹੋ ਗਿਆ। ਬਿਲਕੁਲ ਜੀ, ਇਹ ਜਗਜ਼ਾਰ ਉਦਾਂ ਨਹੀਂ ਸੀ ਪਤਾ ਲੱਗਣਾ, ਪਰ ਜਦੋਂ ਸਿਆਸੀ ਆਗੂਆਂ ਦੇ ਬਿਆਨ ਆਉਣ ਲੱਗ ਪਏ, ਸਿਆਸੀ ਹਮਲੇ ਹੋਣ ਲੱਗ ਪਏ, ਫਿਰ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਇਹ ਗੱਲ ਕੋਈ ਕਾਲਾ ਮਾਲਾ ਲੱਗਦਾ ਆ। ਤਾਂ ਫਿਰ ਉਹਦੇ ਵਿੱਚ ਬਿਹਤਰ ਇਹੀ ਸਮਝਿਆ
ਵੀ ਕੈਪਟਨ ਸਾਹਿਬ ਨੇ ਵੀ ਫੋਨ ਕਰਤਾ ਭੁਪਿੰਦਰ ਸਿੰਘ ਉਹਨਾਂ ਨੂੰ ਵੀ ਇਹ ਤੂੰ ਚੰਗਾ ਨਹੀਂ ਕੀਤਾ, ਕਿਉਂਕਿ ਪੰਜਾਬ ਸਰਕਾਰ ਪਹਿਲਾਂ ਹੀ ਇਹਨਾਂ ਕਾਨੂੰਨਾਂ ਨੂੰ ਰੱਦ ਕਰ ਚੁੱਕੀ ਆ। ਉਹ ਕਿਸਾਨਾਂ ਦੇ ਨਾਲ ਹਰ ਪਲ ਤੇ ਖੜੀ ਹੈ ਤੇ ਰਹੇਗੀ, ਇਸ ਕਰਕੇ ਤੇਰਾ ਇਸ ਕਮੇਟੀ ਵਿੱਚ ਬਣਦਾ ਨਹੀਂ ਹੈ। ਜੇ ਆਪਾਂ ਇਹ ਵੀ ਦੇਖੀਏ ਵੀ ਉਹਨਾਂ ਨੇ ਕੈਪਟਨ ਦੇ ਕਹੇ ਲੱਗ ਕੇ ਆਪਣੇ ਆਪ ਨੂੰ ਵੱਖ ਕੀਤਾ ਤਾਂ ਕੋਈ ਦੋ ਰਾਵਾਂ ਨਹੀਂ ਹੋਣਗੀਆਂ। ਹੋ ਸਕਦਾ ਉਹਨਾਂ ਦੇ ਕਹੇ ਵੀ ਲੱਗ ਸਕਦਾ, ਕਿਉਂਕਿ ਪਹਿਲਾਂ ਤੋਂ ਉਹਨਾਂ ਦੇ ਨਾਲ ਚੰਗੀ ਮਿੱਤਰਤਾ ਵੀ ਹੈਗੀ ਆ। ਕਮੇਟੀ ਦੇ ਪਹਿਲੇ ਮੀਟਿੰਗਾਂ 'ਚ ਆਉਂਦੇ ਰਹੇ ਦਾ ਮਤਲਬ ਮੀਟਿੰਗਾਂ ਉਹਨਾਂ ਦੇ ਨਾਲ ਹੋਊ ਤਾਂ ਹੀ ਬੁਲਾਉਂਦੇ ਸੀਗੇ, ਪਰ ਉਹ ਵੀ ਸੁਣਿਆ ਗਿਆ ਵੀ ਉੱਥੇ ਜਦੋਂ ਮੀਟਿੰਗਾਂ 'ਚ ਆਉਂਦੇ ਰਹੇ ਆ ਬਾਕੀ ਜਥੇਬੰਦੀਆਂ ਦੇ ਆਗੂਆਂ ਨੇ ਉਹਨਾਂ ਨੂੰ ਉੱਥੇ ਵੀ ਮੂੰਹ ਨਹੀਂ ਲਾਇਆ ਸੀ। ਪੰਜਾਬ ਸਰਕਾਰ ਦੀ ਮੀਟਿੰਗਾਂ ਦੇ ਵਿੱਚ ਵੀ ਬਾਕੀ ਕਿਸਾਨਾਂ ਨੇ ਉਹਨਾਂ ਦੇ ਨਾਲ ਕੋਈ ਰਾਬਤਾ ਕੋਈ ਗੱਲਬਾਤ ਨਹੀਂ ਕੀਤੀ ਸੀਗੀ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਜਿਵੇਂ ਪਹਿਲੇ ਆਗੂ ਨੂੰ ਲੈ ਕੇ ਸੀ ਨਾ, ਉਹੀ ਗੱਲ ਜਿਹੜੀ ਇਸ ਆਗੂ ਨੂੰ ਲੈ ਕੇ ਵੀ ਸੀ। ਪਹਿਲਾ ਤਜਰਬਾ ਬੋਲਦਾ ਸੀਗਾ। ਇਹੀ ਕਾਰਨ ਆ ਵੀ ਜਿਹੜਾ ਹੁਣ ਤੱਕ ਕਿਸਾਨੀ ਘੋਲ ਸੰਘਰਸ਼ ਜਿਹੜਾ ਸਫਲ ਹੋਇਆ ਉਹ ਸਿਆਸਤ ਤੋਂ ਬਹੁਤ ਦੂਰ ਰਹਿ ਕੇ ਹੋਇਆ। ਜੇ ਅੱਜ ਵੀ ਇਹਨਾਂ ਦੇ ਵਿੱਚ ਸਿਆਸਤ ਕਿਤੇ ਆ ਜਾਵੇ, ਦੇਖੋ ਇਹਨਾਂ ਦੇ ਵਿੱਚੋਂ ਕਈ ਲੀਡਰ ਬਣਨੇ ਆ ਗਾਹਾਂ, ਆਪਾਂ ਇਹ ਨਹੀਂ ਕਹਿ ਸਕਦੇ ਵੀ ਇੱਥੇ ਖਤਮ ਹੋ ਜਾਊਗਾ ਕੰਮ। ਹੋ ਸਕਦਾ ਇਹ ਸੁਖਾਵੇਂ ਮਾਹੌਲ ਦੇ ਵਿੱਚ ਜਿੱਤ ਹੋ ਕੇ ਨਿਬੜੇ, ਕਿਸਾਨ ਜਿੱਤ ਕੇ ਆਉਣ, ਇਹਨਾਂ ਦੀ ਜਿੱਤ ਹੋਵੇ, ਜੋ ਵੀ ਖੇਤੀ ਕਾਨੂੰਨ ਬਣਾਏ ਆ ਉਹ ਰੱਦ ਹੋ ਕੇ ਆਉਣ, ਪਰ ਉਹਦੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹਨਾਂ ਨੂੰ ਕਈ ਲੀਡਰਾਂ ਦੇ ਰੂਪ ਵਿੱਚ ਦੇਖਾਂਗੇ। ਔਰ ਉਹਨਾਂ ਲੀਡਰਾਂ ਦੇ ਵਿੱਚ ਵੀ ਕਈਆਂ ਨੇ ਇਸੇ ਤਰ੍ਹਾਂ ਕੋਈ ਮੈਂਬਰ ਬਣਨਾ ਆ, ਕੋਈ ਚੇਅਰਮੈਨ ਬਣਨਾ ਆ, ਕੋਈ ਕਈ ਤਰ੍ਹਾਂ ਦੇ ਸਿਆਸੀ ਲਾਹਾ ਵੀ ਇਹਨਾਂ ਨੂੰ ਹੁਣ ਵੀ ਦਿੱਤੇ ਜਾਂਦੇ ਹੋਣਗੇ। ਲਾਲਚ ਤਾਂ ਹੁਣ ਵੀ ਦਿੱਤਾ ਜਾਂਦਾ ਰਿਹਾ ਹੋਊਗਾ, ਪਰ ਚੰਗੀ ਗੱਲ ਆ ਵੀ ਜਿਹੜਾ ਉਹ ਕਿਸੇ ਸਿਆਸੀ ਆਗੂ ਦੇ ਮਗਰ ਨਹੀਂ ਲੱਗੇ, ਕਿਸੇ ਸਿਆਸੀ ਪਾਰਟੀ ਦੇ ਮਗਰ ਨਹੀਂ ਲੱਗੇ। ਜਦੋਂ ਹੁਣ ਇਹ ਕਮੇਟੀ ਤਾਂ ਇੱਕ ਮੈਂਬਰ ਜਦੋਂ ਟੁੱਟ ਗਿਆ ਤਾਂ ਇਹਦੇ ਵਿੱਚ ਸਰਕਾਰ ਨੂੰ ਝਟਕਾ ਕਵਾਂਗੇ, ਕਿਉਂਕਿ ਸੁਪਰੀਮ ਕੋਰਟ ਨੇ ਤਾਂ ਬਣਾ ਦਿੱਤੀ ਸੀਗੀ। ਫਿਰ ਵੀ ਇਹਨਾਂ ਨਾਲ ਜਿਹੜਾ ਸਰਕਾਰ ਨੂੰ ਚਾਹੀਦਾ ਸੀਗਾ ਵੀ ਫਟਾਫਟ ਨਾ ਦੇਣ ਨਾਲੋਂ ਉਹ ਕਹਿੰਦੇ ਭਾਈ ਤੁਸੀਂ ਆਪ ਦੇ ਦੇਖੋ, ਨਿਆਂਪਾਲਿਕਾ ਦੀ ਜਦੋਂ ਕਮੇਟੀ ਬਣਾਉਂਦੀ ਨਾ ਸੁਪਰੀਮ ਕੋਰਟ ਆਪ ਦੇ ਜੱਜ ਸਾਬਕਾ ਲੈ ਕੇ ਬਣਾ ਦਿੰਦੀ ਆ, ਉਹ ਪੂਰੇ ਸਹੀ ਮਾਇਨੇ 'ਚ ਖਰੇ ਉਤਰਦੇ ਆ। ਜਦੋਂ ਇਹੋ ਜਿਹੀ ਕਮੇਟੀ ਬਣਦੀ ਆ ਉਹਦੇ ਵਿੱਚ ਤਾਂ ਫਿਰ ਸਰਕਾਰ ਦੇ ਹੀ ਜ਼ਿਆਦਾ ਪੱਖ ਮੰਨਿਆ ਜਾਂਦਾ। ਸੋ ਇਹ ਜਿਹੜਾ ਇਹ ਸਰਕਾਰ ਨੂੰ ਬਹੁਤ ਵੱਡਾ ਝਟਕਾ ਤੇ ਕਿਸਾਨਾਂ ਦੀ ਇੱਕ ਛੋਟੀ ਜਿਹੀ ਜਿੱਤ ਕਹੀ ਜਾ ਸਕਦੀ। ਅਵਤਾਰ ਜੀ, ਬਾਕੀ ਦਾ ਵਿਚਾਰਾਂ ਤੇ ਸਿਲਸਿਲਾ ਆਪਾਂ ਤੁਹਾਡੇ ਵਿਚਾਰ ਤਾਂ ਲੈਣੀ ਹੈ ਤੇ ਅੰਮ੍ਰਿਤ ਜੀ ਵੀ ਸਾਡੇ ਨਾਲ ਨੇ, ਇਹਨਾਂ ਦੇ ਵਿਚਾਰ ਵੀ ਲਵਾਂਗੇ, ਪਰ ਇਸ ਵੇਲੇ ਪ੍ਰੋਗਰਾਮ 'ਚ ਬ੍ਰੇਕ ਦਾ ਵੇਲਾ ਹੈ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ ਹੈ। ਤੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਵਤਾਰ ਜੀ ਵਿਸਥਾਰਤ ਜਾਣਕਾਰੀ ਦੇ ਰਹੇ ਸੀ ਕਿਸਾਨੀ ਘੋਲ ਦੇ ਵਿੱਚ ਜਿਹੜੀ ਸੁਪਰੀਮ ਕੋਰਟ ਵੱਲੋਂ ਕਮੇਟੀ ਬਣਾਈ ਗਈ ਉਹਦੇ 'ਚ ਇੱਕ ਬੰਦਾ ਟਾਟਾ ਬਾਏ ਬਾਏ ਕਰ ਗਿਆ, ਮੈਂ ਇਹੀ ਗੱਲ ਆਖੀ ਸੀ। ਤੇ ਕਿਸਾਨੀ ਘੋਲ ਦੇ ਬਾਰੇ 'ਚ ਜੇ ਗੱਲ ਕਰੀਏ ਤੇ ਅਗਲਾ ਜਿਹੜਾ IT ਸੈੱਲ ਦਾ ਕਾਫੀ ਚਰਚਾ ਹੋ ਰਿਹਾ ਹੈ ਕਿ ਇਸ ਅੰਦੋਲਨ ਨੂੰ ਸਫਲ ਬਣਾਉਣ ਦੇ ਪਿੱਛੇ IT ਸੈੱਲ ਬੜਾ ਮਹੱਤਵਪੂਰਨ ਰੋਲ ਅਦਾ ਕਰ ਰਿਹਾ ਹੈ। ਇਹਦੇ ਬਾਰੇ ਅਮਰਿਤ ਜੀ ਤੁਸੀਂ ਦੱਸ ਦਿਓ। ਇਸ ਤੋਂ ਪਹਿਲਾਂ ਕਿ ਆਪਾਂ IT ਸੈੱਲ ਦੀ ਗੱਲ ਕਰੀਏ, ਉਸ ਬੰਦੇ ਦੀ ਟਾਟਾ ਬਾਏ ਬਾਏ ਤੇ ਸ਼ੇਰਗਿੱਲ ਸਾਹਿਬ ਨੇ ਬੜੇ ਚੰਗੇ ਤਰੀਕੇ ਨਾਲ ਦੱਸਿਆ। ਬਿਲਕੁਲ ਉਸ ਬੰਦੇ ਦਾ ਤੇ ਇੱਕ ਹੋਰ ਜਿਹੜੇ ਇਹਨਾਂ ਨੇ ਆਗੂ ਦੀ ਗੱਲ ਕੀਤੀ ਹੈ, ਇਹ ਉਹ ਲੋਕ ਨੇ ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਕਿ ਜਦੋਂ ਅਸੀਂ ਤੁਰਦੇ ਹਾਂ ਉਦੋਂ ਸਾਡਾ ਨਿਸ਼ਾਨਾ ਕੁਝ ਹੋਰ ਹੁੰਦਾ। ਜਿੱਦਾਂ ਕਿ ਸਾਡੇ ਇੱਕ ਧਾਰਮਿਕ ਇੱਕ ਗੱਲ ਕਹੀ ਜਾਂਦੀ ਹੈ ਕਿ ਤਾ ਮੰਜ਼ਿलें ਥੀ ਰਾਸਤੇ ਮੇਂ, ਹਾਂ ਮਗਰ ਮੰਜ਼ਿਲ ਨਾ ਥੀ। ਅਸੀਂ ਜਿੱਥੇ ਜਾਣਾ ਸੀਗਾ ਉਹ ਮੰਜ਼ਿਲ ਤੱਕ ਤਾਂ ਨਹੀਂ ਪਹੁੰਚੇ, ਪਰ ਛੋਟੀਆਂ ਸਾਨੂੰ ਸਫਲਤਾਵਾਂ ਜ਼ਰੂਰ ਮਿਲ ਜਾਂਦੀਆਂ। ਅਸੀਂ ਲੀਡਰਾਂ ਦੇ ਨਾਲ ਘੁੰਮਣ ਲੱਗ ਜਾਂਦੇ ਹਾਂ ਤੇ ਸਾਡੀ ਲੀਡਰੀ ਚਮਕ ਜਾਂਦੀ ਹੈ, ਫਿਰ ਸਾਨੂੰ ਕੁਝ ਨਾ ਕੁਝ ਮਿਲ ਜਾਂਦਾ, ਚਾਹੇ ਉਹ ਗੱਡੀ ਮਿਲ ਜਾਏ, ਚਾਹੇ ਉਹ ਚੇਅਰਮੈਨ ਹੀ ਮਿਲ ਜਾਏ, ਚਾਹੇ ਉਹ ਕਿਤੇ ਨਾ ਕਿਤੇ ਮਾਇਕ ਸਹਾਇਤਾ ਮਿਲ ਜਾਏ ਤੇ ਲੋਕਾਂ 'ਚ ਰੁਤਬਾ ਮਿਲ ਜਾਏ। ਤੇ ਜੇ ਅਸੀਂ ਥੋੜ੍ਹਾ ਉਹਦੇ ਲਈ ਹੋਰ ਮਿਹਨਤ ਕਰਦੇ ਰਹੀਏ ਤਾਂ ਫਿਰ ਰਾਜ ਸਭਾ ਦੀ ਮੈਂਬਰੀ ਮਿਲ ਜਾਂਦੀ। ਅਸੀਂ ਇਸ ਸਿਸਟਮ ਦੇ ਵਿੱਚ, ਇਸ ਭਾਰਤ ਦੇਸ਼ ਦੇ ਵਿੱਚ ਦੇਖਦੇ ਹਾਂ ਕਿ ਰਾਜ ਸਭਾ ਦੀ ਮੈਂਬਰੀ ਬਹੁਤੇ ਕਰਕੇ ਇਹੋ ਜਿਹੇ ਬੰਦਿਆਂ ਨੂੰ ਮਿਲਦੀ ਆ ਜਿਨ੍ਹਾਂ ਨੇ ਜੋੜ ਤੋੜ ਲਾਇਆ ਹੁੰਦਾ। ਤੇ ਇਹਨਾਂ ਨੇ, ਹਾਲਾਂਕਿ ਇਹਨਾਂ ਦੇ ਕੰਮ ਤੋਂ ਆਪਾਂ ਮੁਨਕਰ ਨਹੀਂ ਹੁੰਦੇ, ਇਹਨਾਂ ਨੇ ਬਹੁਤ ਚੰਗੇ ਕੰਮ ਕੀਤੇ ਕਿਸਾਨੀ ਘੋਲ ਦੇ ਵਿੱਚ, ਪਰ ਗੱਲ ਉਹੀ ਹੋਈ ਵੀ ਆਪਾਂ ਉਸ ਮੰਜ਼ਿਲ ਤੱਕ ਨਹੀਂ ਪਹੁੰਚੇ ਜਿੱਥੇ ਪਹੁੰਚਣਾ ਸੀ। ਤੇ ਫਿਰ ਰਸਤੇ ਦੇ ਵਿੱਚ ਜਿਹੜੀਆਂ ਮੰਜ਼ਿਲਾਂ ਆਈਆਂ, ਚਾਹੇ ਉਹ ਰਾਜ ਸਭਾ ਦੀ ਮੈਂਬਰੀ ਸੀ ਤੇ ਚਾਹੇ ਉਹ ਸਰਕਾਰ ਦੀਆਂ ਗੱਡੀਆਂ ਝੂਟਣ ਦੀ ਸੀ, ਉਹ ਤਾਂ ਅਸੀਂ ਝੂਟਦੇ ਰਹੇ। ਪਰ ਹੁਣ ਇਹਨਾਂ ਨੂੰ ਟਾਟਾ ਬਾਏ ਬਾਏ ਕਿਉਂ ਕਰਨੀ ਪਈ? ਉਹਦੇ ਪਿੱਛੇ ਪੰਜਾਬ ਸਰਕਾਰ ਦੀ ਸ਼ਕਤੀ ਵੀ ਹੈਗੀ ਆ ਤੇ ਕਿਤੇ ਨਾ ਕਿਤੇ ਲੋਕਾਂ ਦਾ ਦਬਾਅ ਵੀ ਆ। ਕਿਉਂਕਿ ਸਰਕਾਰ, ਜਦੋਂ ਅਸੀਂ ਗੱਲ ਕਰਦੇ ਸੀ ਉਸ ਦਿਨ ਅਸੀਂ ਇਸੇ ਪ੍ਰੋਗਰਾਮ ਦੇ ਵਿੱਚ ਕਿ ਸੁਪਰੀਮ ਕੋਰਟ ਨੇ ਹਾਲੇ ਬੰਦਿਆਂ ਦੇ ਨਾਂ ਹੀ ਲਏ ਸੀ ਤੇ ਸੋਸ਼ਲ ਮੀਡੀਆ ਭਰ ਗਿਆ ਸੀ ਕਿ ਬੰਦੇ ਕੌਣ ਨੇ। ਹੁਣ ਤੁਸੀਂ ਇਹਨਾਂ ਚੀਜ਼ਾਂ ਨੂੰ ਹਾਈਡ ਨਹੀਂ ਕਰ ਸਕਦੇ। ਸਾਡਾ ਅਗਲਾ ਸਵਾਲ ਵੀ ਇਹੀ ਆ ਕਿ IT ਸੈੱਲ ਕੀ ਕਰ ਰਿਹਾ ਤੇ ਕਿਉਂ ਕਰ ਰਿਹਾ ਤੇ ਉਹਦੀ ਸਫਲਤਾ ਦੇ ਕਾਰਨ ਕੀ ਨੇ। ਤੇ ਜਦੋਂ ਅੱਧੇ ਘੰਟੇ ਬਾਅਦ ਹੀ ਸਾਰੇ ਸੋਸ਼ਲ ਮੀਡੀਆ ਤੇ ਪਤਾ ਲੱਗ ਗਿਆ ਕਿ ਇਹ ਬੰਦੇ ਕੌਣ ਨੇ, ਕਿੱਥੋਂ ਆਏ ਨੇ, ਕੀ ਕਰ ਰਹੇ ਨੇ, ਤੇ ਜ਼ਾਹਿਰ ਆ ਕਿ ਉਹਨਾਂ ਲੋਕਾਂ ਨੂੰ ਫੋਨ ਕਾਲਸ ਵੀ ਆਈਆਂ ਹੋਣੀਆਂ ਤੇ ਬਹੁਤ ਸਾਰੇ ਉਹਨਾਂ ਦੇ ਆਪਣੇ ਲੋਕਾਂ ਨੇ ਵੀ ਕਿਹਾ ਹੋਣਾ ਕਿ ਤੁਸੀਂ ਕਿਉਂ ਆ। ਇਸੇ ਕਰਕੇ ਜਸਟਿਸ ਲੋਢਾ ਜੀ ਨੇ ਵੀ ਉਹ ਤੋਂ ਇਨਕਾਰ ਕੀਤਾ। ਉਸ ਤੋਂ ਪਹਿਲਾਂ ਇੱਕ ਹੋਰ ਜਸਟਿਸ ਦਾ ਵੀ ਨਾਮ ਆ ਰਿਹਾ ਸੀ, ਉਹਨਾਂ ਨੇ ਵੀ ਇਨਕਾਰ ਕੀਤਾ ਸੀ, ਪਰ ਉਹਨਾਂ ਨੇ ਹਾਲਾਂਕਿ ਵਜ੍ਹਾ ਇਹ ਦੱਸੀ ਸੀ ਕਿ ਮੈਂ ਹਿੰਦੀ ਭਾਸ਼ੀ ਨਹੀਂ ਆ, ਮੈਨੂੰ ਹਿੰਦੀ ਜਿਹੜੀ ਆ ਨਹੀਂ ਆਉਂਦੀ ਤੇ ਮੈਂ ਇਹਨਾਂ ਨਾਲ ਗੱਲ ਕਰਨ ਦੇ ਮੈਂ ਸક્ષਮ ਨਹੀਂ ਹੈਗਾ। ਪਰ ਗੱਲ ਫਿਰ ਉੱਥੇ ਦੀ ਉੱਥੇ ਆ ਕਿ ਲੋਕਾਂ ਦਾ ਜਿਹੜਾ ਦਬਾਅ ਆ ਉਹ ਬਹੁਤ ਜ਼ਿਆਦਾ ਵੱਧ ਰਿਹਾ। ਜ਼ਰੂਰੀ ਨਹੀਂ ਆ ਕਿ ਕਮੇਟੀ ਦੇ ਵਿੱਚੋਂ ਬਾਕੀ ਬੰਦੇ ਵੀ ਛੱਡ ਜਾਣ, ਹੋ ਸਕਦਾ ਉਹਨਾਂ ਦੀਆਂ ਸਿਆਸੀ ਮਜਬੂਰੀਆਂ ਹੋਣ, ਪਰ ਇਹਨਾਂ ਨੇ ਉਸ ਦਬਾਅ ਨੂੰ ਝੱਲਿਆ
ਤੇ ਉਸ ਦਬਾਅ ਨੂੰ ਮੰਨਿਆ ਤੇ ਉਸ ਕਮੇਟੀ ਦੇ ਵਿੱਚੋਂ ਵੱਖਰੇ ਹੋਣ ਦਾ ਫੈਸਲਾ ਕੀਤਾ। ਇਹ ਚੰਗੀ ਗੱਲ ਆ। ਤੁਸੀਂ ਅਗਲਾ ਸਵਾਲ ਜਿਹੜਾ ਦੱਸਿਆ ਉਹਦਾ IT ਸੈੱਲ ਦਾ, ਤੇ ਪਿਛਲੇ 10 ਸਾਲਾਂ 'ਚੋਂ ਅਸੀਂ ਦੇਖਿਆ ਕਿ ਜਦੋਂ ਦੀ IT ਸਾਡੇ ਆਮ ਜ਼ਿੰਦਗੀ 'ਚ ਸ਼ਾਮਲ ਹੋਈ ਆ, ਤੇ ਜਿਹੜੀ ਵੀ ਚੀਜ਼ ਸਾਡੀ ਜ਼ਿੰਦਗੀ 'ਚ ਸ਼ਾਮਲ ਆ ਪੋਲਿਟਿਕਸ ਦੇ ਵਿੱਚ ਵੀ ਕਿਤੇ ਨਾ ਕਿਤੇ ਆਈ ਜਾਣੀ ਆ। ਤੇ ਅਸੀਂ ਗੱਲ ਕਰਾਂਗੇ ਦਿੱਲੀ ਸਰਕਾਰ ਜਿਹੜੀ ਬਣੀ ਆ ਉਹ ਇਹੋ ਜਿਹੇ IT ਸੈੱਲ ਦੇ ਵਜ੍ਹਾ ਨਾਲ ਹੀ ਬਣੀ ਆ। ਜਦੋਂ ਨਿਰਭਇਆ ਕਾਂਡ ਹੋਇਆ ਸੀ ਤੇ ਉਦੋਂ ਤੋਂ ਪਹਿਲਾਂ ਜਦੋਂ ਅੰਨਾ ਹਜ਼ਾਰੇ ਵਾਲਾ ਅੰਦੋਲਨ ਸੀ, ਉਦੋਂ ਇਹ ਇਸ ਸਾਰੇ ਮੁਲਕ ਦੇ ਵਿੱਚ ਇਸ IT ਸੈੱਲ ਦੀ ਵਜ੍ਹਾ ਨਾਲ ਹੀ ਉਹ ਛਾ ਗਏ ਸੀ। ਉਹ ਤੋਂ ਬਾਅਦ ਹੀ ਆਮ ਆਦਮੀ ਪਾਰਟੀ ਬਣੀ ਆ ਤੇ ਉਹਨਾਂ ਨੇ ਇਸ ਚੀਜ਼ ਨੂੰ ਦੇਖਿਆ ਕਿ WhatsApp ਨੂੰ ਜਾਂ Facebook ਨੂੰ ਤੇ ਬਾਕੀ ਸਾਰੀਆਂ ਚੀਜ਼ਾਂ ਨੂੰ ਅਸੀਂ ਕਿੱਦਾਂ ਵਰਤ ਸਕਦੇ ਹਾਂ ਆਪਣੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਣ ਲਈ। ਕਦੇ ਅਸੀਂ ਪੈਂਫਲੇਟ ਵੰਡਦੇ ਸੀ, ਪੋਸਟਰ ਲਾਉਂਦੇ ਸੀ, ਕੰਧਾਂ ਤੇ ਲਿਖਦੇ ਸੀ, ਉਸ ਤੋਂ ਪਹਿਲਾਂ ਬਰੱਸ਼ ਤੇ ਕਲਮ ਨਾਲ, ਪਰ ਹੁਣ ਜਿਹੜੀ ਹਰ ਚੀਜ਼ ਤੁਹਾਡੇ ਜੇਬ 'ਚ ਪਹੁੰਚ ਜਾਂਦੀ ਆ। ਆਪਾਂ ਕੱਲ੍ਹ ਵੀ WhatsApp ਦੀ ਗੱਲ ਕਰਦਿਆਂ ਗੱਲ ਕੀਤੀ ਸੀ ਕਿ ਤੁਹਾਡੇ ਕੋਲ ਹਰ ਚੀਜ਼ ਜਿਹੜੀ ਆ ਇੰਸਟੈਂਟ ਅਵੇਲੇਬਲ ਆ, ਤੇ ਤੁਸੀਂ ਉਸ ਜਾਣਕਾਰੀ ਨੂੰ ਅੱਗੇ 10 ਬੰਦਿਆਂ ਨੂੰ ਭੇਜਣ ਲੱਗੇ ਵੀ ਗੁਰੇਜ਼ ਨਹੀਂ ਕਰਦੇ ਜਦੋਂ ਤੁਹਾਨੂੰ ਲੱਗੇ ਕਿ ਉਹ ਠੀਕ ਆ, ਬਸ਼ਰਤੇ ਆ ਕਿ ਤੁਹਾਡੀ ਇਹ ਠੀਕ ਸਮਝਣ ਦੀ ਜਿਹੜੀ ਉਹ ਵਜ੍ਹਾ ਆ ਉਹ ਆਪਣੀ ਆ। ਤੇ ਇਸੇ ਤਰ੍ਹਾਂ ਇਸ ਅੰਦੋਲਨ ਨੂੰ ਫੇਲ ਕਰਨ ਲਈ ਸਰਕਾਰ ਨੇ ਬਹੁਤ ਸਾਰੀਆਂ ਚੀਜ਼ਾਂ ਵਰਤੀਆਂ। ਤੇ ਜਿਹੜੇ ਤੁਸੀਂ IT ਸੈੱਲ ਦੀ ਗੱਲ ਕਰਦੇ ਆ, ਉੱਥੋਂ ਦੇ ਗੁਰਦਾਸਪੁਰ ਤੋਂ ਨੇ, ਉਹ ਕਿਸੇ ਕਿਸਾਨ ਯੂਨੀਅਨ ਦੇ ਮੈਂਬਰ, ਉਹਨਾਂ ਨੇ ਦੱਸਿਆ ਕਿ ਜਦੋਂ ਸਾਡੇ ਕੋਲ ਇਹੋ ਜਿਹੀਆਂ ਵੀਡੀਓਜ਼ ਆਈਆਂ ਜਿਹਦੇ ਵਿੱਚ ਇਸ ਅੰਦੋਲਨ ਦੇ ਗਲਤ ਪੱਖ ਉਭਾਰੇ ਗਏ, ਤੇ ਫਿਰ ਸਾਨੂੰ ਲੱਗਾ ਕਿ ਸਾਨੂੰ ਵੀ ਆਪਣਾ IT ਸੈੱਲ ਬਣਾਉਣਾ ਪਵੇਗਾ। ਤੇ ਹੁਣ ਉਹਨਾਂ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮਝਦਿਆਂ ਹੋਇਆਂ ਇੱਕ ਪ੍ਰੋਫੈਸ਼ਨਲਸ ਦੀ ਟੀਮ ਉੱਥੇ ਰੱਖੀ ਆ, ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਹੁਣ ਤੱਕ ਇਹਦੇ ਲਈ ਲੱਖਾਂ ਰੁਪਏ ਖਰਚੇ ਨੇ, ਵੈਬੀਨਾਰਸ ਕਰਵਾਏ ਨੇ, ਤੇ ਉਹਨਾਂ ਨੇ ਇਹਦਾ ਸਰਵਰ ਵੀ ਦੇਸ਼ ਤੋਂ ਬਾਹਰ ਸੈੱਟ ਕੀਤਾ ਤਾਂ ਕਿ ਜੇ ਸਰਕਾਰ ਇਹਨੂੰ ਬੰਦ ਵੀ ਕਰੇ ਤੇ ਉਹ ਜਿਹੜਾ ਆ ਬੰਦ ਨਾ ਹੋਵੇ। ਤੇ ਉਹ ਉਹਨਾਂ ਦੇ ਟਵਿੱਟਰਸ ਦੇ ਉੱਤੇ ਵੀ ਅਟੈਕ ਕਰਦੇ ਨੇ ਜਦੋਂ ਸਰਕਾਰ ਨਾਲ ਜਿਵੇਂ ਜਿਵੇਂ ਉਹਨਾਂ ਨੂੰ ਮੁਸ਼ਕਲਾਂ ਆਉਂਦੀਆਂ ਨੇ ਉਵੇਂ ਉਵੇਂ ਉਹ ਆਪਣਾ ਪੱਖ ਉਹਦੇ ਸਾਹਮਣੇ ਰੱਖ ਸਕਦੇ ਨੇ। ਅਸੀਂ ਉਹਦੇ ਲਈ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਇੱਕ ਮੇਰਾ ਖਿਆਲ ਆ ਕਿ ਦੁਨੀਆ ਦਾ ਪਹਿਲਾ ਅੰਦੋਲਨ ਹੋਣਾ ਜਿੱਥੇ ਅਖਬਾਰ ਵੀ ਛਪਦੀ ਆ, ਲਾਇਬ੍ਰੇਰੀਜ਼ ਵੀ ਬਣੀਆਂ ਹੋਈਆਂ ਨੇ, ਤੇ IT ਸੈੱਲ ਹੋਣਾ ਕੋਈ ਵੱਡੀ ਗੱਲ ਨਹੀਂ ਸੀ, ਬਹੁਤ ਜ਼ਰੂਰੀ ਸੀ, ਤੇ ਉਹਨਾਂ ਨੇ ਬਹੁਤ ਬਾਖੂਬੀ ਇਹਨੂੰ ਨਿਭਾਇਆ ਤੇ ਬਹੁਤ ਚੰਗੇ ਤਰੀਕੇ ਨਾਲ ਕਿਸਾਨ ਉਹਦੇ ਤੇ ਲੱਗੇ ਹੋਏ ਨੇ। ਮਤਲਬ ਕਿ ਟੈਕਨੋਲੋਜੀ ਦੀ ਸਹੀ ਵਰਤੋਂ ਸਹੀ ਸਮੇਂ ਤੇ ਕਰ ਰਹੇ ਨੇ, ਹਨਾ? ਬਿਲਕੁਲ। ਤੇ ਪਰਮਿੰਦਰ ਜੀ, ਟੈਕਨੋਲੋਜੀ ਦੇ ਅਨੁਸਾਰ ਔਰ ਅਨੁਕੂਲ ਚੱਲਣਾ ਸਮੇਂ ਦੀ ਬਹੁਤ ਵੱਡੀ ਮੰਗ ਆ, ਨਹੀਂ ਤਾਂ ਫਿਰ ਬਹੁਤ ਪਛੜ ਜਾਵਾਂਗੇ। ਇਹ ਅੰਦੋਲਨ ਦਾ ਸਫਲ ਹੋਣ ਦਾ ਕਾਰਨ ਵੀ ਇੱਕ ਬਹੁਤ ਵੱਡਾ ਇਹੀ ਆ, ਨਹੀਂ ਤਾਂ ਉਹਨਾਂ ਨੇ ਤਾਂ ਹਰੇਕ ਥਾਂ ਤੇ ਮਾਰਨ ਦੀ, ਦਬਾਉਣ ਦੀ, ਕੱਟਣ ਦੀ ਕੋਸ਼ਿਸ਼ ਕੀਤੀ ਆ। ਪਰ ਜੇ ਇਹਨਾਂ ਨੇ ਇਸ ਤਰੀਕੇ ਨਾਲ ਲੈ ਕੇ ਜਦੋਂ ਟੈਕਨੋਲੋਜੀ ਦੇ ਬਰਾਬਰ ਟੈਕਨੋਲੋਜੀ ਬਣਾ ਕੇ ਟੱਕਰ ਦੇਣੀ ਸ਼ੁਰੂ ਕੀਤੀ, ਫਿਰ ਉਹਨਾਂ ਨੂੰ ਲੱਗਾ ਵੀ ਹਾਂ ਵੀ ਇਹ ਹੁਣ ਸਾਡੇ ਬਰਾਬਰ ਤੇ ਆ ਗਏ ਆ। ਕਿਉਂਕਿ ਜੇ ਆਪਾਂ 2014 ਦੀਆਂ ਚੋਣਾਂ ਦੇਖਦੇ ਹਾਂ ਔਰ 2019 ਦੀਆਂ ਚੋਣਾਂ ਜੇ ਲੋਕ ਸਭਾ ਦੀਆਂ ਦੇਖਦੇ ਹਾਂ, ਤੇ ਉਹਦੇ ਵਿੱਚ ਸੋਸ਼ਲ ਮੀਡੀਆ ਦਾ ਔਰ ਇਹੋ ਜਿਹੇ IT ਸੈੱਲ ਦਾ ਬਹੁਤ ਵੱਡਾ ਰੋਲ ਰਿਹਾ, ਜਿਹਦੇ ਵਿੱਚ ਇੱਕ ਬਹੁਤ ਵੱਡਾ ਆਗੂ ਸੀਗਾ ਜਿਹਨੂੰ ਪੂਰੇ ਦੇ ਪੂਰੇ ਸਟੇਟ ਦੀ ਕਮਾਨ ਸੰਭਾਲਦੀ ਦਿੱਤੀ ਜਾਂਦੀ ਸੀ, ਪ੍ਰਸ਼ਾਂਤ ਕਿਸ਼ੋਰ ਉਹਨਾਂ ਦਾ ਨਾਂ ਆ, ਜਿਹਨੇ ਕਿ ਇਹੋ ਜਿਹਾ ਰੋਲ ਨਿਭਾਇਆ ਕਿ ਕਿਸੇ ਦੇ ਸਰਕਾਰ ਇਹੋ ਜਿਹੀ ਬਣਾਤੀ ਵੀ ਜਿੱਥੇ ਕੋਈ ਆਸ ਹੀ ਨਹੀਂ ਸੀ ਕਿ ਇਹ ਬਣੂਗੀ ਕਿ ਨਹੀਂ ਬਣੂਗੀ। ਉਹ ਵੀ IT ਸੈੱਲ ਦੇ ਸਿਰ ਦੇ ਉੱਤੇ ਸੀਗਾ। ਲੋਕ ਸਭਾ ਦੇ ਵਿੱਚ ਜੇ ਕਿਸੇ ਨੇ ਵਰਤਣੀ ਚਾਹੀ ਤਾਂ ਵੀ ਉਹਨੂੰ ਉਸ ਤਰੀਕੇ ਨਾਲ ਵਰਤ ਕੇ, ਚਾਹੇ ਉਹਨੇ ਪੈਸਾ ਬਹੁਤ ਲਿਆ, ਪਰ ਉਹਦੇ ਵਿੱਚ ਜੇ ਟੈਕਨੋਲੋਜੀ ਵਰਤਣੀ ਆ ਤਾਂ ਪੈਸਾ ਤਾਂ ਲੱਗੂਗਾ ਹੀ। ਤੇ ਉਹਨੂੰ ਵੀ ਉਹ ਘੁੰਮਣ ਘੇਰੀ ਐਸੀ ਘੁਮਾਈ ਵੀ ਉਹ ਪਤਾ ਨਹੀਂ ਲੱਗਣ ਦਿੱਤਾ ਵੀ ਸਰਕਾਰ ਕਿਹੜੇ ਵੇਲੇ ਬਣ ਗਈ। ਸੋ ਇਹ ਜਿਹੜੀ ਟੈਕਨੋਲੋਜੀ ਦੇ ਅਨੁਕੂਲ ਹੋ ਕੇ ਚੱਲਣਾ ਸਮੇਂ ਦੀ ਲੋੜ ਆ, ਸਮੇਂ ਦੀ ਮੰਗ ਆ। ਇਸ ਗੱਲ ਦੀ ਬਹੁਤ ਤਸੱਲੀ ਆ, ਪਿੰਡਾਂ ਵਾਲੇ ਕਿਸਾਨ ਜਿਹੜੇ ਆ, ਪਿੰਡਾਂ 'ਚ ਉੱਠੇ ਆ, ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਵੀ ਟੈਕਨੋਲੋਜੀ ਵੀ ਕੋਈ ਚੀਜ਼ ਹੁੰਦੀ ਆ, ਉਹ ਮੋਦੀ ਸਾਹਿਬ ਨੇ ਦਿਖਾਲ ਦਿੱਤੀ। ਦੇਖਣ ਲਈ ਮਜਬੂਰ ਹੋਣਾ ਪਿਆ ਕਹਿ ਲਓ, ਚਾਹੇ ਦਿਖਾਲ ਦਿੱਤੀ, ਪਰ ਉਹਨਾਂ ਨੂੰ ਉਸ ਟਾਕਰੇ ਦੇ ਬਣਾ ਦਿੱਤਾ ਵੀ ਅਸੀਂ ਵੀ ਜੇ ਪਿੰਡਾਂ ਵਿੱਚ ਰਹਿੰਦੇ ਹਾਂ ਤਾਂ ਅਸੀਂ ਅਨਪੜ੍ਹ ਨਹੀਂ ਹੈਗੇ, ਅਸੀਂ ਵੀ ਇਹੋ ਜਿਹੀ ਟੈਕਨੋਲੋਜੀ ਨੂੰ ਯੂਜ਼ ਕਰ ਸਕਦੇ ਹਾਂ, ਵਰਤ ਸਕਦੇ ਹਾਂ ਸਰਕਾਰ ਦੇ ਨਾਲ ਮੱਥਾ ਡਾਉਣ ਲਈ। ਸੋ ਇਹਨਾਂ ਦੀ ਜਿਹੜੀ ਆ ਇਸ ਵੇਲੇ ਟੈਕਨੋਲੋਜੀ ਇੰਨੀ ਹਾਈਫਾਈ ਆ ਵੀ ਜੇ ਉਹਨਾਂ ਨੇ ਕੋਈ ਕਿਤੇ ਵੀ ਲੱਗਦਾ ਤੇ ਸਾਡੇ ਖਿਲਾਫ ਕੂੜ ਪ੍ਰਚਾਰ ਹੋ ਰਿਹਾ ਤੇ ਉੱਥੇ ਫਟਾਫਟ ਉਹਦਾ ਜਵਾਬ ਦਿੱਤਾ ਜਾਂਦਾ, ਉਹਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਉਹਦੀ ਸ਼ਿਕਾਇਤ, ਕਿਉਂਕਿ ਅੱਜ ਕੱਲ੍ਹ ਇਹ ਬਹੁਤ ਮੋਨੀਟਰਿੰਗ ਕੀਤੀ ਜਾ ਰਹੀ ਹੈ, ਸਾਰੇ ਮੋਨੀਟਰਿੰਗ ਕੀਤੀ ਜਾ ਰਹੀ ਹੈ ਸਾਰੇ ਪਾਸੇ ਵੀ ਕੋਈ ਇਹੋ ਜਿਹੀ ਫਿਰਕੂ ਭਾਵਨਾ ਵਾਲੀ ਜਾਂ ਨਫ਼ਰਤ ਵਾਲੀ ਜਾਂ ਕਿਸੇ ਦੇ ਖਿਲਾਫ ਪਾਈ ਨਾ ਜਾਵੇ। ਇੱਥੋਂ ਤੱਕ ਟਰੰਪ ਦਾ ਵੀ ਦੇਖੋ ਅਕਾਊਂਟ ਕਈਆਂ ਨੇ ਬੰਦ ਕਰਤਾ। ਅਮਰੀਕਾ ਦਾ ਰਾਸ਼ਟਰਪਤੀ, ਉਹਨਾਂ ਦੇ ਆਪਣੇ ਹੀ ਸੈੱਲ ਆ ਉੱਥੋਂ ਦੇ, ਆਪਣਾ ਹੀ ਉਹਨਾਂ ਦੇ ਹੈੱਡਕੁਆਟਰ ਆ ਦੇਸ਼ ਦੇ ਵਿੱਚ ਲਈ। ਸੋ ਇਹਨਾਂ ਦੀ ਜਿਹੜੀ ਮੋਨੀਟਰਿੰਗ ਬਹੁਤ ਵਧੀਆ ਹੋ ਰਹੀ ਸੀ ਤੇ ਉਹਨਾਂ ਨੂੰ ਇਹ ਸਾਰਾ ਕੁਝ ਦੇਖ ਕੇ ਜਦੋਂ ਕਿਤੇ ਲੱਗਦਾ ਤੇ ਉਹਦੀ ਕੰਪਲੇਂਟ ਵੀ ਪਾਈ ਜਾਂਦੀ ਆ, ਉਹਨੂੰ ਉਸ ਕੰਟੈਂਟ ਨੂੰ ਰਿਮੂਵ ਵੀ ਕਰਾਇਆ ਜਾਂਦਾ ਆ ਤਾਂ ਕਿ ਸਾਡੇ ਖਿਲਾਫ ਇਹੋ ਜਿਹੀ ਗਲਤ ਪ੍ਰਚਾਰ ਨਾ ਜਾਵੇ, ਕੂੜ ਪ੍ਰਚਾਰ ਨਾ ਜਾਵੇ, ਭਰਮ ਨਾ ਫੈਲਿਆ ਜਾਵੇ, ਫਿਰਕੂ ਸਦਭਾਵਨਾ ਬਣੀ ਰਵੇ। ਜੀ, ਤੇ ਵੈਸੇ ਮੈਨੂੰ ਲੱਗਦਾ ਹੈ ਕਿ ਕਿਸਾਨ ਅੰਦੋਲਨ ਦੀ ਅਗਵਾਈ ਕਰਨ ਵਾਲੇ ਲੋਕ ਵੀ ਜਿਹੜੇ ਨੇ ਨਾ ਬੜੇ ਦਮਦਾਰ ਨੇ, ਤੇ ਇਸੇ ਕਰਕੇ ਕੱਲ ਰਾਜੇਵਾਲ ਉਹਨਾਂ ਨੇ ਖੁੱਲ੍ਹਾ ਖੱਤ ਜਾਰੀ ਕਰਕੇ ਜਿਹੜੀ ਗੱਲ ਆਖੀ ਹੈ ਉਹ ਅੰਮ੍ਰਿਤ ਜੀ ਸ਼ੁਰੂ ਤੁਸੀਂ ਕਰ। ਦੇਖੋ ਜੀ, 21ਵੀਂ ਸਦੀ ਦਾ ਅੰਦੋਲਨ ਆ, ਤੇ ਜ਼ਰੂਰੀ ਨਹੀਂ ਆ ਕਿ ਹੁਣ ਅਸੀਂ ਸੜਕ ਤੇ ਬੈਠੇ ਹਾਂ ਤੇ ਸਾਨੂੰ ਪਤਾ ਹੀ ਨਹੀਂ। ਜੋ ਸਰਕਾਰ ਕਰ ਰਹੀ ਹੈ ਉਹਦਾ ਹਰ ਹੀਲੇ ਅਸੀਂ ਟਾਕਰਾ ਕਰ ਰਹੇ ਹਾਂ, ਚਾਹੇ ਉਹ ਟੈਕਨੋਲੋਜੀ ਹੋਵੇ ਤੇ ਚਾਹੇ ਉਹ ਕੋਈ ਹੋਰ ਗੱਲ ਹੋਵੇ। ਸਰਕਾਰ ਨਾਲ ਲੋਕ ਲੜਨ ਲਈ ਵੀ ਤਿਆਰ ਨੇ, ਪਰ ਇਸੇ ਗੱਲ ਨੂੰ ਰਾਜੇਵਾਲ ਸਾਹਿਬ ਨੇ ਕੱਲ ਆਪਣੀ ਚਿੱਠੀ ਰਾਹੀਂ ਦੱਸਿਆ ਕਿ ਸਾਡਾ ਜਿਹੜਾ ਅੰਦੋਲਨ ਆ ਇਹਦੇ ਬਹੁਤ ਪੜਾਅ ਨੇ।
ਇਹਦੇ ਵਿੱਚ ਸਾਡਾ ਸਰਕਾਰ ਨਾਲ ਟਕਰਾਅ ਨਹੀਂ ਆ। ਅਸੀਂ ਸਿਰਫ ਔਰ ਸਿਰਫ ਆਪਣਾ ਵਿਰੋਧ ਜਿਹੜਾ ਆ ਸ਼ਾਂਤੀਮਈ ਤਰੀਕੇ ਨਾਲ ਦਰਸਾਉਣਾ ਹੈ ਜੀ। ਇਸੇ ਹੀ ਗੱਲ ਹੋਈ, ਉਹਦੇ ਲਈ ਉਹਨਾਂ ਨੂੰ ਕਹਿਣਾ ਪਿਆ, ਕਿਉਂਕਿ ਕੱਲ੍ਹ ਦੇ ਅਸੀਂ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ ਕਿ ਬਹੁਤ ਸਾਰੇ ਲੋਕਾਂ ਨੇ ਸਮਝ ਲਿਆ ਸੀ ਕਿ 26 ਜਨਵਰੀ ਨੂੰ ਇੱਕ ਲੜਾਈ ਹੋਣੀ ਹੈ। ਉਹਨਾਂ ਨੂੰ ਲੱਗਦਾ ਸੀ ਕਿ ਜਿੱਦਾਂ ਅਸੀਂ ਪੰਜਾਬ ਦੇ ਬਾਰਡਰ ਤੋਂ ਗਏ ਸੀ ਹਰਿਆਣੇ ਵੱਲ ਨੂੰ ਤੇ ਸਾਨੂੰ ਬੈਰੀਕੇਡ ਤੋੜਨੇ ਪਏ ਸੀ, ਸ਼ਾਇਦ ਉੱਥੇ ਸਾਨੂੰ ਦਿੱਲੀ ਨਾਲ ਵੀ ਇਹੋ ਜਿਹੇ ਦੋ ਹੱਥ ਕਰਨੇ ਪੈਣਗੇ। ਪਰ ਰਾਜੇਵਾਲ ਸਾਹਿਬ ਨੇ ਵੀ ਤੇ ਹੋਰ ਵੱਖਰੇ ਲੀਡਰਾਂ ਨੇ ਵੱਖਰੇ ਚੈਨਲ ਤੇ, ਸਾਡੇ ਚੈਨਲ ਤੇ ਵੀ ਤੇ ਹੋਰ ਚੈਨਲਾਂ ਤੇ ਵੀ ਉਹਨਾਂ ਨੇ ਬਹੁਤ ਸਾਫ਼ ਸ਼ਬਦਾਂ 'ਚ ਇਹ ਗੱਲ ਕਹੀ ਹੈ ਕਿ ਇਹ ਕੋਈ ਅੰਦੋਲਨ ਦਾ ਅੰਤ ਨਹੀਂ ਆ, ਕੋਈ ਇਹ ਲੀਕ ਲਾ ਕੇ ਲੜਾਈ ਨਹੀਂ ਆਪਾਂ ਲੜਨੀ, ਸਿਰਫ ਔਰ ਸਿਰਫ ਇੱਕ ਵਿਰੋਧ ਦਰਸਾਉਣਾ ਆ ਸਰਕਾਰ ਨੂੰ, ਜਿਹੜੀ ਸਾਡੀ ਸਰਕਾਰ ਸਾਡੇ ਦਬਾਅ ਨੂੰ ਝੱਲਦੀ ਪਈ ਆ। ਹਾਲੇ ਤੱਕ ਉੱਥੇ ਉਹਨਾਂ ਨੇ ਗੋਡੇ ਨਹੀਂ ਟੇਕੇ। ਅਸੀਂ ਇਸ ਦਬਾਅ ਨੂੰ ਸਿਰਫ ਵਧਾਉਣ ਲਈ ਕੰਮ ਕਰਨਾ ਆ, ਨਾ ਕਿ ਸਾਡੀ ਕੋਈ ਲੜਾਈ ਆ। ਇਹੋ ਜਿਹੀ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਅਸੀਂ ਟਰੈਕਟਰ ਜ਼ਰੂਰ ਸੱਦੇ ਨੇ, ਟਰੈਕਟਰ ਮੰਗਾਏ ਵੀ ਨੇ, ਪਰ ਉਹ ਟਰੈਕਟਰ ਜਿਹੜੇ ਆ ਉਹ ਕਿਸੇ ਯੁੱਧ ਦਾ ਹਿੱਸਾ ਨਹੀਂ ਨੇ, ਕਿਸੇ ਲੜਾਈ ਦੇ ਸਾਧਨ ਨਹੀਂ ਹੈ। ਕੱਲ੍ਹ ਵੀ ਅਸੀਂ ਇਸ ਪ੍ਰੋਗਰਾਮ 'ਚ ਗੱਲ ਕੀਤੀ ਸੀ ਤੇ ਇਹੋ ਜਿਹੀ ਜਿਹੜੀ ਸਾਰੀ ਚਿੱਠੀ ਰਾਜੇਵਾਲ ਸਾਹਿਬ ਨੇ ਦੱਸਿਆ ਕਿ ਅੰਦੋਲਨ ਦੇ ਹੋਰ ਬਹੁਤ ਪੜਾਅ ਨੇ। ਉਹਨਾਂ ਨੇ ਕਿਹਾ ਕਿ 26 ਜਨਵਰੀ ਦੀ ਗੱਲ ਨਹੀਂ ਹੈਗੀ, ਸ਼ਾਇਦ ਅਸੀਂ ਹੋਲੀ ਜਾਂ ਵਿਸਾਖੀ ਤੱਕ ਵੀ ਇੱਥੇ ਰਵਾਂਗੇ। ਟਕੈਤ ਜੀ ਨਾਲ ਬਿਆਨ ਨੇ ਦੱਸਿਆ ਕਿ ਜਦੋਂ ਚੋਣਾਂ 5 ਸਾਲ ਹੁੰਦੀਆਂ, ਸਰਕਾਰ 5 ਸਾਲ ਲੜਦੀ ਹੈ ਤੇ ਅੰਦੋਲਨ ਵੀ 5 ਸਾਲ ਚੱਲ ਸਕਦਾ। ਸੋ ਉਹ ਸਿਰਫ ਔਰ ਸਿਰਫ ਆਪਣਾ ਵਿਰੋਧ ਦਿਖਾਉਣ ਦਾ ਤਰੀਕਾ ਆ ਤੇ ਆਪਣੇ ਸ਼ਾਂਤੀਮਈ ਵਿਰੋਧ। ਮੈਂ ਪਹਿਲਾਂ ਵੀ ਇਸ ਪ੍ਰੋਗਰਾਮ 'ਚ ਗੱਲ ਕੀਤੀ ਹੈ, ਬਹੁਤ ਸਾਰੇ ਲੀਡਰਾਂ ਨੇ ਵੀ ਇਹ ਕਿਹਾ ਕਿ ਸਰਕਾਰ ਜਦੋਂ ਵੀ ਭੈ ਮੰਨਦੀ ਹੈ, ਸ਼ਾਂਤੀਮਈ ਅੰਦੋਲਨ ਤੋਂ ਭੈ ਮੰਨਦੀ ਹੈ, ਕਿਉਂਕਿ ਸਰਕਾਰ ਨਾਲ ਜੇ ਤੁਸੀਂ ਤਾਕਤ ਨਾਲ ਲੜੋਗੇ ਤੇ ਉਹ ਬਹੁਤ ਵੱਡੇ ਨੇ ਤੁਹਾਡੇ ਤਾਕਤ ਤੇ ਨਾਲੇ ਲੜਾਈ ਕਿਸ ਗੱਲ ਦੀ? ਹਿੰਸਾ ਕਿਸੇ ਮਸਲੇ ਦਾ ਹੱਲ ਨਹੀਂ। ਹਿੰਸਾ ਤੇ ਆਪਣੇ ਆਪ ਵਿੱਚ ਇੱਕ ਨਵਾਂ ਮਸਲਾ ਖੜਾ ਕਰੇਗਾ ਤੇ ਉੱਥੇ ਸਿਰਫ ਔਰ ਸਿਰਫ ਆਪਣਾ ਵਿਰੋਧ ਦਰਸਾਉਣਾ ਆ, ਤਾਂ ਜੋ ਸਰਕਾਰ ਨੂੰ ਲੱਗੇ ਕਿ ਇਹ ਬੰਦੇ ਸਹੀ ਗੱਲ ਕਹਿ ਰਹੇ ਨੇ ਤੇ ਉਸ ਗੱਲ ਨੂੰ ਆਪਾਂ ਵਿਚਾਰਾਂ ਨਾਲ ਟੱਕਰਾ ਦੇਣਾ। ਤੇ ਵਿਚਾਰਾਂ ਨਾਲ ਟੱਕਰਾ ਅਸੀਂ ਦੱਸ ਚੁੱਕੇ ਹਾਂ ਕਿ ਜਿੰਨੀਆਂ ਵੀ ਮੀਟਿੰਗਸ ਹੋਈਆਂ, ਜਿੰਨੇ ਵੀ ਉਹਨਾਂ ਦੇ IAS ਹੁੰਦੇ ਨੇ, IPS ਹੁੰਦੇ ਨੇ, ਸੈਕਟਰੀ ਨੇ, ਅੰਡਰ ਸੈਕਟਰੀ ਨੇ ਜਾਂ ਮਿਨਿਸਟਰ ਨੇ, ਉਹ ਚੁੱਪ ਹੋ ਜਾਂਦੇ ਨੇ। ਉਹਨਾਂ ਕੋਲ ਇਹਨਾਂ ਦੀ ਗੱਲ ਦਾ ਕੋਈ ਜਵਾਬ ਨਹੀਂ ਹੁੰਦਾ। ਫਿਰ ਉਹ ਕਦੀ ਫੋਨ ਕਰਦੇ ਨੇ ਤੇ ਕਦੀ ਉੱਠ ਕੇ ਚਲੇ ਜਾਂਦੇ ਨੇ। ਤੇ ਸੋ ਜਿਹੜੀ ਲੜਾਈ ਆ ਉਹ ਵਿਚਾਰਾਂ ਦੀ ਆ। ਸਾਡੇ ਵਿਚਾਰ ਠੀਕ ਨੇ, ਉਹਨਾਂ ਦੇ ਵਿਚਾਰ ਸਾਨੂੰ ਨਹੀਂ ਠੀਕ ਲੱਗ ਰਹੇ, ਉਹ ਉਹਨਾਂ ਨੂੰ ਸਮਝਾਉਣਾ ਹੈ, ਇਸ ਗੱਲ ਨਾਲ ਲੜਾਈ ਨਹੀਂ ਕਰਨੀ ਜੀ। ਤੇ ਅਵਤਾਰ ਜੀ, ਤੁਹਾਡੇ ਵੱਲ ਆਈਏ ਤੇ ਇੱਕ ਆਗੂ ਦਾ ਇਹ ਵੀ ਕਹਿਣਾ ਸੀ ਕਿ ਜਿਹੜਾ ਖਾਲਿਸਤਾਨ ਦੀ ਮੰਗ ਕਰਨ ਵਾਲਾ ਜਾਂ ਪਾਕਿਸਤਾਨ ਦੀ ਮੰਗ ਕਰਨ ਵਾਲਾ, ਉਹ ਇਸ ਅੰਦੋਲਨ ਨਾਲ ਨਾ ਜੁੜੇ। ਇਹ ਕਿਸ ਆਗੂ ਨੇ ਕਹੀ? ਤੇ ਮੈਨੂੰ ਲੱਗਦਾ ਹੈ ਕਿ ਗੱਲਾਂ ਦੇ ਵਿੱਚ ਉਹਦਾ ਜਵਾਬ ਵੀ ਮਿਲ ਜਾਏਗਾ ਤੁਹਾਡੇ ਕੋਲੋਂ। ਕੀ ਇਹ ਸੱਚਮੁੱਚ ਜੋ ਕਹਿ ਰਹੇ ਨੇ ਉਹ ਕਰਕੇ ਦਿਖਾਉਣਗੇ? ਇਹ ਆਗੂ ਹੋਰ ਕੋਈ ਨਹੀਂ, ਬਲਵੀਰ ਸਿੰਘ ਰਾਜੇਵਾਲ ਹੀ ਨੇ ਜਿਨ੍ਹਾਂ ਨੇ ਇਹ ਕਿਹਾ ਔਰ ਕਹਿਣਾ ਪਿਆ। ਕਾਰਨ ਇਹ ਆ ਕਿ ਸਰਕਾਰ ਬਹੁਤ ਬਰੀਕੀ ਨਾਲ ਹਰੇਕ ਚੀਜ਼ ਇਹਨਾਂ ਦੇ ਵਿੱਚੋਂ ਲੱਭਦੀ ਫਿਰਦੀ ਆ ਜੀ। ਉਹਨਾਂ ਦੀਆਂ ਏਜੰਸੀਆਂ, ਇਹਨਾਂ ਦੀਆਂ ਕਮਜ਼ੋਰੀਆਂ, ਇਹਨਾਂ ਦੇ ਵਿੱਚ ਵੜੇ ਹੋਏ ਲੋਕਾਂ, ਇਹਨਾਂ ਦੇ ਵਿੱਚ ਵੜੇ ਹੋਏ ਗਲਤ ਅਨਸਰਾਂ ਜਾਂ ਹੋਰ ਕਈ ਤਰੀਕੇ ਇਹੋ ਜਿਹੇ ਭਾਲਦੀ ਆ ਜਿਹਦੇ ਨਾਲ ਵੀ ਇਸ ਅੰਦੋਲਨ ਨੂੰ ਠੁੱਸ ਕੀਤਾ ਜਾਵੇ। ਇਹਨਾਂ ਦੇ ਉੱਤੇ ਕਿਸੇ ਤਰੀਕੇ ਨਾਲ ਪ੍ਰੈਸ਼ਰ ਪਾ ਕੇ ਜਾਂ ਕੋਰਟ ਰਾਹੀਂ ਜਾਂ ਆਪਣੀ ਏਜੰਸੀਆਂ ਰਾਹੀਂ। ਸੋ ਉਹਨਾਂ ਦਾ ਜਿਹੜਾ ਇਹ ਕਹਿਣਾ, ਚਾਹੇ ਉਹਦੀ ਇਸ ਵੇਲੇ ਪੂਰੇ ਸੋਸ਼ਲ ਮੀਡੀਆ ਤੇ ਆਲੋਚਨਾ ਹੋ ਰਹੀ ਆ ਰਾਜੇਵਾਲ ਹੋਣਾ ਦੀ, ਉਹਨੇ ਇਦਾਂ ਕਿਉਂ ਕਿਹਾ, ਪਰ ਉਹਨੂੰ ਕਹਿਣ ਲਈ ਮਜਬੂਰ ਹੋਣਾ ਪਿਆ ਕਿਉਂਕਿ ਸਰਕਾਰ ਦੇ ਹਰ ਗੱਲ ਦੇ ਵਿੱਚ ਤੁਸੀਂ ਦੇਖੋ ਵੀ ਚਾਹੇ ਕੋਈ ਭਾਜਪਾ ਦਾ ਛੋਟਾ ਲੀਡਰ ਆ ਤੇ ਚਾਹੇ ਕੋਈ ਮੰਤਰੀ ਆ, ਉਹ ਪਹਿਲਾਂ ਸ਼ੁਰੂ ਤੋਂ ਹੀ ਖਾਲਿਸਤਾਨੀ ਨਕਸਲੀ, ਅਰਬਨ ਨਕਸਲੀ ਕਾਮਰੇਡ ਕਹਿੰਦਾ ਆ ਰਿਹਾ ਸੀਗਾ। ਹੁਣ ਗੱਲ ਉਹ ਅਦਾਲਤ ਵਿੱਚ ਵੀ ਚਲ ਗਈ ਹੈ ਜਦੋਂ ਇਹਨਾਂ ਦੇ ਸੋਲੀਸਿਟਰ ਜਨਰਲ ਨੇ ਕਿਹਾ ਵੀ ਇਹ ਤਾਂ ਖਾਲਿਸਤਾਨੀਆਂ ਨੇ ਕਬਜ਼ਾ ਕਰ ਲਿਆ, ਇਹਨਾਂ ਦੇ ਵਿੱਚ ਘੁਸਪੈਠ ਕਰ ਲਈ ਆ। ਉਸ ਗੱਲ ਨੂੰ ਠੀਕ ਆ, ਸਾਡਾ ਮਨਸ਼ਾ ਜਿਹੜੀ ਸਾਡੀ ਮਨਸ਼ਾ ਆ ਉਹ ਆਪਣੀ ਆਉਣ ਵਾਲੀ ਨਸਲ ਨੂੰ ਬਚਾਉਣ ਲਈ ਆ, ਸਾਡੀ ਪੰਜਾਬ ਦੀ ਜ਼ਮੀਨ ਨੂੰ ਬਚਾਉਣ ਲਈ ਆ, ਨਾ ਕਿ ਅਸੀਂ ਸਰਕਾਰ ਨਾਲ ਟੱਕਰ ਲੈਣ ਦੀ ਆ। ਸੋ ਇਸ ਗੱਲ ਨੂੰ ਮੁੱਖ ਰੱਖ ਕੇ ਉਹਨਾਂ ਨੇ ਸਪੈਸ਼ਲੀ ਇਹ ਸੱਦਾ ਜਿਹੜਾ ਦਿੱਤਾ ਆ ਬਈ ਇਹ ਚੀਜ਼ ਇੱਥੇ ਨਹੀਂ ਹੋਣੀ ਚਾਹੀਦੀ ਆ, ਇਹਨਾਂ ਦਾ ਇਸ ਨਾਲ ਕੋਈ ਸੰਬੰਧ ਨਹੀਂ ਹੈਗਾ ਆ, ਸਾਡਾ ਮਸਲਾ ਸਿਰਫ ਤੇ ਸਿਰਫ ਕਿਸਾਨੀ ਨਾਲ ਆ ਜੀ। ਤੇ ਆਪਾਂ ਵਿਚਾਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਵੇਲਾ ਹੈ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ। ਤੇ ਵਿਚਾਰਾਂ ਦੇ ਸਿਲਸਿਲੇ ਵੱਲ ਮੁੜੀਏ ਤੇ ਅੰਮ੍ਰਿਤ ਜੀ ਤੁਹਾਡੇ ਵੱਲ ਆਨੇ ਆ ਕਿ ਜਿਹੜੇ ਕਿਸਾਨੀ ਘੋਲ ਦੇ ਵਿੱਚ ਮਦਦ ਕਰ ਰਹੇ ਨੇ ਉਹਨਾਂ ਦੇ ਖਿਲਾਫ ਕੌਮੀ ਜਾਂਚ ਏਜੰਸੀ ਭਲਾ ਕੀ ਕਰ ਰਹੀ ਹੈ? ਪਰਮਿੰਦਰ ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਕਿਸਾਨੀ ਘੋਲ ਦੇ ਵਿੱਚ ਹੁਣ ਕੋਈ ਸ਼ਾਇਦ ਹੀ ਕੋਈ ਸ਼ੈ ਬਚੀ ਹੋਊਗੀ ਜਾਂ ਕੋਈ ਇਹੋ ਜਿਹੀ ਜਥੇਬੰਦੀ ਜਾਂ ਕੋਈ ਇਹੋ ਜਿਹੇ ਲੋਕ ਬਚੇ ਹੋਣਗੇ ਜਿਹੜੇ ਕਿਸਾਨਾਂ ਦੇ ਨਾਲ ਨਹੀਂ ਤੁਰੇ। ਪਰ ਅਸੀਂ ਬਹੁਤ ਵਾਰ ਇਸੇ ਪਲੇਟਫਾਰਮ ਤੋਂ, ਇਸੇ ਪ੍ਰੋਗਰਾਮ 'ਚ ਗੱਲ ਕਰਦੇ ਹਾਂ ਕਿ ਸਰਕਾਰ ਵੀ ਹਰ ਹੀਲਾ ਵਰਤ ਰਹੀ ਹੈ। ਅਸੀਂ ਬਹੁਤ ਸ਼ੁਰੂ 'ਚ ਦੇਖਿਆ ਸੀ ਜਿੱਦਣ ਸਿੰਗਰਸ ਨੇ, ਗਾਇਕਾਂ ਨੇ ਆਪਣਾ ਇੱਕ ਪ੍ਰੋਗਰਾਮ ਲਿਖਿਆ ਸੀ ਤੇ ਅਗਲੇ ਦਿਨ ਅਖਬਾਰਾਂ 'ਚ ਰੌਲਾ ਸੀਗਾ ਕਿ ਗਾਇਕਾਂ ਨੂੰ ਇਨਕਮ ਟੈਕਸ ਦੀਆਂ ਚਿੱਠੀਆਂ ਆ ਗਈਆਂ। ਉਸ ਤੋਂ ਬਾਅਦ ਵੀ ਅਸੀਂ ਵੱਖਰੇ ਟਾਈਮਾਂ 'ਤੇ ਇਹੋ ਜਿਹਾ ਬਹੁਤ ਕੁਝ ਹੁੰਦਾ ਦੇਖਿਆ। ਜਦੋਂ ਰੇਲਵੇ ਨੂੰ ਰੋਕਿਆ ਸੀ ਤੇ ਉਸ ਤੋਂ ਬਾਅਦ ਰੇਲਵੇ ਨੇ ਉਹਨਾਂ ਹੀ ਟ੍ਰੇਨਾਂ ਨੂੰ ਚਲਾਉਣ ਲਈ ਬੜੇ ਨਖਰੇ ਦਿਖਾਏ ਤੇ ਕਿੰਨਾ ਟਾਈਮ ਜਿਹੜਾ ਸੀ ਉਹ ਖਰਾਬ ਕੀਤਾ। ਇਹੋ ਜਿਹੇ ਅਸੀਂ ਯੂਰੀਆ ਦੀ ਸਪਲਾਈ ਦੇ ਵੇਲੇ ਵੀ ਸਰਕਾਰ ਦੀਆਂ ਜਿਹੜੀਆਂ ਚੀਜ਼ਾਂ ਸੀ ਸਾਹਮਣੇ ਆਈਆਂ। ਸਰਕਾਰ ਦੀਆਂ ਮੀਟਿੰਗਾਂ ਦੇ ਵਿੱਚ ਵੀ ਜਿਹੜਾ ਸਰਕਾਰ ਦਾ ਰਵੱਈਆ ਸੀ ਉਹ ਸਾਹਮਣੇ ਆਉਂਦਾ ਹੈ। ਬੀਜੇਪੀ ਦੇ ਲੀਡਰਾਂ ਦਾ ਬੋਲਣਾ ਵੀ ਅੰਦੋਲਨ ਨੂੰ ਕਿਹੋ ਜਿਹੀ ਦਸ਼ਾ ਪ੍ਰਦਾਨ ਕਰਦਾ ਆ ਉਹ ਵੀ ਤੁਹਾਡੇ ਸਾਹਮਣੇ ਆ।
ਹੁਣ ਇਹਦੇ ਅਸੀਂ ਪਿਛਲੇ ਸਵਾਲ 'ਚ ਗੱਲ ਕਰਦੇ ਸੀ ਕਿ ਰਾਜੇਵਾਲ ਸਾਹਿਬ ਨੂੰ ਇਹੋ ਜਿਹੀਆਂ ਗੱਲਾਂ ਕਰਨੀਆਂ ਪਈਆਂ ਕਿ ਜੇ ਕੋਈ ਦੇਸ਼ ਦੀ ਵੱਖਰੀ ਗੱਲ ਕਰਨੀ ਆ ਤੇ ਉਹ ਕਿਤੇ ਹੋਰ ਜਾ ਕੇ ਕਰ ਲਓ, ਸਾਡੇ ਅੰਦੋਲਨ 'ਚ ਨਾ ਕਰੋ। ਹਾਲਾਂਕਿ ਮੈਂ ਇਸ ਗੱਲ ਨਾਲ ਥੋੜ੍ਹਾ ਜਿਹਾ ਹੋਰ ਤਰੀਕੇ ਨਾਲ ਵੀ ਸਹਿਮਤ ਹੋ ਸਕਦਾ ਮੇਰੇ ਵਿਚਾਰ ਕਿਸੇ ਹੋਰ ਪੱਖ ਦੇ ਹੋਣ, ਮੈਂ ਸੱਜੇ ਪੱਖੀ ਜਾਂ ਖੱਬੇ ਪੱਖੀ ਨਾ ਹੋਵਾਂ। ਰਹਿੰਦਾ ਤਾਂ ਮੈਂ ਪੰਜਾਬ 'ਚ ਆ, ਕਰਦਾ ਤਾਂ ਮੈਂ ਕਿਸਾਨੀ ਆ। ਜੇ ਇੰਡੀਪੈਂਡੈਂਸ ਦਾ ਅਧਿਕਾਰ, ਜੇ ਵਿਚਾਰਾਂ ਦੀ ਸੁਤੰਤਰਤਾ ਬਾਕੀ ਮੁਲਕ ਦੇ ਲੋਕਾਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਵੀ ਹੋ ਸਕਦੀ ਹੈ। ਇਸ ਵੇਲੇ ਮਸਲਾ ਸਿਰਫ ਇਹਨਾਂ 4 ਕਾਨੂੰਨਾਂ ਨਾਲ ਜੁੜਿਆ ਹੋਇਆ। ਜੇ ਮੈਂ ਖਾਲਿਸਤਾਨ ਦੇ ਵਿਚਾਰ ਵੀ ਕੁਝ ਬੰਦੇ ਰੱਖਦੇ ਹੋਣਗੇ, ਮੈਂ ਉਹਦੀ ਪ੍ਰੋੜਤਾ ਨਹੀਂ ਕਰਦਾ, ਪਰ ਤੁਸੀਂ ਸਿਰਫ ਉਹਨਾਂ ਗੱਲਾਂ ਨੂੰ ਹੀ ਲੈ ਕੇ ਪੰਜਾਬ ਦੇ ਕਾਨੂੰਨਾਂ ਨੂੰ ਕਿਉਂ ਤੋੜ ਰਹੇ ਆ? ਗੱਲ ਤੇ ਕਿਤੇ ਹੋਰ ਹੋ ਰਹੀ ਆ। ਗੱਲ ਤੇ ਇੱਥੇ ਖੜੀ ਆ ਕਿ ਆਹ 3 ਕਾਨੂੰਨ ਜਿਹੜੇ ਨੇ ਉਹ ਲੋਕਾਂ ਦੇ ਹਿੱਤ 'ਚ ਨੇ ਜਾਂ ਲੋਕਾਂ ਦੇ ਖਿਲਾਫ ਨੇ। ਤੁਸੀਂ ਉਹਦੇ ਵਿੱਚ ਹੋਰ ਹੀ ਗੱਲਾਂ ਸੁਣਾਈ ਜਾਂਦੇ ਆ। ਕੋਈ ਨੈਕਸਲਾਈਟ ਆ, ਕੋਈ ਮਾਓਵਾਦੀ ਆ, ਕੋਈ ਖਾਲਿਸਤਾਨੀ ਆ, ਕੋਈ ਫਲਾਨਾ ਆ, ਕੋਈ ਧਮਕਾਨਾ ਆ, ਕੋਈ ਅੱਤਵਾਦੀ ਆ। ਸੁਪਰੀਮ ਕੋਰਟ ਨੇ ਬੜੇ ਸਾਫ਼ ਸ਼ਬਦਾਂ 'ਚ ਕਿਹਾ ਕਿ ਤੁਸੀਂ ਜੇ ਤੁਹਾਨੂੰ ਕੋਈ ਬੰਦਾ ਗਲਤ ਲੱਗਦਾ ਤੇ ਉਹਨੂੰ ਫੜ ਲਓ। ਸੁਪਰੀਮ ਕੋਰਟ ਨੇ ਬਹੁਤ ਸਾਫ਼ ਲਫ਼ਜ਼ਾਂ 'ਚ ਕਿਹਾ ਕਿ ਜੇ ਤੁਹਾਨੂੰ ਕੋਈ ਗਲਤ ਆਨਸਰ ਲੱਗਦਾ ਤੇ ਫੜ ਲਓ, ਪਰ ਉਹਦੀ ਆੜ ਦੇ ਵਿੱਚ ਕਿਸੇ ਪੋਸਟਰ ਨੂੰ ਲੈ ਕੇ ਤੁਸੀਂ ਸਾਰੇ ਦੇ ਸਾਰੇ ਅੰਦੋਲਨ ਨੂੰ ਖਾਲਿਸਤਾਨੀ ਨਾ ਕਹੋ। ਪਰ ਸਾਡੇ ਜਿਹੜੇ ਲੀਡਰ ਨੇ ਉਹਨਾਂ ਦੀ ਜਿਹੜੀ ਸਮਝ ਆ ਉਹ ਬਿਲਕੁਲ ਠੀਕ ਆ ਕਿ ਇੱਥੇ ਅਸੀਂ ਜਿਹੜੀ ਗੱਲ ਕਰਨੀ ਆ ਸਿਰਫ ਕਿਸਾਨੀ ਅੰਦੋਲਨ ਦੀ ਕਰੀਏ, ਹੋਰ ਕਿਸੇ ਗੱਲ ਨੂੰ ਵਧਾਵਾ ਨਾ ਦਈਏ। ਇਹੋ ਜਿਹੀ ਸਰਕਾਰ ਨੇ ਫਿਰ ਉਹ ਕਾਰਜਕਾਰੀ ਦਿਖਾਈ ਆ। 2 ਟਰਾਂਸਪੋਰਟਰ ਨੇ ਤੇ 1 ਪੱਤਰਕਾਰ ਨੇ ਤੇ 1-2 ਕੁਝ ਹੋਰ ਲੋਕ ਵੀ ਨੇ ਜਿਨ੍ਹਾਂ ਨੂੰ NIA ਨੈਸ਼ਨਲ ਜਿਹੜੀ ਸਾਡੀ ਏਜੰਸੀ ਆ, ਇਨਵੈਸਟੀਗੇਸ਼ਨ ਏਜੰਸੀ ਜਿਹੜੀ ਆ, ਉਹ ਤੋਂ ਨੋਟਿਸ ਮਿਲੇ ਨੇ 120B 163 ਤੇ ਕੁਝ ਹੋਰ ਧਾਰਾਵਾਂ ਜਿਹਦੇ ਜੋੜੀਆਂ ਗਈਆਂ, ਜਿਹਦੇ 'ਚ ਦੱਸਿਆ ਜਾਂਦਾ ਕਿ ਤੁਸੀਂ ਦੇਸ਼ ਵਿਰੋਧੀ ਕੰਮ ਕਰ ਰਹੇ ਹੋ। ਇਹ ਸਿਰਫ ਔਰ ਸਿਰਫ ਉਹਨਾਂ ਦੀ ਇੱਕ ਜਿਹੜੀ ਚਾਲਬਾਜ਼ੀ ਆ ਲੋਕਾਂ ਨੂੰ ਇਸ ਚੀਜ਼ ਤੋਂ ਤੋੜਨ ਲਈ। ਕੁਝ ਉਹਨਾਂ ਨਾਲ ਹੋਰ ਰੰਜਿਸ਼ਨ ਵੀ ਹੋ ਸਕਦੀਆਂ ਨੇ ਤੇ ਟਰਾਂਸਪੋਰਟਰ ਨੇ, ਉਹਨਾਂ ਦੀਆਂ ਬੱਸਾਂ ਨੇ ਇਸ ਕੰਮ ਲਈ ਜਾ ਰਹੀਆਂ ਨੇ ਤੇ ਉਹ ਕਿਸਾਨਾਂ ਨੂੰ ਲੈ ਜਾ ਆ ਰਹੇ ਨੇ। 1 ਪੱਤਰਕਾਰ ਨੇ, ਉਹਨਾਂ ਦਾ ਵੀ ਸਿਰਫ ਇਹੀ ਸੀਗਾ ਕਿ ਉਹਨੇ ਉੱਥੇ, ਕਿਉਂਕਿ ਪੱਤਰਕਾਰ ਤੇ ਮੇਰੇ ਖਿਆਲ ਉੱਥੇ ਸੈਂਕੜਿਆਂ ਦੀ ਗਿਣਤੀ 'ਚ ਨੇ। ਹੋ ਸਕਦਾ ਹੈ ਕਿਸੇ ਵੇਲੇ ਗੱਲ ਕਰਦਿਆਂ ਕਿਸੇ ਕੋਲ ਕੋਈ ਗੱਲ ਕਹੀ ਵੀ ਗਈ ਹੋਵੇ ਤੇ ਉਹਨੂੰ ਆਧਾਰ ਬਣਾ ਕੇ ਸਿਰਫ ਉਹਨੂੰ ਟੈਨਸ਼ਨ ਦੇਣ ਲਈ ਜਾਂ ਪਰੇਸ਼ਾਨ ਕਰਨ ਲਈ ਜਾਂ ਇਸ ਗੱਲ ਤੋਂ ਤੋੜਨ ਲਈ। ਪਰ ਇਸ ਗੱਲ ਨੂੰ ਜਦੋਂ ਅਸੀਂ ਦੂਜੇ ਤਰੀਕੇ ਨਾਲ ਦੇਖਦੇ ਹਾਂ, ਪੰਜਾਬੀ ਬਹੁਤ ਵਾਰ ਇਹ ਗੱਲ ਕਹਿ ਚੁੱਕੇ ਨੇ, ਵੱਡੇ ਵੱਡੇ ਵਿਦਵਾਨ, ਵੱਡੇ ਵੱਡੇ ਪੱਤਰਕਾਰ ਵੀ ਇਹ ਗੱਲ ਕਹਿ ਚੁੱਕੇ ਨੇ ਕਿ ਜੇ ਤੁਸੀਂ ਕਿਸੇ ਨੂੰ ਮਨਾਉਣਾ ਹੈ ਤੇ ਉਹਦੀ ਗੱਲ ਨੂੰ ਸੁਣੋ ਤੇ ਉਹਦੇ ਨਾਲ ਵਿਚਾਰ ਨਾਲ ਪੇਸ਼ ਆਓ। ਜੇ ਤੁਸੀਂ ਕਿਸੇ ਨੂੰ ਦਬਾਉਣਾ ਹੈ ਫਿਰ ਤੁਸੀਂ ਵਿਚਾਰਾਂ ਨੂੰ ਨਹੀਂ ਦਬਾ ਸਕਦੇ, ਕਿਸੇ ਬੰਦੇ ਨੂੰ ਤਾਂ ਤੁਸੀਂ ਦਬਾ ਸਕਦੇ। ਜੀ, ਬਹੁਤ ਸੋਹਣੀ ਗੱਲ ਆ ਕਿ ਸ਼ਰਮਾ ਜੀ। ਤੇ ਆਪਾਂ ਹੁਣ ਅਵਤਾਰ ਜੀ ਤੁਹਾਡੇ ਵੱਲ ਆਉਂਦੇ ਹਾਂ। ਇਹ ਤਾਂ ਹੋ ਗਈ ਕੌਮੀ ਜਾਂਚ ਏਜੰਸੀ ਦਾ ਕੰਮ। ਤੇ ਜਿਹੜੀ ਕੱਲ ਪੰਜਾਬ ਕੈਬਨਿਟ ਦੀ ਬੈਠਕ ਹੋਈ ਹੈ ਉਹਦੇ 'ਚ ਵੀ ਕੋਈ ਫੈਸਲਾ ਕਹਿੰਦੇ ਵੱਡਾ ਲਿਆ ਗਿਆ ਹੈ। ਹੁਣ ਇਹ ਵੱਡਾ ਫੈਸਲਾ ਹੈ ਜਾਂ ਛੋਟਾ ਹੈ, ਇਹਦੇ ਬਾਰੇ ਤੁਸੀਂ ਦੱਸ ਦਿਓ। ਸੁਪਰੀਮ ਕੋਰਟ ਨੇ ਜਿੱਦਣ ਇਹਦੇ ਤੇ ਰੋਕ ਲਾਈ ਸੀ ਨਾ ਖੇਤੀ ਕਾਨੂੰਨਾਂ ਦੇ ਅਮਲ ਤੇ, ਉਦਣ ਹੀ ਸ਼ਾਮ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ AG ਨੂੰ ਕਿਹਾ ਸੀਗਾ ਵੀ ਇਹਦੇ ਘੋਖ ਕੀਤੀ ਜਾਵੇ, ਪੜਤਾਲ ਕੀਤੀ ਜਾਵੇ ਤੇ ਇਹਦੇ ਲਈ ਹੋਰ ਅੱਗੇ ਕਾਨੂੰਨੀ ਚਾਰਾਜੋਈ ਕਿਉਂ ਕਰਨੀ ਚਾਹੀਦੀ ਆ, ਕਰਨੀ ਬਣਦੀ ਆ, ਜਾਂ ਕੀ ਕੀਤਾ ਜਾ ਸਕਦਾ ਉਹਦੇ ਤੇ ਵਿਚਾਰ ਕੀਤਾ ਜਾਵੇ। ਜੀ, ਉਦੋਂ ਹੀ ਉਹਨਾਂ ਨੇ ਫਿਰ ਇੱਕ ਸਪੈਸ਼ਲ ਕੈਬਨਿਟ ਦੀ ਮੀਟਿੰਗ ਬੁਲਾ ਲਈ ਸੀਗੀ ਇਸੇ ਮੁੱਦੇ ਨੂੰ ਲੈ ਕੇ। ਔਰ ਉਸ ਕੈਬਨਿਟ ਦੀ ਮੀਟਿੰਗ ਦੇ ਵਿੱਚ ਆਮ ਕਰਕੇ ਤਾਂ ਸਿਰਫ ਕੈਬਨਿਟ ਦੇ ਮੰਤਰੀ ਹੀ ਸ਼ਾਮਲ ਹੁੰਦੇ ਆ, ਪਰ ਕੱਲ ਦੀ ਮੀਟਿੰਗ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਸ਼ਾਮਲ ਸੀਗੇ, ਸੁਨੀਲ ਜਾਖੜ ਹੋਣੀ। ਉਹਨਾਂ ਨੂੰ ਸਪੈਸ਼ਲ ਇਨਵਾਈਟੀ ਸੀਗੇ ਉਸ ਵੇਲੇ, ਔਰ ਉਹਨਾਂ ਨੂੰ ਤਾਂ ਹੀ ਸੱਦਿਆ ਗਿਆ ਸੀਗਾ ਕਿ ਉਦੋਂ ਉਹਨਾਂ ਨੇ ਜਿੰਨੇ ਹੁਣ ਤੱਕ ਕਿਸਾਨੀ ਸੰਘਰਸ਼ ਵਿੱਚ ਕਿਸਾਨ ਜਾਨ ਗਵਾ ਚੁੱਕੇ ਆ, ਉਹਨਾਂ ਲਈ 2 ਮਿੰਟ ਦਾ ਉਹਨਾਂ ਨੇ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ ਆ। ਔਰ ਉੱਥੇ ਮਤਾ ਪਾਸ ਕੀਤਾ ਗਿਆ ਕਿ ਖੇਤੀ ਕਾਨੂੰਨ ਵਾਪਸੀ ਤੋਂ ਸਿਵਾਏ ਹੋਰ ਕੋਈ ਵੀ ਗੱਲ ਸਾਨੂੰ ਮਨਜ਼ੂਰ ਨਹੀਂ। ਕੁਛ ਵੀ ਹੋਵੇ ਸਾਨੂੰ ਨਹੀਂ ਚਾਹੀਦੇ ਕਾਨੂੰਨ, ਚਾਹੇ ਤੁਸੀਂ ਰੋਕ ਲਾਓ, ਚਾਹੇ ਤੁਸੀਂ ਅੰਤਰਮ ਰੋਕ ਲਾਓ, ਚਾਹੇ ਇਹਨੂੰ ਖਾਰਜ ਕਰੋ, ਕਮੇਟੀਆਂ ਬਣਾਓ। ਉਹ ਬਿਲਕੁਲ ਇਹਨਾਂ ਨੇ ਖਾਰਜ ਕਰਤਾ ਪੰਜਾਬ ਸਰਕਾਰ ਨੇ, ਔਰ ਇਹਦੇ ਲਈ ਸਪਸ਼ਟ ਮਤਾ ਪਾਸ ਕਰਕੇ ਕਰਤਾ ਪਏ ਖੇਤੀ ਕਾਨੂੰਨ ਵਾਪਸ ਹੋਣੇ ਚਾਹੀਦੇ ਆ। ਔਰ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਸੀਗਾ ਵੀ ਅਸੀਂ ਪਹਿਲਾਂ ਤੋਂ ਹੀ ਕਿਸਾਨਾਂ ਨਾਲ ਖੜੇ ਆ, ਹੁਣ ਵੀ ਨਾਲ ਹੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਨਾਲ ਹੀ ਰਹਾਂਗੇ। ਦੂਸਰੀ ਗੱਲ ਇਹ ਵੀ ਇਹਦੇ ਵਿੱਚ ਇਹ ਵੀ ਆਉਂਦੀ ਆ ਵੀ ਇਹਨਾਂ ਨੇ ਜੋ ਮਤਾ ਵਿਧਾਨ ਸਭਾ ਸਪੈਸ਼ਲ ਇਜਲਾਸ ਬੁਲਾ ਕੇ ਪਾਸ ਕੀਤਾ ਸੀ, ਖੇਤੀ ਕਾਨੂੰਨ ਰੱਦ ਕੀਤੇ ਸੀ, ਉਹ ਜਿਹੜਾ ਬਿੱਲ ਸੀ ਉਹ ਬਿੱਲ ਰਾਜ ਭਵਨ ਵਿੱਚ ਰਾਜਪਾਲ ਦੇ ਕੋਲ ਹਜੇ ਤੱਕ ਉਹਦੇ ਹੀ ਪੈਂਡਿੰਗ ਆ। ਉਹਦੇ ਲਈ ਵੀ ਇਹਨਾਂ ਨੇ ਚਾਰਾਜੋਈ ਕਰਨੀ ਆ, ਉਹਦੇ ਤੇ ਵੀ ਵਿਚਾਰ ਵਟਾਂਦਰਾ ਹੋਇਆ। ਮੇਨ ਮਕਸਦ ਜਿਹੜਾ ਮੇਨ ਮੁੱਦਾ ਉਹਨਾਂ ਦਾ ਇਹ ਸੀ ਵੀ ਕਿਸਾਨੀ ਸੰਘਰਸ਼ ਬਾਰੇ ਹੀ ਗੱਲ ਕਰਨੀ ਆ। ਸਪੈਸ਼ਲ ਤੇ ਸਪੈਸ਼ਲ ਜਿਹੜੀ ਮੀਟਿੰਗ ਆ ਉਹ ਇਸੇ ਨੂੰ ਲੈ ਕੇ ਸੀਗੀ ਜੀ। ਸ਼ਰਮਾ ਜੀ, ਤੁਹਾਡੇ ਵੱਲ ਆਵਾਂ ਤੇ ਜੇ ਕੈਬਨਿਟ ਜਿਹੜਾ ਮਤਾ ਪਾਸ ਕੀਤਾ ਇਹਦਾ ਕੋਈ ਫਾਇਦਾ ਹੈ ਵੀ ਹੈ ਕਿ ਨਹੀਂ, ਸਿਰਫ ਸ਼ੋਸ਼ੇਬਾਜ਼ੀ ਕਹਿ ਸਕਦੇ ਹਾਂ ਆਪਾਂ? ਅਸੀਂ ਅਕਸਰ ਕਹਿੰਦੇ ਹਾਂ ਕਿ ਕੌਣ ਸਾਹਿਬ ਨੂੰ ਆਖੇ ਇੰਜ ਨਾ ਇੰਜ ਕਰ। ਸੈਂਟਰ ਸਰਕਾਰ ਵੱਡੀ ਜਗ੍ਹਾ ਤੇ ਬੈਠੀ ਹੈ ਤੇ ਰਾਜ ਸਰਕਾਰ ਉਸ ਤੋਂ 1 ਪੁਆਇੰਟ ਥੱਲੇ ਆ, ਭਾਵੇਂ ਕਿ ਆਟੋਨੋਮਸ ਬੋਡੀ ਤੇ ਸਰਕਾਰ ਹੈਗੀ ਆ, ਪਰ ਹੁਣ ਜਦੋਂ ਅਸੀਂ ਮਤਾ ਪਾਸ ਕਰਤਾ
ਕਰਤਾ, ਗਵਰਨਰ ਨੂੰ ਦੇ ਦਿੱਤਾ, ਗਵਰਨਰ ਸਾਹਿਬ ਨੇ ਰਾਸ਼ਟਰਪਤੀ ਸਾਹਿਬ ਨੂੰ ਦੇਣਾ ਆ। ਹੁਣ ਗਵਰਨਰ ਸਾਹਿਬ ਦੀ ਮਰਜ਼ੀ ਆ ਨਾ, ਅਸੀਂ ਪਿਛਲੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਜਿੱਥੇ ਭਾਜਪਾ ਦੀਆਂ ਸਰਕਾਰਾਂ ਨਹੀਂ ਹੈਗੀਆਂ ਉੱਥੇ ਦੇ ਗਵਰਨਰ ਕਿਹੋ ਜਿਹੇ ਤਰੀਕੇ ਨਾਲ ਪੇਸ਼ ਆਉਂਦੇ ਨੇ। ਮਤੇ ਦਾ ਫਾਇਦਾ ਤੇ ਤਦ ਹੀ ਸੀਗਾ ਜੇ ਉਹ ਮਤਾ ਰਾਸ਼ਟਰਪਤੀ ਕੋਲ ਜਾਂਦਾ ਤੇ ਰਾਸ਼ਟਰਪਤੀ ਜੀ ਵੀ ਉਹਦੇ ਤੇ ਸੰਗਿਆਨ ਲੈਂਦੇ, ਉਹਦੇ ਤੇ ਧਿਆਨ ਦਿੰਦੇ, ਉਹਨੂੰ ਪੜ੍ਹਦੇ, ਉਹਨੂੰ ਗੌਰ ਕਰਦੇ, ਉਹਨੂੰ ਠੀਕ ਮੰਨਦੇ। ਪਰ ਉਹ ਨਹੀਂ ਕਰ ਸਕਦੇ, ਉਹਨਾਂ ਦੇ ਉਹਦੇ 'ਚ ਨਹੀਂ ਹੈਗਾ, ਅਧਿਕਾਰ ਖੇਤਰ 'ਚ ਨਹੀਂ ਹੈਗਾ। ਕਿਉਂਕਿ ਅਸੀਂ ਸੰਵਿਧਾਨ ਦੀ ਜਦੋਂ ਵਿਆਖਿਆ ਕਰਦੇ ਹਾਂ ਤੇ ਜੇ ਰਾਸ਼ਟਰਪਤੀ ਕੈਬਨਿਟ ਦੀ ਗੱਲ ਨੂੰ ਇੱਕ ਵਾਰੀ ਮਨਾ ਵੀ ਕਰ ਦੇਵੇ ਤੇ ਦੂਜੀ ਵਾਰ ਜੇ ਕੈਬਨਿਟ ਫਿਰ ਉਹ ਕਰ ਦੇਵੇ ਤੇ ਉਹ ਵਾਅਦੇ ਨੇ, ਉਹਨਾਂ ਨੂੰ ਸਾਈਨ ਕਰਨੇ ਪੈਣੇ ਨੇ। ਸੋ ਇਹ ਗੱਲ ਇੱਕ ਗੱਲ 'ਚ ਸਹੀ ਸੀ। ਉੱਥੇ ਅਸੀਂ ਇਸ ਪ੍ਰੋਗਰਾਮ 'ਚ ਕਈ ਵਾਰ ਗੱਲ ਕਰਦੇ ਹਾਂ ਕਿ ਪੰਜਾਬ ਸਰਕਾਰ ਦਾ ਇਸ ਮਤੇ ਨੂੰ ਪਾਸ ਕਰਨ ਨਾਲ ਦੋ ਗੱਲਾਂ ਸਿੱਧ ਕਰਦੀਆਂ ਸੀ। ਇੱਕ ਤੇ ਉਹ ਇਹ ਗੱਲ ਦਿਖਾਉਣੀ ਚਾਹੁੰਦੇ ਸੀ ਕਿ ਅਸੀਂ ਕਿਸਾਨਾਂ ਦੇ ਨਾਲ ਨੇ, ਤੇ ਦੂਜਾ ਕਿਤੇ ਨਾ ਕਿਤੇ ਉਹ ਸਰਕਾਰ ਨੂੰ ਦੱਸਣਾ ਚਾਹੁੰਦੇ ਸੀ ਕਿ ਤੁਸੀਂ ਜੇ ਕਰ ਸਕਦੇ ਆ ਤੇ ਮਤਾ ਅਸੀਂ ਵੀ ਪਾਸ ਕਰ ਸਕਦੇ ਹਾਂ। ਫਿਰ ਉਹ ਕਿਤੇ ਨਾ ਕਿਤੇ ਸੁਪਰੀਮ ਕੋਰਟ 'ਚ ਜਾਂ ਹੋਰ ਤਰੀਕੇ ਨਾਲ ਆਪਣੀ ਗੱਲ ਤੇ ਰੱਖ ਸਕਦੇ ਨੇ ਜੀ। ਤੇ ਅਵਤਾਰ ਜੀ, ਅਗਲੇ ਸਿਲਸਿਲੇ ਵੱਲ ਆਈਏ ਤੇ ਕਰੋਨਾ ਟੀਕਾ ਜਿਹੜਾ ਹੈ ਉਹ ਭਾਰਤ ਵਿੱਚ ਕੱਲ੍ਹ ਲੱਗਣਾ ਸਟਾਰਟ ਹੋ ਰਿਹਾ ਹੈ ਜੀ, ਤੇ ਕੀ ਤਿਆਰੀਆਂ ਨੇ, ਇਹ ਸਾਰਾ ਕੁਝ ਕਿਵੇਂ ਸਿਸਟਮ ਫੋਲੋ ਕੀਤਾ ਜਾ ਰਿਹਾ, ਇਹਦੇ ਬਾਰੇ ਦੱਸ ਦਿਓ। ਬਿਲਕੁਲ ਜੀ, ਬੜੀ ਲੰਬੀ ਉਡੀਕ ਤੋਂ ਬਾਅਦ ਆਖਰ ਭਾਰਤ ਦੇਸ਼ ਦੇ ਵਿੱਚ ਵੀ, ਪੂਰੇ ਦੇਸ਼ 'ਚ ਵੈਸੇ ਤਾਂ ਕਰੋਨੇ ਦਾ ਟੀਕਾਕਰਨ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਔਰ ਬੜੀ ਵੱਡੀ ਪੱਧਰ ਤੇ ਕਰਨ ਜਾ ਰਹੇ ਆ ਜੀ। ਇਹਦੇ ਨਾਲ ਮੈਂ ਇੱਕ ਪਹਿਲੂ ਇਹ ਜ਼ਰੂਰ ਲੈਣਾ ਚਾਹੂੰਗਾ ਕਿ ਟੀਕਾਕਰਨ ਤਾਂ ਬਾਕੀ ਦੇਸ਼ਾਂ 'ਚ ਵੀ ਹੋਏ ਆ, ਵੈਕਸੀਨਾਂ ਬਾਕੀ ਦੇਸ਼ਾਂ 'ਚ ਵੀ ਹੋਈਆਂ ਆ, ਬਣੀਆਂ ਆ, ਉਹਨਾਂ ਦੀਆਂ ਵੀ ਮੇਨ ਹੈੱਡਕੁਆਟਰਾਂ ਤੋਂ ਗਾਹਾਂ ਸਪਲਾਈ ਹੋਈਆਂ ਆ। ਪਰ ਇੱਕ ਸਾਡੇ ਦੇਸ਼ ਵਿੱਚ ਇੰਨਾ ਇਹਨੂੰ ਹਾਈਪ ਕਰ ਦਿੱਤਾ ਗਿਆ, ਇੰਨਾ ਇਹਦਾ ਪ੍ਰਚਾਰ ਕੀਤਾ ਗਿਆ ਵੀ ਜਿਵੇਂ ਕਿਸਾਨਾਂ ਨੂੰ 2000 ਰੁਪਈਆ 3 ਕਿਸ਼ਤਾਂ 'ਚ ਦੇਣ ਲਈ ਜਿੰਨਾ ਪ੍ਰਚਾਰ ਕੀਤਾ ਸੀ ਉਹ ਤੋਂ ਕਿਤੇ ਜ਼ਿਆਦਾ ਇਹਦਾ ਕਰਤਾ। ਇਹਦੇ ਨਾਲ ਮੈਂ ਸੋਸ਼ਲ ਮੀਡੀਆ ਤੇ ਦੇਖਦਾ ਸੀਗਾ ਵੀ ਉਹਨਾਂ ਨੇ ਨਾ ਇਹਨੂੰ ਤੁਲਨਾ ਕਰਦੇ ਆ ਵੀ ਜਿਵੇਂ ਆਪਾਂ ਰਫੇਲ ਲੈ ਕੇ ਆਏ ਸੀ ਨਾ ਫਰਾਂਸ ਤੋਂ, ਤੇ ਉੱਥੇ ਵੀ ਰੱਖਿਆ ਮੰਤਰੀ ਸਾਹਿਬ ਗਏ ਸੀਗੇ ਤੇ ਉਹਨਾਂ ਨੇ ਉੱਥੇ ਵੀ ਨਾਰੀਅਲ ਵਗੈਰਾ ਤੋੜਿਆ ਸੀ, ਧੂਫ ਦਿੱਤਾ ਸੀਗਾ। ਖੈਰ ਉਹ ਤਾਂ ਦੁਸ਼ਮਣਾਂ ਦੇ ਨਾਸ ਲਈ ਲਿਆਂਦਾ, ਦੁਸ਼ਮਣਾਂ ਦੇ ਉੱਤੇ ਵਾਰ ਕਰਨ ਲਈ ਲਿਆਂਦਾ, ਤੇ ਇਹ ਵੈਕਸੀਨ ਤਾਂ ਆਪਣੇ ਦੇਸ਼ ਵਾਸਤੇ ਆ, ਦੇਸ਼ ਵਾਸੀਆਂ ਨੂੰ ਬਚਾਉਣ ਲਈ ਆ। ਤੇ ਇਹਦੇ ਲਈ ਵੀ ਜੋ ਨਾਰੀਅਲ ਵਗੈਰਾ ਉਹ ਤੋੜ ਰਹੇ ਸੀਗੇ, ਧੂਫ ਬੱਤੀ ਕਰ ਰਹੇ ਸੀਗੇ, ਇਹ ਸਮਝ ਤੋਂ ਪਰੇ ਆ। ਖੈਰ ਸਰਕਾਰਾਂ ਆ, ਉਹਨਾਂ ਨੇ ਆਪਣਾ ਪ੍ਰਚਾਰ ਕਰਨਾ ਹੁੰਦਾ। ਮੈਂ ਮਾਫੀ ਚਾਹਾਂਗੀ, ਪਰ ਨਾਰੀਅਲ ਤੋੜਿਆ ਇਸ ਕਰਕੇ ਕਿਉਂਕਿ ਕਰੋਨਾ ਦੀ ਜ਼ਹਿਮਤ ਨੂੰ ਭਜਾਉਣਾ ਹੈ ਨਾ, ਉਹਦਾ ਵੀ ਸ਼ੁਭ ਆਰੰਭ। ਤੇ ਫਿਰ ਕਰੋਨਾ ਦਾ ਵਿਚਾਰਾ ਤਾਲੀਆਂ ਖੜਕਾ ਕੇ ਵੀ ਨਹੀਂ ਭੱਜਾ, ਤੇ ਕਰੋਨਾ ਵਿਚਾਰਾ ਜਿਹੜੀਆਂ ਮੋਮਬੱਤੀਆਂ ਜਗਾ ਕੇ ਵੀ ਨਹੀਂ ਭੱਜਾ, ਤੇ ਉਹ ਫਿਰ ਹੁਣ ਵੈਕਸੀਨ ਨਾਲ ਤਾਂ ਭੱਜੂਗਾ। ਤੇ ਵੈਕਸੀਨ ਤਾਂ ਆਪਣੇ ਬੰਦਿਆਂ ਲਈ ਲਾਉਣੀ ਆ, ਔਰ ਉਹ ਵੀ ਉਹਨਾਂ ਨੂੰ ਲਾਉਣੀ ਆ ਜਿਹੜੇ ਫਰੰਟ ਲਾਈਨਰ ਆ ਜ਼ਿਆਦੇ। ਜਾਂ ਇਹਨਾਂ ਦੇ ਵਿੱਚ ਇੱਕ ਜਿਹੜੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਉਹਦੇ 'ਚ ਇਹ ਆ ਵੀ ਜਿਹੜੇ ਕਰੋਨਾ ਪੀੜਤ ਹੋ ਚੁੱਕੇ ਆ ਮਰੀਜ਼, ਉਹ ਠੀਕ ਹੋਣ ਤੋਂ 4 ਤੋਂ 8 ਹਫ਼ਤੇ ਬਾਅਦ ਟੀਕਾ ਲੱਗਣਾ। ਤੇ ਕਰੋਨਾ ਤੋਂ ਪਹਿਲਾਂ ਹੀ ਮਾਤ ਦੇ ਚੁੱਕੇ ਆ ਵਿਚਾਰੇ। ਜੇ ਉਹਨਾਂ ਨੇ 4 ਤੋਂ 8 ਹਫ਼ਤੇ ਪਹਿਲਾਂ ਹੀ ਕਰੋਨਾ ਨੂੰ ਮਾਤ ਦੇ ਕੇ ਠੀਕ ਹੋ ਗਏ ਆ, ਉਸ ਤੋਂ ਬਾਅਦ ਫਿਰ ਟੀਕੇ ਦਾ ਮਤਲਬ ਤਾਂ ਰਹਿ ਨਹੀਂ ਜਾਂਦਾ। ਦੇਖੋ ਦਿਸ਼ਾ ਨਿਰਦੇਸ਼ ਦੀ ਗੱਲ ਕਰ ਰਿਹਾ ਜੋ ਇਹਨਾਂ ਸਰਕਾਰ ਦੇ, ਉਹਦੇ ਤੇ ਟਿੱਪਣੀ ਆ ਵੀ ਅਸੀਂ ਲਾਵਾਂਗੇ ਉਹਨਾਂ ਨੂੰ 4-8 ਹਫ਼ਤਿਆਂ ਬਾਅਦ। ਤੇ ਇਹਦੇ ਵਿੱਚ ਤਾਂ ਹੀ ਤੁਹਾਨੂੰ ਕਹਿੰਦਾ ਵੀ ਜੇ ਉਹ ਕਰੋਨਾ ਦੀ ਵੈਕਸੀਨ ਆ ਉਹਦੇ ਤਾਂ ਨਾਰੀਅਲ ਤੋੜਦੇ ਆ ਵੀ ਜ਼ਹਿਮਤ ਨੱਠੇ, ਤੇ ਫਿਰ ਕਰੋਨਾ ਨੂੰ ਤਾਂ ਬੰਦਾ ਆਪਣੀ ਇਮਿਊਨਿਟੀ ਨਾਲ ਪਹਿਲੇ ਮਾਰ ਚੁੱਕਾ। ਸੋ ਇਹਦੇ ਨਾਲ ਗੱਲ ਹੋਰ ਵੀ ਇੱਕ ਉੱਠੀ ਆ ਵੀ ਜਿਹੜੇ ਕੇਸ ਘਟ ਰਹੇ ਆ ਪੂਰੇ ਦੇਸ਼ ਵਿੱਚ, ਮੌਤਾਂ ਦੀ ਗਿਣਤੀ ਘਟ ਰਹੀ ਆ, ਉਹ ਹਰਡ ਇਮਿਊਨਿਟੀ ਕਿਤੇ ਨਾ ਕਿਤੇ ਕੰਮ ਕਰ ਰਹੀ ਆ। ਉਹ ਇਸ ਵੇਲੇ ਪੂਰੇ ਦੇਸ਼ ਦੀ ਜਿਹੜੀ ਆਬਾਦੀ ਦੇ ਵਿੱਚ ਆ ਉਹ ਸਵੈ ਇਮਿਊਨਿਟੀ ਜਿਹੜੀ ਤਿਆਰ ਹੋ ਗਈ ਆ, ਜਿਹੜੀ ਕਿ ਕਰੋਨਾ ਨੂੰ ਆਪਣੇ ਆਪ ਮਾਤ ਦੇ ਰਹੀ ਆ। ਇਹ ਕਾਰਨ ਆ ਵੀ ਹੁਣ ਕਾਫੀ ਕੇਸ ਜਿਹੜੇ ਘਟ ਰਹੇ ਆ, ਮੌਤਾਂ ਘਟ ਰਹੀਆਂ। ਟੀਕਾਕਰਨ ਦਾ ਜਿਹੜਾ ਕੰਮ ਆ ਉਹ ਸਵੇਰੇ 10:30 ਵਜੇ ਪ੍ਰਧਾਨ ਮੰਤਰੀ ਸਾਹਿਬ ਆਪ ਕਰਨਗੇ। 3006 ਸਾਈਟਾਂ ਆ, 3006 ਕੇਂਦਰ ਲੈ ਲਓ, ਸੈਂਟਰ ਲਾ ਲਓ ਬਣਾਏ ਉਹ ਪੂਰੇ ਦੇਸ਼ ਵਿੱਚ, ਜਿੱਥੇ ਕਿ ਇੱਕ ਦਿਨ ਵਿੱਚ ਇੱਕ ਸੈਂਟਰ 'ਚ 100 ਜਣਿਆਂ ਨੂੰ ਟੀਕੇ ਲਾਏ ਜਾਣੇ ਆ। ਤਾਂ ਇੱਕ ਦਿਨ 'ਚ ਮਤਲਬ ਪਹਿਲੇ ਦਿਨ ਕੱਲ ਪੂਰੇ 3 ਲੱਖ ਟੀਕੇ ਲਾਏ ਜਾਣਗੇ। ਫਰੰਟ ਰਨਰ ਜਿਹੜੇ ਆ, ਸਿਹਤ ਕਰਮੀ ਆ ਜਾਂ ਜਿਹੜੇ ਆ ਆਸ਼ਾ ਵਰਕਰ ਆ, ਇਹਨਾਂ ਦੇ ਵਿੱਚ ਜਿੰਨੇ ਆਉਂਦੇ ਆ, ਰਜਿਸਟਰਡ ਕਰਨ ਵਾਲੇ ਬਹੁਤ ਆ। ਕਈਆਂ ਥਾਵਾਂ ਤੇ ਤਾਂ ਟੀਕੇ ਘੱਟ ਪੁੱਜੇ ਆ, ਰਜਿਸਟਰਡ ਜ਼ਿਆਦਾ ਹੋਏ ਆ। ਉਹਨਾਂ ਨੂੰ ਆਉਂਦੇ ਸਮੇਂ ਦੇ ਵਿੱਚ ਜਿੱਦਾਂ ਵੈਕਸੀਨ ਬਣੀ ਜਾਊਗੀ ਉਹ ਆਉਂਦੇ ਸਮੇਂ 'ਚ ਸਪਲਾਈ ਚੱਲਦੀ ਰਹੂਗੀ। ਸੋ ਟੀਕਾਕਰਨ ਦੀ ਸ਼ੁਰੂਆਤ ਹੀ ਆਪਣੇ ਆਪ 'ਚ ਵੱਡੀ ਗੱਲ ਹੈ। ਮੇਰੇ ਖਿਆਲ ਵੀ ਜਿਸ ਤਰੀਕੇ ਨਾਲ ਆਪਾਂ ਇਹਦਾ ਪ੍ਰਚਾਰ ਕੀਤਾ, ਕਰੋਨਾ ਤੋਂ ਉਦੋਂ ਭੱਜ ਜਾਣਾ ਚਾਹੀਦਾ ਜੀ। ਇਸ ਵੇਲੇ ਅਸੀਂ ਸਮੇਂ ਤੋਂ ਨਹੀਂ ਭੱਜ ਸਕਦੇ। ਵਿਚਾਰ ਚਰਚਾ ਦਾ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ, ਪਰ ਇਸ ਵੇਲੇ ਵੇਲਾ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇ ਆਖਰੀ ਹਿੱਸੇ 'ਚ ਸਵਾਗਤ ਕਰਦੇ ਹਾਂ। ਅਵਤਾਰ ਜੀ, ਆਪਾਂ ਕਰੋਨਾ ਤੇ ਗੱਲ ਕਰ ਰਹੇ ਸੀ ਤੇ ਕੱਲ ਮੈਨੂੰ ਲੱਗਦਾ ਹੈ ਕਿ WHO ਦੀ ਟੀਮ ਜਿਹੜੀ ਹੈ ਜਾਂਚ ਪੜਤਾਲ ਕਰਨ ਪਹੁੰਚੀ ਹੈ ਚਾਈਨਾ ਦੇ ਵਿੱਚ, ਤੇ ਉਹਦੇ ਵਿੱਚ 2 ਮੈਂਬਰ ਖੁਦ ਹੀ ਕਰੋਨਾ ਪੋਜ਼ਿਟਿਵ ਨੇ ਤੇ ਹੁਣ ਕੁਆਰੰਟਾਈਨ 'ਚ ਰਹਿ ਕੇ ਉਹ ਜਾਂਚ ਪੜਤਾਲ ਕਿਵੇਂ ਕਰਨਗੇ, ਇਹਦੇ ਬਾਰੇ ਦੱਸ ਦਿਓ। ਪਹਿਲਾਂ ਤਾਂ ਮੈਂ ਇਹ ਦੱਸੂੰਗਾ ਕਿ ਜਿਹੜਾ ਕਰੋਨਾ ਦੀ ਉਤਪਤੀ ਵਾਲਾ ਸ਼ਹਿਰ ਚੀਨ ਦਾ ਵੁਹਾਨ ਆ ਜੀ,
ਉਹਨੂੰ ਹੁਣ ਤੱਕ ਚੀਨ ਪੜਦਾ ਹੀ ਪਾਉਂਦਾ ਆਇਆ। ਔਰ WHO ਜਿਹੜੀ ਵਿਸ਼ਵ ਸਿਹਤ ਸੰਗਠਨ ਜਿਹਨੇ ਸਾਰੇ ਦੇਸ਼ ਨੂੰ ਸਿਹਤ ਬਾਰੇ ਦਿਸ਼ਾ ਨਿਰਦੇਸ਼ ਦੇਣੇ ਆ, ਸਾਰੀ ਦੁਨੀਆ ਦੀ ਸਿਹਤ ਦਾ ਖਿਆਲ ਰੱਖਣਾ ਆ, ਉਹ ਵੀ ਚੀਨ ਦੇ ਨਾਲ ਹੀ ਰਲਿਆ ਹੋਇਆ ਸੀ ਜੀ। ਔਰ ਉਹਨੂੰ ਜੇ ਆਪਾਂ ਥੋੜਾ ਜਿਹਾ ਪਿੱਛੇ ਜਾਈਏ ਤਾਂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਬਹੁਤ ਵਾਰੀ ਦਬਕੇ ਵੀ ਮਾਰੇ ਆ, ਉਹਦੀ ਗ੍ਰਾਂਟਾਂ ਵੀ ਰੋਕੀਆਂ, ਉਹਦੇ ਫੰਡ ਸਾਰੇ ਰੋਕ ਦਿੱਤੇ ਸੀਗੇ। ਮਤਲਬ ਉਹਨੇ ਕਰੋਨਾ ਨੂੰ ਚਾਈਨਾ ਦਾ ਮਤਲਬ ਕਿਹਾ ਸੀ, ਇਹ ਚਾਈਨਾ ਮੇਡ ਸੀਗਾ, ਔਰ ਉਹ ਕਿਤੇ ਨਾ ਕਿਤੇ ਸਾਬਤ ਵੀ ਹੁੰਦਾ ਸੀ ਵੀ ਚਾਈਨਾ ਮੇਡ ਹੀ ਹੈ, ਪਰ ਹਲੇ ਉਹਨੂੰ ਪੂਰੀ ਤਰ੍ਹਾਂ ਸਾਇੰਟੀਫਿਕਲੀ ਉਹਨੂੰ ਸਾਬਤ ਨਹੀਂ ਕਰ ਸਕੇ ਅਜੇ ਵੀ। ਪਰ ਉਹਦੀ ਜਿਹੜੀ ਉਤਪਤੀ ਆ ਉਹ ਵਾਕਈ ਉੱਥੋਂ ਹੀ ਹੋਈ ਸੀਗੀ। ਤੇ ਉਹ WHO ਨੇ ਪਹਿਲਾਂ ਤਾਂ ਬਹੁਤ ਦੇਰ ਨਾਲ ਫੈਸਲਾ ਲਿਆ। ਪਹਿਲਾਂ ਵੀ 1-2 ਵਾਰੀ ਉਹਨੇ ਕਿਹਾ ਸੀ ਵੀ ਚੀਨ ਜਾਣਾ, ਤੇ ਚੀਨ ਵਾਲੇ ਕਹਿੰਦਾ ਕੋਈ ਨਾ ਆ ਕੇ ਦਿਖਾਈ ਤੂੰ। ਤੇ ਹੁਣ ਵੀ ਉਹਨੇ ਇਹ ਕਿਹਾ ਸੀ ਵੀ ਆ ਕੇ ਦਿਖਾਈ, ਤੇ ਗੱਲ ਉਹਨੇ ਦਿਖਾ ਵੀ ਦਿੱਤੀ ਆ। ਆਉਂਦੇ ਉਹਨਾਂ ਨੂੰ ਕਰੋਨਾ ਕਰ ਦਿੱਤਾ। ਹੁਣ ਦੇਖੋ, ਜੇ ਚੀਨ ਦੇ ਵਿੱਚੋਂ ਉੱਠਿਆ ਕਰੋਨਾ, ਤੇ ਜੇ ਉਹ ਦੁਨੀਆ ਸਾਰੀ ਨੂੰ ਕਰ ਸਕਦਾ, ਤੇ ਜਿਹੜੇ 5-7-10 ਮੈਂਬਰ WHO ਦੇ ਆਏ ਤਾਂ ਉਹਨੇ ਕਿਉਂ ਨਹੀਂ ਕਰ ਸਕਦਾ ਸੀ? ਤੇ ਤੁਸੀਂ ਉਹਨੂੰ ਵੀ ਹੁਣ ਕਰਤਾ ਵੀ ਆ ਕਰ ਦਿੱਤਾ, ਹੁਣ ਰਹੋ ਤੁਸੀਂ 15 ਦਿਨ ਅੰਦਰ। ਹੁਣ ਉਹਨੇ 14 ਦਿਨ ਲਈ ਅੰਦਰ ਵਾੜ ਦਿੱਤਾ। ਉਹ ਜਾਂਚ ਕਰਨ ਲਈ ਪਹੁੰਚੇ ਆ, ਪਰ ਉਹ ਆਪ ਦੀ ਜਾਂਚ ਲੈ ਕੇ ਬੈਠ ਗਏ ਆ ਵੀ ਹੁਣ ਸਾਡਾ ਜਿਹੜਾ ਕੁਆਰੰਟੀਨ ਆ। ਹੁਣ ਇੱਕ ਤਾਂ ਦੇਖੋ, ਜੇ 8-10 ਬੰਦੇ ਮੀਟਿੰਗ ਜਿਹੜੇ ਕਰਨ ਜਾਂ ਉੱਥੇ ਜਿਹੜੇ ਜਾਂਚ ਪੜਤਾਲ ਕਰਨ ਗਏ ਆ, ਉਹ ਘੱਟੋ ਘੱਟ ਨਹੀਂ ਤਾਂ 5-7-10 ਬੰਦੇ ਤਾਂ ਹੋਣਗੇ ਹੀ ਆ। 10 ਮੈਂਬਰੀ ਟੀਮ ਆ, ਤਾਂ ਉਹਨਾਂ ਨੂੰ ਕੁਆਰੰਟੀਨ ਇਕੱਠਾ ਤਾਂ ਕੀਤਾ ਨਹੀਂ ਹੋਊਗਾ, ਇੱਕ ਥਾਂ ਤੇ ਰਹਿ ਨਹੀਂ ਸਕਦੇ। ਉਹ 10 ਬੰਦੇ ਜਿਹੜੇ ਆ ਉਹ ਵੱਖ-ਵੱਖ ਥਾਵਾਂ ਤੇ ਰਹਿੰਦੇ ਹੋਣਗੇ। ਹੁਣ ਉਹ 10 ਦਾ ਤਾਲਮੇਲ ਕਿਵੇਂ ਹੋਊਗਾ? ਤੇ ਫੋਨਾਂ ਨਾਲ ਹੀ ਹੋਊਗਾ। ਤੇ ਫੋਨਾਂ ਦੀ ਜਿਹੜੀ ਜਦੋਂ ਚੀਨ ਦੇ ਵਿੱਚ ਪਹੁੰਚ ਜਾਈਏ, ਉਹ ਸਾਰੀ ਸਰਦਾਰੀ ਚੀਨ ਦੀ ਹੁੰਦੀ ਆ। ਉੱਥੇ ਤੁਸੀਂ ਚਾਹੇ WhatsApp ਕਰਦੇ ਆ, ਪਹਿਲੀ ਗੱਲ ਤਾਂ WhatsApp ਚੱਲਦਾ ਹੀ ਨਹੀਂ ਉੱਥੇ ਪਹਿਲੇ ਦਿਨ ਤੋਂ ਹੀ, ਉੱਥੇ WhatsApp ਨਹੀਂ ਚਲਾਉਂਦੇ ਉਹ। ਤੇ ਉੱਥੇ ਹੋਰ ਜਿੰਨੇ ਸੋਸ਼ਲ ਮੀਡੀਆ, ਉਹ ਸਾਰਾ ਕੰਟਰੋਲ ਚੀਨ ਦੇ ਕੋਲ ਆ। ਜਿਹੜੀ ਤੁਸੀਂ ਇੱਕ ਦੂਜੇ ਨੂੰ ਪਾਸਵਰਡ ਕਰਨਗੇ, ਕੋਈ ਮੈਸੇਜ, ਕੋਈ ਗੱਲਬਾਤ, ਉਹ ਸਾਰੀ ਚੀਨ ਦੇ ਕੰਟਰੋਲ ਰੂਮ 'ਚ ਸੁਣੂਗੀ, ਸਾਰਾ ਕੁਝ ਆਊਗੀ। ਵੈਸੇ ਮੈਂ ਪੜ੍ਹ ਰਹੀ ਸੀ, ਵਿੱਚੋਂ ਟੋਕਤਾ ਤੁਹਾਨੂੰ, ਚਾਈਨਾ ਦੇ ਇੱਕ ਮਤਲਬ ਆਫਿਸ ਦੇ ਵਿੱਚ ਹੀ ਨਾ ਚੇਅਰਸ ਦੇ ਉੱਪਰ ਨਾ ਇੱਕ ਮਤਲਬ ਕਰਮਚਾਰੀਆਂ ਨੂੰ ਕਿਹਾ ਵੀ ਤੁਹਾਡੀ ਬਾਡੀ ਰਿਲੈਕਸ ਰਹੇਗੀ ਤੇ ਤੁਸੀਂ ਸਮੂਥ ਫੀਲ ਕਰੋਗੇ ਤੇ ਚੰਗੇ ਰਹੋਗੇ। ਤੇ ਇਸ ਲਈ ਉਹ ਜਿਹੜਾ ਸਰਾਣਾ ਜਿਹਾ ਟੰਗ ਦਿੱਤਾ ਨਾ, ਉਹਦੇ ਜ਼ਰੀਏ ਵੀ ਜਾਸੂਸੀ ਹੋਣ ਦੀ ਗੱਲ ਸਾਹਮਣੇ ਆਈ ਹੈ। ਚੀਨ ਦੁਨੀਆ ਦੇ ਵਿੱਚ ਜਸੂਸੀ ਕਰਨ ਦੇ ਵਿੱਚ ਸਭ ਤੋਂ ਨੰਬਰ 1 ਰਿਹਾ ਆ। ਫਿਰ ਹੁਣ ਚਾਹੇ ਅਮਰੀਕਾ ਦੇ ਵਿੱਚ ਵੀ ਜਾ ਕੇ ਜਸੂਸੀ ਕੀਤੀ ਆ, ਪੈਂਟਾਗਨ ਜਿੱਥੇ ਕੋਈ ਚਿੜੀ ਵੀ ਪਰ ਨਹੀਂ ਮਾਰ ਸਕਦੀ, ਉੱਥੇ ਵੀ ਤੱਕ ਵੀ ਜਸੂਸੀ ਕਰ ਹਟਿਆ। ਉਹ ਦੁਨੀਆ ਦਾ ਕਿਹੜਾ ਦੇਸ਼ ਇਹੋ ਜਿਹਾ ਨਹੀਂ ਹੈਗਾ ਜਿੱਥੇ ਚੀਨ ਨੇ ਜਸੂਸੀ ਨਹੀਂ ਕੀਤੀ ਹੋਵੇ। ਤਾਂ ਹੁਣ ਲੱਗਦਾ ਨਹੀਂ ਵੀ ਉਹ ਜਿਹੜੇ 8-10 ਬੰਦੇ ਜਿਹੜੇ ਉਹਨਾਂ ਦੇ ਗਏ ਆ, ਉਹ ਆਪਸੀ 14 ਦਿਨ ਤਾਂ ਨਹੀਂ ਵਿਚਾਰੇ ਤਾਲਮੇਲ ਕਰਨਗੇ। 14 ਦਿਨ ਤੋਂ ਬਾਅਦ ਹੁਣ ਪਤਾ ਨਹੀਂ ਇਹਨਾਂ ਨੂੰ ਚੀਨ ਕੀ ਖੜਾ ਖੜੂ ਕੇ ਵਿੱਚ ਫੇਰ ਹੋਰ ਡਰਾਵਾ ਦੇ ਦੂਗਾ ਵੀ ਦੇਖੋ 14 ਦਿਨ ਤੁਸੀਂ ਠੀਕ ਹੋ ਗਏ ਆ, ਕਿਉਂਕਿ ਉਸ ਤੋਂ ਬਾਅਦ ਉਹਨਾਂ ਦੀ ਨੈਗੇਟਿਵ ਰਿਪੋਰਟ ਵੀ ਤਾਂ ਆਉਣੀ ਬਾਕੀ ਹੈ ਨਾ। ਤੇ ਉੱਥੋਂ ਦੇ ਜਿਹੜੇ ਲੈਬ ਆ, ਉਹ ਨੈਗੇਟਿਵ ਰਿਪੋਰਟ ਕੀ ਪਤਾ ਕਿੰਨੇ ਚਿਰ ਬਾਅਦ ਦਿੰਦੀ ਆ। ਸੋ WHO ਨੇ ਪਹਿਲੇ ਦਿਨ ਤੋਂ ਹੀ ਲਗਾਮ ਕੱਸੀ ਹੁੰਦੀ, ਤਾਂ ਮੈਨੂੰ ਲੱਗਦਾ ਨਹੀਂ ਜੋ ਹਾਲਾਤ ਕਰੋਨਾ ਨਾਲ ਦੁਨੀਆ ਦੇ ਬਣੇ ਆ, ਉਹ ਅੱਜ ਉਦਾਂ ਦੇ ਨਹੀਂ ਬਣਨੇ ਸੀਗੇ। ਅਮਰਿਤਜੀਤ, ਅਵਤਾਰ ਜੀ ਨੇ ਜਿਹੜੀ ਗੱਲ ਕੀਤੀ, ਇਹਦੇ 'ਚ ਤੁਸੀਂ ਕੁਝ ਸ਼ਾਮਿਲ ਕਰਨਾ ਚਾਹੋਗੇ? ਬਿਲਕੁਲ ਸ਼ਾਮਿਲ ਉਹਦੇ 'ਚ ਕੁਛ ਨਹੀਂ, ਇਹਨਾਂ ਨੇ ਬਹੁਤ ਚੰਗੇ ਤਰੀਕੇ ਨਾਲ ਦੱਸਿਆ। ਪਰ ਗੱਲ ਜਦੋਂ ਚੀਨ ਦੀ ਹੁੰਦੀ ਆ, ਫਿਰ ਅਸੀਂ ਕਈ ਵਾਰ ਦੇਖਦੇ ਹਾਂ ਕਿ ਉਹ ਬਹੁਤ ਸੁਲਝੇ ਹੋਏ ਤਰੀਕੇ ਨਾਲ ਪੇਸ਼ ਨਹੀਂ ਆਉਂਦੇ। ਚਾਹੀਦਾ ਸੀ ਉਹਨਾਂ ਨੂੰ, ਜੇ ਉਹਨਾਂ ਤੋਂ ਵੀ ਹੋਇਆ, ਜੇ ਉਹਨਾਂ ਦੀ ਲੈਬ ਤੋਂ ਵੀ ਬਣਿਆ ਸੀ, ਤੇ ਜਦੋਂ WHO ਦੀ ਟੀਮ ਨੇ ਉੱਥੇ ਜਗ੍ਹਾ ਜਾਂ ਟਾਈਮ ਮੰਗਿਆ ਸੀ, ਤੇ ਉਹਨਾਂ ਨੂੰ ਦਿੰਦੇ ਤੇ ਦੇਖਣ ਦਿੰਦੇ ਕਿ ਕੀ ਹੋਇਆ ਤੇ ਕਿਵੇਂ ਹੋਇਆ। ਜ਼ਰੂਰੀ ਨਹੀਂ ਆ ਕਿ ਉਹਨਾਂ ਦੇ ਡਾਕਟਰਸ ਨੂੰ ਜਾਂ ਉਹਨਾਂ ਦੇ ਸਾਇੰਟਿਸਟ ਨੂੰ ਸਾਰਾ ਕੁਝ ਪਤਾ ਹੋਵੇ। ਹੋ ਸਕਦਾ ਸੀ ਕੁਝ ਨਵੀਆਂ ਗੱਲਾਂ ਸਾਹਮਣੇ ਆਉਂਦੀਆਂ ਤੇ ਦੁਨੀਆ ਜਿਹੜੀ ਇਸ ਮਹਾਮਾਰੀ ਦੇ ਪ੍ਰਕੋਪ ਤੋਂ ਬਚ ਜਾਂਦੀ ਜਾਂ ਥੋੜ੍ਹਾ ਘੱਟ ਹੋ ਜਾਂਦਾ। ਤੇ ਹੁਣ ਵੀ ਇਹੀ ਹੋਣਾ ਚਾਹੀਦਾ, ਜਿਹੜੇ 2 ਬੰਦਿਆਂ ਨੂੰ ਜੇ ਪੋਜ਼ਿਟਿਵ ਵੀ ਆਏ ਆ ਤੇ ਉਹਨਾਂ ਦੇ ਠੀਕ ਹੋਣ ਤੋਂ ਬਾਅਦ ਇਹਦੀ ਜਾਂਚ ਹੋਵੇ ਤੇ ਦੁਨੀਆ ਨੂੰ ਪਤਾ ਹੀ ਲੱਗ ਜਾਏ ਕਿ ਕੀ ਹੋਇਆ ਤੇ ਕਿਵੇਂ ਹੋਇਆ। ਕਿਉਂਕਿ ਅਸੀਂ ਇਹ ਵੀ ਦੇਖਦੇ ਹਾਂ ਕਿ ਪਿਛਲੇ ਸਮੇਂ ਦੇ ਵਿੱਚ ਉਹਦੇ ਨਵੇਂ ਸਟ੍ਰੇਨ ਵੀ ਸਾਹਮਣੇ ਆ ਰਿਹਾ, ਵਾਇਰਸ ਦੇ ਰੂਪ ਚੇਂਜ ਹੋ ਕੇ ਵੀ ਸਾਹਮਣੇ ਆ ਰਿਹਾ। ਟੀਕੇ ਹਾਲੇ ਲੱਗਣੇ ਜ਼ਰੂਰ ਸ਼ੁਰੂ ਹੋ ਗਏ ਨੇ, ਪਰ ਉਹਦੇ ਪ੍ਰਭਾਵ ਤੇ ਦੁਸ਼ਪ੍ਰਭਾਵ ਵੀ ਸਾਹਮਣੇ ਆਉਣੇ ਨੇ। ਹੋ ਸਕਦਾ ਹੈ ਕਿ ਜੋ ਮਿਲ ਕੇ ਕੁਝ ਟੀਮਾਂ ਜਾਂਚ ਕਰਨ, ਕੁਝ ਡਾਕਟਰਸ ਮਿਲ ਕੇ ਕੁਝ ਰਿਸਰਚ ਕਰਨ ਤੇ ਕੋਈ ਨਵੀਆਂ ਗੱਲਾਂ ਸਾਹਮਣੇ ਆਉਣ, ਤੇ ਦੁਨੀਆ ਨੂੰ ਇਸ ਚੀਜ਼ ਤੋਂ ਨਿਜਾਤ ਮਿਲਣੀ ਚਾਹੀਦੀ ਆ। ਚੀਨ ਨੂੰ ਇਹਦੇ 'ਚ ਸਹਿਯੋਗ ਕਰਨਾ ਚਾਹੀਦਾ। ਤੇ ਅਮਰੀਕਾ ਨੇ ਰਾਸ਼ਟਰਪਤੀ ਤੇ ਹੁਣ ਬਦਲ ਜਾਣੇ ਨੇ, ਪਰ ਉਹਨਾਂ ਨੇ ਉਹਨਾਂ ਤੇ ਦੋਸ਼ ਲਾਏ ਸੀ ਕਿ ਇਹਨਾਂ ਨੇ ਬਣਾਇਆ ਆ। ਉਸ ਤੋਂ ਬਾਅਦ ਉਹਨਾਂ ਨੇ WHO ਤੋਂ ਆਪਣੇ ਵਾਪਸ ਲੈ ਲਈ ਸੀ, ਫੰਡਿੰਗ ਵੀ ਰੋਕੀ ਸੀ, ਤੇ ਫਿਰ ਅਮਰੀਕਾ ਨੇ WHO ਤੋਂ ਆਪਣੇ ਆਪ ਨੂੰ ਕਿਨਾਰਾ ਕਰ ਲਿਆ ਸੀ ਕਿ ਅਸੀਂ ਸਿਹਤ ਸੰਗਠਨ ਦੇ ਨਾਲ ਨਹੀਂ ਰਵਾਂਗੇ ਕਿਉਂਕਿ ਚਾਈਨਾ ਪੱਖੀ ਕੰਮ ਕਰ ਰਿਹਾ। ਤੇ ਦੁਨੀਆ ਦਾ ਤਾਣਾ ਬਾਣਾ ਆ ਜਿਹੜਾ ਇੰਟਰਨੈਸ਼ਨਲ ਪੋਲਿਟਿਕਸ ਜਿਹੜੀ ਆ ਉਹ ਕਈ ਤਰੀਕਿਆਂ ਨਾਲ ਬਦਲਦੀ ਆ। ਜਿੱਦਾਂ ਇਹਨਾਂ ਨੇ ਦੱਸਿਆ ਕਿ ਜਸੂਸੀ ਦੇ ਵਿੱਚ ਚੀਨ ਬਹੁਤ ਵਧੀਆ ਆ, ਤੇ ਇੱਕ ਟਾਈਮ ਸੀਗਾ ਜਦੋਂ ਅਮਰੀਕਾ ਤੇ ਰੂਸ ਦੇ ਵਿੱਚ ਇਹੋ ਜਿਹੀ ਜਸੂਸੀ ਚੱਲਦੀ ਹੁੰਦੀ ਸੀ ਕਿ ਉਹਨਾਂ ਨੇ ਕੋਈ ਉਹਨਾਂ ਦੀ ਉਹ ਜਸੂਸੀ ਕਰ ਲਈ ਤੇ ਉਹਦਾ ਉਹ ਹੋ ਗਿਆ, ਵਿਕੀਪੀਡੀਆ ਉਹਦੇ 'ਚ ਆ ਗਿਆ, ਵਿਕੀਲੀਕਸ ਆ ਗਿਆ, ਬਹੁਤ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆਈਆਂ। ਪਰ ਬਿਮਾਰੀ ਨੂੰ ਲੈ ਕੇ ਲੋਕਾਂ ਨੂੰ WHO ਦੇ ਅਧੀਨ ਹੀ ਕੰਮ ਕਰਨਾ ਚਾਹੀਦਾ, ਜਾਂ WHO ਨੇ ਵੀ ਬੈਲੈਂਸ ਹੋ ਕੇ ਕੰਮ ਕਰਨਾ ਚਾਹੀਦਾ ਇਸ ਵਿੱਚ। ਤੇ WHO ਦੀ ਗੱਲ ਤਾਂ ਆਪਾਂ ਕਰ ਲਈ, ਤੇ ਜੇ ਹੁਣ ਜਿਹੜੀ ਮੀਟਿੰਗ ਅੱਜ ਖੇਤੀਬਾੜੀ ਮੰਤਰੀ ਨਾਲ ਹੋ ਰਹੀ ਹੈ, ਉਹਦੇ ਬਾਰੇ ਕੋਈ ਅਪਡੇਟ ਹੈ ਤਾਂ ਅਵਤਾਰ ਜੀ ਤੁਸੀਂ ਦੱਸੋ। ਦੇਖੋ ਜੀ, ਮੈਂ ਤਾਂ ਪਹਿਲਾਂ ਦੱਸ ਦਵਾਂ ਵੀ ਇਸ ਮੀਟਿੰਗ 'ਚੋਂ ਨਿਕਲਣਾ ਕੁਛ ਨਹੀਂ। ਜਿਵੇਂ ਪਹਿਲਾਂ 8-9 ਦੌਰ ਦੀਆਂ ਮੀਟਿੰਗਾਂ ਬੇਸਿੱਟਾ ਰਹੀਆਂ, ਤੇ ਉਹ ਕਿਸਾਨ ਤਾਂ ਪਹਿਲਾਂ ਮੰਨ ਕੇ ਆਏ ਹੋ ਸੀਗੇ ਵੀ ਨਿਕਲਣਾ ਕੁਛ ਨਹੀਂ, ਪਰ
ਲੋਕਾਂ ਨੂੰ ਅਸੀਂ ਜ਼ਰੂਰ ਦਿਖਾਉਣਾ ਆ, ਜ਼ਰੂਰ ਇਹ ਮੈਸੇਜ ਜਾਣਾ ਚਾਹੀਦਾ ਵੀ ਅਸੀਂ ਜੇ ਸਰਕਾਰ ਬੁਲਾਉਂਦੀ ਆ ਤਾਂ ਜਾਂਦੇ ਜ਼ਰੂਰ ਆ। ਤੇ ਜਦੋਂ ਇਹ ਰੋਕ ਵੀ ਲੱਗੀ ਸੀ ਜਿੱਦਣ ਸੁਪਰੀਮ ਕੋਰਟ ਦੀ, ਉਦੋਂ ਵੀ ਕਿਸਾਨ ਆਗੂਆਂ ਨੂੰ ਪੁੱਛਿਆ ਸੀ ਵੀ ਹੁਣ 15 ਦੀ ਮੀਟਿੰਗ ਦਾ ਕੀ ਬਣੂ, ਉਹ ਕਹਿੰਦੇ ਸੀ ਜਾਵਾਂਗੇ। ਫਿਰ ਇਹ ਮੰਤਰੀਆਂ ਨੂੰ ਪੁੱਛਿਆ ਗਿਆ ਵੀ 15 ਦੀ ਮੀਟਿੰਗ ਸਟੈਂਡ ਕਰਦੀ ਆ, ਕਹਿੰਦੇ ਹਾਂ ਸਟੈਂਡ ਕਰਦੀ, ਬਿਲਕੁਲ ਸਕਾਰਾਤਮਕ ਮਾਹੌਲ 'ਚ ਹੋਊਗੀ। ਇੱਕੋ ਲਫ਼ਜ਼ ਆ ਉਹਨਾਂ ਕੋਲ ਜੀ, ਸਕਾਰਾਤਮਕ ਮਾਹੌਲ 'ਚ ਹੋਊਗੀ। ਔਰ ਮਾਹੌਲ ਬਣਾਉਣਾ ਕਿਹਨੇ ਆ, ਉਹ ਕਦੀ ਨਹੀਂ ਦੱਸਿਆ ਉਹਨਾਂ ਨੇ। ਸੋ ਹੁਣ ਦੀ ਜਿਹੜੀ ਲੇਟੈਸਟ ਅਪਡੇਟ ਇਹੀ ਆ ਵੀ ਇਸ ਵੇਲੇ ਫਿਰ ਖੇਤੀ ਮੰਤਰੀ ਨੇ ਉਹਨਾਂ ਨੂੰ ਕਿਹਾ ਵੀ ਇਹਦੇ ਵਿੱਚ ਸੋਧਾਂ ਬਾਰੇ ਗੱਲ ਕਰਨੀ ਆ ਤਾਂ ਕਰੋ, ਜਿਵੇਂ ਸੁਪਰੀਮ ਕੋਰਟ ਨੇ ਕਿਹਾ। ਇਹ ਤੋਂ ਇਲਾਵਾ ਹੋਰ ਗੱਲ ਨਹੀਂ ਕਰਨੀ, ਜਿਹਨੂੰ ਲੈ ਕੇ ਕਿਸਾਨਾਂ ਨੇ ਸਿਰੇ ਤੋਂ ਖਾਰਜ ਕਰ ਦਿੱਤੀ ਆ ਵੀ ਸਾਨੂੰ ਸੋਧਾਂ ਬਾਰੇ ਗੱਲ ਕਰਨ ਦੀ ਲੋੜ ਨਹੀਂ ਹੈ, ਨਾ ਹੀ ਪਹਿਲਾਂ ਕੀਤੀ ਤੇ ਨਾ ਹੀ ਹੁਣ ਕਰਨੀ ਆ। ਤੁਸੀਂ ਇਹ ਤੋਂ ਇਲਾਵਾ ਜੇ ਕੋਈ ਹੋਰ ਗੱਲ ਕਰਨੀ ਆ ਤਾਂ ਅਸੀਂ ਸਿਰਫ ਕਾਨੂੰਨਾਂ ਨੂੰ ਰੱਦ ਕਰਨ ਬਾਰੇ ਗੱਲ ਕਰਨੀ ਆ। ਤਾਂ ਉੱਥੇ ਗੱਲ ਆ ਜਾਂਦੀ ਆ ਵੀ ਮਸਲਾ ਉੱਥੇ ਦਾ ਉੱਥੇ ਆ, ਪਰਨਾਲਾ ਉੱਥੇ ਦਾ ਉੱਥੇ ਆ। ਚਾਹੇ ਸੁਪਰੀਮ ਕੋਰਟ ਦਾ ਦਖਲ ਹੋ ਜਾਏ, ਚਾਹੇ ਸੈਂਟਰ ਦੇ ਵਿੱਚੋਂ ਕਿਸੇ ਤਰ੍ਹਾਂ ਦੀ ਸੁਹਿਰਦਤਾ ਜਿੰਨਾ ਚਿਰ ਨਹੀਂ ਹੁੰਦੀ ਉਨਾ ਚਿਰ ਇਹ ਕਿਸੇ ਤਣ ਪਤਣ ਲੱਗਦੀ ਬਣਦੀ ਦਿਸਦੀ ਨਹੀਂ। ਫਿਰ ਵੀ ਇਹਦੇ ਨਾਲ ਜਿਹੜੀ ਉਹ ਕਮੇਟੀ ਬਣਾਈ ਸੀਗੀ ਉਹਦੀ ਸੁਪਰੀਮ ਕੋਰਟ ਨੇ ਜਿਹੜੀ ਮੀਟਿੰਗ ਆ ਉਹ 19 ਤਰੀਕ ਰੱਖ ਲਈ ਆ। ਹੁਣ ਉਹਦੇ ਵਿੱਚ ਇੱਕ ਮੈਂਬਰ ਤਾਂ ਨਿਕਲ ਗਿਆ, 3 ਮੈਂਬਰ ਰਹਿ ਗਏ ਆ। ਤਿੰਨੇ ਹੀ ਉਹ ਪੰਜਾਬ ਤੋਂ ਹਰ ਤੇ ਬਾਹਰ ਲਈ ਆ ਤਿੰਨੇ ਮੈਂਬਰ। ਹੁਣ ਉਹ ਮੀਟਿੰਗ ਜਿਹੜੀ ਆ 19 ਨੂੰ ਉਹ ਕਿਵੇਂ ਕਰਦੇ ਆ, ਜਾਂ ਉਹਦੇ ਵਿੱਚ ਉਹ ਕਿਸਾਨਾਂ ਨੂੰ ਕਿਸੇ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦੇ ਆ, ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜੇ ਨਹੀਂ ਵੀ ਕਿਸਾਨ ਆਉਣਗੇ ਤੇ ਕਮੇਟੀ ਵਾਲੇ ਕਿਸਾਨਾਂ ਦੇ ਕੋਲ ਜਾਣਗੇ। ਤੇ ਕਿਸਾਨ ਤਾਂ ਪਹਿਲਾਂ ਹੀ ਕਹਿ ਚੁੱਕੇ ਵੀ ਸਾਨੂੰ ਕਿਸੇ ਦੀ ਕੋਈ ਕਮੇਟੀ ਦੀ ਲੋੜ ਨਹੀਂ, ਨਾ ਹੀ ਅਸੀਂ ਇਹਦੇ 'ਚ ਸ਼ਾਮਲ ਹੋਣਾ ਚਾਹੁੰਦੇ ਤੇ ਨਾ ਹੀ ਇਹਦੇ ਅੱਗੇ ਪੇਸ਼ ਹੋਣਾ ਚਾਹੁੰਦੇ ਆ। ਹੁਣ ਉਹ 19 ਵਾਲੀ ਮੀਟਿੰਗ ਦੇ ਵਿੱਚ ਉਹ ਪਤਾ ਨਹੀਂ ਜਾਂ ਤਾਂ ਇਹਨਾਂ ਨੂੰ ਬੁਲਾਉਣਗੇ ਜਾਂ ਕਰਨਗੇ, ਜਾਂ ਅਜੇ 3-4 ਦਿਨ ਪਏ ਆ ਹੋਰ ਇਹਦੇ ਸੰਦਰਭ 'ਚ, ਹੋਰ 3-4 ਦਿਨਾਂ 'ਚ ਕੀ ਡਿਵੈਲਪਮੈਂਟ ਹੋਣੀ ਆ। ਕਿਉਂਕਿ ਅੱਜ ਦੀ ਮੀਟਿੰਗ ਤੋਂ ਬਾਅਦ ਕਿਸਾਨਾਂ ਦੀ ਜਿਹੜੀ ਨਵੀਂ ਰਣਨੀਤੀ ਵੀ ਉਲੀਕੀ ਜਾਣੀ ਆ ਆਉਣ ਵਾਲੇ ਦਿਨਾਂ ਦੇ ਵਿੱਚ, ਜਿਹਦੇ ਵਿੱਚ ਉਹਨਾਂ ਨੇ ਇੱਕ ਮਹਿਲਾ ਕਿਸਾਨ ਦਿਵਸ ਵੀ ਰੱਖਿਆ ਆ, ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਦਿਨ ਵੀ ਰੱਖਿਆ ਆ। ਫਿਰ ਉਸ ਤੋਂ ਬਾਅਦ 26 ਜਨਵਰੀ ਜਿਹੜਾ ਇਸ ਵੇਲੇ ਇਹਨਾਂ ਦਾ ਪੂਰਾ ਜ਼ੋਰ ਲੱਗਾ ਹੋਇਆ, ਉਹ ਇਹਨਾਂ ਨੇ ਆਪਣਾ ਦਮਖਮ, ਆਪਣਾ ਵੱਡਾ ਪ੍ਰਦਰਸ਼ਨ ਕਰਕੇ ਦਿਖਾਉਣ ਦਾ ਜਿਹੜਾ ਜ਼ੋਰ ਆ, ਉਹਦੇ ਲਈ ਵੀ ਰਣਨੀਤੀ ਜਿਹੜੀ ਤਿਆਰ ਹੋਣੀ ਆ ਉਹ ਅੱਜ ਦੀ ਮੀਟਿੰਗ ਦੇ ਨਤੀਜਿਆਂ ਤੇ ਹੀ ਨਿਰਭਰ ਕਰਦੀ ਹੈ ਜੀ। ਤੇ ਅੰਮ੍ਰਿਤ ਜੀ, ਆਪਾਂ ਇਹ ਸਾਰੇ ਮੁੱਦੇ ਤੇ ਤਾਂ ਗੱਲ ਕਰ ਲਈ ਹੈ। ਜੇ ਅਗਲੇ ਮੁੱਦੇ ਦੀ ਗੱਲ ਕਰੀਏ ਤੇ ਅਗਲਾ ਮੁੱਦਾ ਹਰਿਆਣਾ ਵੱਲ ਜਾਂਦੇ ਆ, ਕਿਉਂਕਿ ਉੱਥੋਂ ਦੇ ਮੰਤਰੀਆਂ ਨੇ ਕਹਿ ਦਿੱਤਾ ਕਿ ਅਸੀਂ ਪਬਲਿਕ ਮੀਟਿੰਗ ਕੋਈ ਨਹੀਂ ਕਰਨੀ, ਜਾਂ ਅਸੀਂ ਜਿਹੜਾ ਹੁਣ 26 ਜਨਵਰੀ ਦਾ ਪ੍ਰੋਗਰਾਮ ਆਉਣਾ ਹੈ ਉਹਦੇ ਝੰਡਾ ਲਹਿਰਾਉਣਾ ਵੀ ਹੈ, ਤੇ ਕਿਸਾਨਾਂ ਨੇ ਲਹਿਰਾਉਣ ਦੇਣਾ ਹੈ ਜਾਂ ਨਹੀਂ ਦੇਣਾ, ਇਹਦੇ ਬਾਰੇ ਕੁਝ ਜਾਣਕਾਰੀ ਹੈ ਤਾਂ ਸਾਂਝੀ ਕਰੋ। ਇਸ ਤੋਂ ਪਹਿਲਾਂ ਕਿ ਆਪਾਂ ਹਰਿਆਣੇ ਦੀ ਗੱਲ ਕਰੀਏ, ਇਸੇ ਮੀਟਿੰਗ ਦੀ ਜੇ ਮੈਂ ਗੱਲ ਕਰਾਂ ਤਾਂ ਇਹਦੇ ਵਿੱਚ 2-3 ਗੱਲਾਂ ਹੋਰ ਸਾਹਮਣੇ ਆਈਆਂ ਨੇ। ਬਹੁਤ ਤਰੀਕੇ ਤੋਂ, ਬਹੁਤ ਦਿਨਾਂ ਤੋਂ ਕਿਸਾਨ ਦਬਾਅ ਬਣਾ ਰਹੇ ਨੇ ਤੇ ਸਰਕਾਰ ਉਸ ਦਬਾਅ ਦੇ ਹੇਠ ਆ ਨਹੀਂ ਰਹੀ। ਬਹੁਤ ਵਾਰ ਸਾਹਮਣੇ ਲੱਗਦਾ ਆ ਕਿ ਹੁਣ ਹੱਲ ਹੋ ਜਾਏਗਾ, ਹੁਣ ਹੱਲ ਹੋ ਜਾਏਗਾ। ਜਿੱਦਾਂ ਪਰ ਅੱਜ ਦੀ ਮੀਟਿੰਗ 'ਚ ਉਹਨਾਂ ਨੇ ਦੱਸਿਆ ਕਿ ਕਿਸਾਨ ਗੱਲ ਉੱਥੇ ਦੀ ਉੱਥੇ ਖੜੀ ਆ ਕਿ ਉਹ ਕਹਿੰਦੇ ਨੇ ਕਿ ਸੋਧਾਂ ਕਰਵਾਉਣੀਆਂ ਤੇ ਕਰ ਲਓ ਤੇ ਕਾਨੂੰਨ ਵਾਪਸ ਨਹੀਂ ਹੋਣੇ। ਅਸੀਂ ਦੇਖਿਆ ਪਿਛਲੇ ਦਿਨੀ ਜਸਟਿਸ ਕਾਟਜੂ ਨੇ ਵੀ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ। ਜਸਟਿਸ ਕਾਟਜੂ ਚੀਫ ਜਸਟਿਸ ਰਿਟਾਇਰਡ ਨੇ ਤੇ ਉਹ ਹਰ ਮੁੱਦੇ ਤੇ ਬੜੀ ਬੇਬਾਕੀ ਨਾਲ ਬੋਲਦੇ ਨੇ। ਉਹਨਾਂ ਨੇ ਵੀ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਆ ਕਿ ਤੁਸੀਂ ਇਹਨਾਂ ਕਾਨੂੰਨਾਂ ਨੂੰ ਵਾਪਸ ਲੈ ਲਓ। ਮੈਂ ਇੱਕ ਅੱਜ ਵੱਖਰੀ ਗੱਲ ਹੋਰ ਸੁਣੀ ਆ ਕਿ ਇੰਟਰਨੈਸ਼ਨਲ ਮੋਨੇਟਰੀ ਫੰਡ ਨੇ ਇੱਕ ਨੋਟ ਜਾਰੀ ਕੀਤਾ ਜਾਂ ਕੁਝ ਉਹਨਾਂ ਨੇ ਕਿਤੇ ਨਾ ਕਿਤੇ ਕਿਸੇ ਸੈਮੀਨਾਰ 'ਚ ਇਹ ਗੱਲ ਕਹੀ ਆ ਕਿ ਇਹ ਜਿਹੜੇ ਕਾਨੂੰਨ ਨੇ ਇਹ ਠੀਕ ਨੇ, ਪਰ ਇਹਦੇ ਨਾਲ ਜੇ ਕੁਝ ਲੋਕ ਇਫੈਕਟਡ ਹੋ ਰਹੇ ਨੇ ਤੇ ਉਹਦੇ ਜਿਹੜੇ ਆ ਵਿਚਾਰ ਆ ਉਹਨਾਂ ਨੂੰ ਬਚਾਇਆ ਜਾਣਾ ਚਾਹੀਦਾ, ਜਾਂ ਉਹਦੇ ਲਈ ਕੁਝ ਮਾਪਦੰਡ ਜਾਂ ਜਿਹੜੇ ਆ ਉਹ ਬਦਲੇ ਜਾਣੇ ਚਾਹੀਦੇ ਨੇ। ਦੇਖੋ ਕਾਰਪੋਰੇਟਸ ਦਾ ਕਿੰਨਾ ਜ਼ਿਆਦਾ ਗਲਬਾ ਆ, ਕਿੰਨਾ ਦਬਦਬਾ ਆ ਸਾਰੀ ਦੁਨੀਆ ਦੀ ਪੋਲਿਟਿਕਸ ਦੇ ਉੱਤੇ ਕਿ ਉਹ ਗਲਤ ਚੀਜ਼ਾਂ ਨੂੰ ਵੀ ਸਹੀ ਕਹਿ ਰਹੇ ਨੇ। ਤੇ ਸਰਕਾਰਾਂ ਦੇ ਵੱਸ 'ਚ ਇੰਨੀ ਦਲੇਰੀ ਦਿਖਾਉਣੀ ਹੈ ਨਹੀਂ। ਜੇ ਸਾਰੀ ਦੁਨੀਆ ਦੇ ਵਿੱਚ ਕਾਰਪੋਰੇਟਸ ਦਾ ਗਲਬਾ ਆ ਤੇ ਸਰਕਾਰਾਂ ਇੰਨੇ ਛੋਟੇ ਸਮੂਹਾਂ ਤੋਂ, ਭਾਵੇਂ ਸਾਨੂੰ ਇਹ ਬਹੁਤ ਵੱਡਾ ਲੱਗਦਾ, ਪਰ ਫਿਰ ਵੀ ਜਦੋਂ ਅਸੀਂ ਇਹਨੂੰ ਵਰਲਡ ਲੈਵਲ ਤੇ ਦੇਖਦੇ ਹਾਂ ਤੇ ਜੇ ਉਹਨਾਂ ਨੂੰ ਲੱਗਦਾ ਕਿ ਕੁਝ ਲੱਖ ਲੋਕ ਜਾਂ ਕੁਝ ਕਰੋੜ ਲੋਕ ਪਰੇਸ਼ਾਨ ਨੇ, ਪਰ ਉਹਨਾਂ ਲਈ ਉਹ ਜਿਹੜੀਆਂ ਚੀਜ਼ਾਂ ਨੇ ਉਹ ਬਹੁਤ ਵੱਡੇ ਲੈਵਲ ਤੇ ਇਹਨਾਂ ਨੂੰ ਦੇਖ ਰਹੇ ਨੇ। ਸੋ ਕਿਸਾਨਾਂ ਨੂੰ ਜੇ ਮੈਨੂੰ ਇੱਕ ਗੱਲ ਹੋਰ ਲੱਗਦੀ ਆ ਕਿ ਇਹ ਜਿਹੜੀ ਅੱਜ ਮੀਟਿੰਗ, ਜੇ ਸਰਕਾਰ ਅੱਜ ਦੀ ਮੀਟਿੰਗ 'ਚ ਨਾਕਾਮਯਾਬ ਰਹਿੰਦੀ ਹੈ ਤੇ ਅੰਦੋਲਨ ਜਿਹੜਾ ਹੈ ਉਹ ਬਹੁਤ ਤਿੱਖਾ ਹੋਵੇਗਾ। ਹੁਣ ਕਿਸਾਨਾਂ ਦੀ ਜਿਹੜੀ ਜਥੇਬੰਦੀਆਂ ਆ ਉਹਨਾਂ ਦਾ ਜਿਹੜਾ ਸਬਰ ਆ ਉਹ ਵੀ ਟੁੱਟੇਗਾ ਕਿਤੇ ਨਾ ਕਿਤੇ। ਮੈਨੂੰ ਲੱਗਦਾ ਹੈ ਕਿ ਹੋ ਸਕਦਾ ਅਗਲੀ ਮੀਟਿੰਗ ਲਈ ਉਹ ਕਹਿਣ ਅਸੀਂ ਨਹੀਂ ਤੁਹਾਡੇ ਨਾਲ ਮੀਟਿੰਗ ਕਰਨੀ, ਜਦ ਤੱਕ ਤੁਸੀਂ ਸਾਡੀ ਗੱਲ ਨਹੀਂ ਮੰਨਦੇ ਅਸੀਂ ਕੋਈ ਮੀਟਿੰਗ ਨਹੀਂ ਕਰਨੀ। ਹੁਣ ਤੇ ਸਰਕਾਰ ਇਸ ਗੱਲ ਤੇ ਕਰਦੀ ਆ ਕਿ ਤੁਸੀਂ ਸਾਡੀ ਸੋਧਾਂ ਨੂੰ ਮੰਨ ਲਓ। ਜੇ ਕੱਲ ਕਿਸਾਨ ਇਸ ਗੱਲ ਲਈ ਅੜ ਜਾਂਦੇ ਆ ਤੇ ਫਿਰ ਮੁਸ਼ਕਲ ਦੋਨੋਂ ਪਾਸੇ ਵਧੇਗੀ। ਹਰਿਆਣੇ ਦੇ ਵਿੱਚ ਵੀ ਅਸੀਂ ਕਈ ਵਾਰ ਦੇਖਿਆ ਕਿ ਬੀਜੇਪੀ ਦੀ ਸਰਕਾਰ ਆ ਤੇ ਉਹਨਾਂ ਦੇ ਨਾਲ ਜਿਹੜੀ ਸਮੱਸਿਆ ਉਹ ਵਧੀ ਜਾਂਦੀ ਆ। 26 ਜਨਵਰੀ ਆ ਰਹੀ ਆ ਤੇ 26 ਜਨਵਰੀ ਨੂੰ ਦੇਖਦਿਆਂ ਸਾਰੇ ਦੇਸ਼ ਦੀਆਂ ਨਜ਼ਰਾਂ ਸੀਗੀਆਂ ਕਿ ਸਰਕਾਰ ਗਣਤੰਤਰ ਦਿਵਸ ਤੋਂ ਪਹਿਲਾਂ
ਇਸ ਸਮੱਸਿਆ ਨੂੰ ਹੱਲ ਕਰ ਲਏਗੀ। ਤੇ ਇੱਕ ਅੱਜ ਦੀ ਇੱਕ ਹੋਰ ਸੁਰਖੀ ਵੀ ਸੀ ਪਰਮਿੰਦਰ ਜੀ ਕਿ ਕੋਈ ਵੀ ਦੇਸ਼ ਦਾ ਰਾਸ਼ਟਰਪਤੀ ਜਾਂ ਰਾਸ਼ਟਰਮੁਖੀ ਜਾਂ ਕੋਈ ਹੋਰ ਬੰਦਾ ਐਜ਼ ਏ ਮੁੱਖ ਮਹਿਮਾਨ ਹਿੰਦੁਸਤਾਨ ਨਹੀਂ ਆ ਰਿਹਾ। ਇਹ ਮੇਰਾ ਖਿਆਲ 50 ਸਾਲ ਦੇ ਵਿੱਚ ਪਹਿਲੀ ਵਾਰ ਇੱਦਾਂ ਇਹੋ ਜਿਹਾ ਹੋ ਰਿਹਾ ਜਦੋਂ ਤੋਂ ਅਸੀਂ ਗਣਤੰਤਰ ਦਿਵਸ ਮਨਾ ਰਹੇ ਹਾਂ ਕਿ ਕੋਈ ਬੰਦਾ ਵੀ ਨਹੀਂ ਤੁਹਾਡੇ ਲਈ ਮਹਿਮਾਨ ਬਣ ਕੇ ਆ ਰਿਹਾ। ਭਾਵੇਂ ਉਹਦੇ ਲਈ ਕਰੋਨਾ ਦਾ ਨਾਮ ਲਿਆ ਜਾ ਰਿਹਾ, ਪਰ ਉੱਥੇ ਕਿਤੇ ਨਾ ਕਿਤੇ ਕਿਸਾਨੀ ਦਬਾਅ ਵੀ ਜਿਹੜਾ ਉਹਦੇ 'ਚ ਸ਼ਾਮਲ ਆ। ਜੀ, ਤੇ ਸ਼ਰਮਾ ਜੀ ਤੋਂ ਬਾਅਦ ਅਵਤਾਰ ਜੀ ਵੱਲ ਆਉਂਦੇ ਹਾਂ। ਭਾਜਪਾ ਨੂੰ ਸੇਕ ਲੱਗ ਰਿਹਾ ਹਰਿਆਣਾ 'ਚ, ਇਹ ਸੇਕ ਕਿੰਨਾ ਕੁ ਹੈ? ਇਹਦੇ ਬਾਰੇ ਥੋੜਾ ਜਿਹਾ ਹੋਰ ਕੁਝ ਦੱਸ ਦਿਓ ਤਾਂ। ਦੇਖੋ ਜੀ, ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਸੀਗਾ ਵੀ ਜਦੋਂ ਇਹੋ ਜਿਹੀ ਟਕਰਾਅ ਵਾਲੀ ਸਥਿਤੀ ਪੈਦਾ ਹੁੰਦੀ ਆ ਤੇ ਸਰਕਾਰੀ ਧਿਰ ਦੀ ਜ਼ਿੰਮੇਵਾਰੀ ਵੱਧ ਜਾਂਦੀ ਆ। ਉਹਨੂੰ ਇਹ ਟਕਰਾਅ ਪੈਦਾ ਹੋਣ ਤੋਂ ਰੋਕਣਾ ਚਾਹੀਦਾ ਆ। ਚੰਗਾ ਕੀਤਾ ਇਹਨਾਂ ਨੇ ਜਿਹੜਾ ਫਟਾਫਟ ਜਾ ਕੇ ਦੂਸਰੇ ਦਿਨ ਮਨੋਹਰ ਲਾਲ ਖੱਟੜ ਤੇ ਦੁਸ਼ਯੰਤ ਚੌਟਾਲਾ ਹੋਣੀ ਅਮਿਤ ਸ਼ਾਹ ਨੂੰ ਮਿਲ ਗਏ, ਜਿੱਥੋਂ ਇਹ ਡਾਇਰੈਕਸ਼ਨ ਲੈ ਕੇ ਆਏ ਆ, ਔਰ ਉਹਨਾਂ ਦੇ ਡਾਇਰੈਕਸ਼ਨਾਂ ਤੇ ਹੀ ਆ ਕੇ ਕਿਹਾ ਗਿਆ ਵੀ ਨਾ ਤਾਂ ਮਹਾਪੰਚਾਇਤ ਹੋਊਗੀ ਗਾਹਾਂ ਤੋਂ, ਨਾ ਕੋਈ ਸਿਆਸੀ ਸਮਾਗਮ ਹੋਊਗਾ। ਸੋ ਅਸੀਂ ਇਹ ਕੋਸ਼ਿਸ਼ ਕਰਨੀ ਆ ਵੀ ਕਿਸਾਨਾਂ ਨਾਲ ਕਿਸੇ ਤਰੀਕੇ ਨਾਲ ਟਕਰਾਅ ਨਾ ਕੀਤਾ ਜਾਵੇ। ਕੁਛ ਤਾਂ ਲੀਹੇ ਪਈ ਆ ਗੱਲ ਇਹਨਾਂ ਦੇ, ਕੁਛ ਤਾਂ ਖਾਨੇ ਪਈ ਆ ਗੱਲ ਇਹਨਾਂ ਦੇ, ਜਿਹੜੇ ਇਸ ਤਰੀਕੇ ਤੋਂ ਬਚਣ ਲੱਗ ਪਏ ਆ। ਮੈਂ ਇਹ ਨਹੀਂ ਕਹਿੰਦਾ ਵੀ ਆਪਾਂ ਕਰਨਾਲ ਵਾਲੀ ਘਟਨਾ ਨੂੰ ਸਹੀ ਠਹਿਰਾਉਂਦੇ ਆ, ਉਹ ਜਿਹੜੀ ਗੱਲ ਕੀਤੀ ਆ ਹਿੰਸਾ, ਤਾਂ ਬਲਵੀਰ ਸਿੰਘ ਰਾਜੇਵਾਲ ਵਾਲੇ ਨੇ ਜਿਹੜੇ ਚਿੱਠੀ ਲਿਖੀ ਨਾ, ਉਹਦੇ 'ਚ ਵੀ ਉਹਨੇ ਕਿਹਾ ਵੀ ਜਿੱਥੇ ਹਿੰਸਾ ਆ ਜਾਂਦੀ ਆ ਉੱਥੇ ਫਾਂਸੀ ਨੂੰ ਸੱਦਾ ਆ। ਸਿੱਧੀ ਸਾਫ਼ ਤੇ ਸਪਸ਼ਟ ਗੱਲ ਆ। ਜਿੰਨਾ ਚਿਰ ਸ਼ਾਂਤੀ ਰਹੂਗੀ ਉਹਨਾਂ ਚਿਰ ਤੁਹਾਡੀ ਜਿੱਤ ਆ, ਜਦੋਂ ਹਿੰਸਾ ਆ ਗਈ ਤਾਂ ਫਿਰ ਤਾਂ ਖੇਰੂ ਹੋ ਜਾਣਾ। ਸੋ ਇਹਨਾਂ ਦੇ ਗੱਲ ਜਿਹੜੀ ਖਾਨੇ ਪਈ ਬਹੁਤ ਦੇਰ ਬਾਅਦ ਆ। ਟਕਰਾਅ ਵਾਲੀ ਸਥਿਤੀ ਬਹੁਤ ਦੇਰ ਤੋਂ ਕਰਦੇ ਪਏ ਸੀ, ਹੁਣ 1-2 ਦਿਨਾਂ 'ਚ ਲੱਗਦਾ ਆ ਵੀ ਕਿਤੇ ਨਾ ਕਿਤੇ ਇਹ ਬਿਆਨਬਾਜ਼ੀ ਤੋਂ ਵੀ ਘਟੇ ਆ। ਰਾਜੇਵਾਲ ਦੀ ਚਿੱਠੀ ਦਾ ਵੀ ਸਵਾਗਤ ਕੀਤਾ ਆ, ਰਾਜੇਵਾਲ ਦੇ ਬਿਆਨਾਂ ਦਾ ਵੀ ਸਵਾਗਤ ਕੀਤਾ ਆ ਇਹਨਾਂ ਭਾਜਪਾ ਆਗੂਆਂ ਨੇ ਆ। ਸੋ ਇਹ ਜੇ ਟਕਰਾਅ ਦੀ ਸਥਿਤੀ ਘੱਟ ਕਰੂਗੇ ਤਾਂ ਮਾਹੌਲ ਕਿਤੇ ਵੀ ਨਹੀਂ ਵਿਗੜਦਾ, ਨਾ ਹੀ ਕਿਸਾਨਾਂ ਨੂੰ ਚਾਅ ਆਉਂਦਾ ਮਾਹੌਲ ਵਿਗੜਨ ਲਈ, ਕਿਉਂਕਿ ਉਹ ਤਾਂ ਪਹਿਲਾਂ ਹੀ ਸ਼ਾਂਤੀਮਈ ਬੈਠੇ ਹੋਏ ਆ। ਜੀ, ਤੇ ਇਸ ਵੇਲੇ ਸਾਨੂੰ ਵੀ ਸ਼ਾਂਤ ਹੋਣਾ ਪੈਣਾ, ਕਿਉਂਕਿ ਘੜੀ ਦੀਆਂ ਸੂਈਆਂ ਦਾ ਇਸ਼ਾਰਾ ਹੋ ਚੁੱਕਿਆ ਹੈ। ਵਿਚਾਰ ਚਰਚਾ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਅਵਤਾਰ ਜੀ ਤੁਹਾਡਾ ਤੇ ਸ਼ਰਮਾ ਜੀ ਤੁਹਾਡਾ ਸਟੂਡੀਓ 'ਚ ਆਉਣ ਲਈ ਬਹੁਤ ਧੰਨਵਾਦ। ਸੋ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਇਸ ਪ੍ਰੋਗਰਾਮ ਦੇ ਨਾਲ ਜੁੜਨ ਲਈ। ਅਗਲੇ ਸਿਲਸਿਲੇ 'ਚ ਫਿਰ ਤੋਂ ਹੋਏਗੀ ਮੁਲਾਕਾਤ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।